ਅੰਦਰਲਾ ਹੀਰਾ ਸੱਚਾ, ਬਾਹਰਲਾ ਝੂਠਾ। ਦਿੱਲੀ ਪੁੱਜਿਆਂ ਅਜੇ 2 ਕੁ ਦਿਨ ਹੀ ਹੋਏ ਸਨ ਕਿ ਭਾਈ ਹੀਰਾ ਸਿੰਘ ਜੀ ਰਾਗੀ ਨੇ ਸੰਤ ਜੀ ਮਹਾਰਾਜ ਦੀ ਸੇਵਾ ਵਿੱਚ ਅੰਮ੍ਰਿਤ ਵੇਲੇ ਬੇਨਤੀ ਕਰ ਭੇਜੀ, ਸੱਚੇ ਪਾਤਸ਼ਾਹ ਨਿਮਾਣੇ ਦਾਸ ਨੂੰ ਜ਼ਰੂਰ ਦਰਸ਼ਨ ਦੇ ਕੇ ਕਿਰਤਾਰਥ ਕਰੋ। ਆਸਾ ਜੀ ਦੀ ਵਾਰ ਦੇ ਭੋਗ ਦੇ ਮਗਰੋਂ ਸੰਤ ਜੀ ਭਾਈ ਰਾਮ ਸਿੰਘ ਗੜਵਈ ਅਤੇ ਦਾਸ ਨੂੰ ਲੈ ਮੋਟਰ ਚੜ੍ਹ ਸਿੱਧਾ ਮਲਕ ਤੇਜਾ ਸਿੰਘ ਜੀ ਇੰਜੀਨੀਅਰ ਦੀ ਕੋਠੀ ਆਏ ਅਤੇ ਉਤਰਦਿਆਂ ਹੀ ਭਾਈ ਹੀਰਾ ਸਿੰਘ ਜੀ ਦੇ ਕਮਰੇ ਵਿੱਚ ਚਲੇ ਗਏ। ਇੱਥੇ ਭਾਈ ਹੀਰਾ ਸਿੰਘ ਜੀ ਪਹਿਲਾਂ ਹੀ ਤਿਆਰੀ ਕਰੀ ਬੈਠੇ ਸਨ। ਮਰਿਆਦਾ ਪੂਰਵਕ ਇੱਕ ਸੁੰਦਰ ਦਰੀ ਤੇ ਆਸਣ ਵਿਛਾਇਆ ਹੋਇਆ ਸੀ। ਸੰਤ ਜੀ ਮਹਾਰਾਜ ਨੂੰ ਦੇਖਦੇ ਸਾਰ ਹੀ ਭਾਈ ਹੀਰਾ ਸਿੰਘ ਜੀ ਦਾ ਚਿਹਰਾ ਖਿੜ ਗਿਆ। ਇਹ ਹੱਥ ਜੋੜ ਕੇ ਖੜੋ ਗਏ ਤੇ ਚਰਨਾਂ ਤੇ ਨਮਸਕਾਰ ਕੀਤੀ। ਫਿਰ ਸੰਤ ਜੀ ਆਸਣ ਤੇ ਸੱਜ ਗਏ। ਭਾਈ ਹੀਰਾ ਸਿੰਘ ਜੀ ਉਹਨਾਂ ਦੇ ਸੰਬੰਧੀ ਅਤੇ ਸੰਤ ਜੀ ਮਹਾਰਾਜ ਦੇ ਸੇਵਕ ਦਰੀ ਤੇ ਬੈਠ ਗਏ। 1-2 ਮਿੰਟ ਸਾਰੇ ਪ੍ਰੇਮੀ ਪ੍ਰੇਮ ਦੇ ਰੰਗ ਵਿੱਚ ਮਸਤ ਰਹੇ। ਫਿਰ ਸੰਤ ਜੀ ਮਹਾਰਾਜ ਨੇ ਫਰਮਾਇਆ, ਭਾਈ ਹੀਰਾ ਸਿੰਘ ਜੀ, ਜਦ ਤੁਸੀਂ ਸਾਡੇ ਪਾਸ ਗੁਰਸਾਗਰ ਸਾਹਿਬ ਮਸਤੂ ਆਣੇ 3 ਕੁ ਸਾਲ ਸੇਵਾ ਵਿੱਚ ਹਾਜ਼ਰ ਰਹੇ ਸੀ, ਤਦ ਅਸਾਂ ਤੁਹਾਨੂੰ ਆਤਮ ਰਸ ਦਾ ਉਪਦੇਸ਼ ਦ੍ਰਿੜ ਕਰਾਇਆ ਸੀ। ਦੇਹ ਹੈ ਨਹੀਂ, ਆਤਮਾ ਹੈ, ਤੁਸਾਂ ਇਸ ਨੂੰ ਕਿਉਂ ਨਹੀਂ ਪਕਾਇਆ? ਭਾਈ ਹੀਰਾ ਸਿੰਘ ਜੀ ਨੇ ਹੱਥ ਜੋੜ ਕੇ ਆਪਣਾ ਦਿਲ ਖੋਲ ਕੇ ਸੰਤ ਜੀ ਮਹਾਰਾਜ ਦੇ ਚਰਨਾਂ ਵਿੱਚ ਰੱਖ ਦਿੱਤਾ ਅਤੇ ਆਖਿਆ, ਮਹਾਰਾਜ ਜੀ, ਸੰਗਤਾਂ ਵਿੱਚ ਉਪਦੇਸ਼ ਤਾਂ ਮੈਂ ਇਸ ਗੱਲ ਦਾ ਹੀ ਕਰਦਾ ਰਿਹਾ ਹਾਂ, ਆਪਣੀ ਬ੍ਰਿਤੀ ਇੱਥੇ ਨਹੀਂ ਚੜੀ। ਜਦੋਂ ਕੋਈ ਜੂੰ ਵੀ ਖੁਰਕਦਾ ਸੀ ਤਾਂ ਚਿੱਤ ਵਿੱਚ ਖਿਆਲ ਆ ਜਾਂਦਾ ਸੀ ਕਿ ਦਮੜਾ ਅਰਦਾਸ ਕਰਾਉਣ ਲੱਗਾ ਹੈ। ਨਾਲ ਹੀ ਸਾਧ ਸੰਗਤ ਵੀ ਸਾਰੀ ਉਮਰ ਮੇਰੇ ਪਾਸੋਂ ਮਾਇਆ ਦੀ ਅਪੀਲ ਦੀ ਸੇਵਾ ਲੈਂਦੀ ਰਹੀ ਹੈ। ਇਹਨਾਂ ਕਾਰਨਾਂ ਕਰਕੇ ਹਜ਼ੂਰ ਦਾ ਆਤਮ ਰਸ ਦਾ ਉਪਦੇਸ਼ ਨਹੀਂ ਪਕਾ ਸਕਿਆ। ਭਾਈ ਹੀਰਾ ਸਿੰਘ ਜੀ ਦੇ ਇਸ ਅੰਦਰੋਂ ਬਾਹਰੋਂ ਇੱਕ ਹੋਣ ਨੇ ਸੰਤ ਜੀ ਮਹਾਰਾਜ ਦੇ ਹਿਰਦੇ ਵਿੱਚ ਇੱਕ ਅਦੁੱਤੀ ਮਿਹਰ ਤੇ ਉਦਾਰਤਾ ਦੀ ਲਹਿਰ ਚਲਾ ਦਿੱਤੀ। ਚਿਹਰੇ ਤੇ ਰੱਬੀ ਨੂਰ ਚਮਕਣ ਲੱਗ ਪਿਆ। ਪੂਰਨ ਰੰਗ ਵਿੱਚ ਆ ਗਏ ਤੇ ਫਰਮਾਇਆ, ਭਾਈ ਹੀਰਾ ਸਿੰਘ ਜੀ, ਹੁਣ ਵੀ ਕੁਝ ਨਹੀਂ ਵਿਗੜਿਆ। ਤਕੜੇ ਹੋਵੋ ਅਤੇ ਇਹ ਦ੍ਰਿੜ ਕਰ ਲਵੋ, ਬਾਹਰਲਾ ਹੀਰਾ ਸਿੰਘ ਝੂਠਾ, ਅੰਦਰਲਾ ਹੀਰਾ ਸੱਚਾ। ਸੰਤ ਜੀ ਇਹ ਬਚਨ ਕਰ ਹੀ ਰਹੇ ਸਨ ਕਿ ਭਾਈ ਹੀਰਾ ਸਿੰਘ ਦੀ ਸਿੰਘਣੀ ਬੜੀ ਮੋਹ ਭਰੀ ਆਵਾਜ਼ ਵਿੱਚ ਬੋਲ ਉੱਠੀ, ਮਹਾਰਾਜ ਜੀ, ਕਿਰਪਾ ਕਰੋ। ਇਹ ਗੱਲ ਸੁਣਦੇ ਸਾਰ ਹੀ ਪੂਰਨ ਜਲਾਲ ਵਿੱਚ ਬੋਲੇ, ਬੀਬੀ, ਕਿਰਪਾ ਕਰ ਰਹੇ ਹਾਂ। ਭਾਈ ਹੀਰਾ ਸਿੰਘ ਇਸ ਰਮਜ ਨੂੰ ਸਮਝ ਗਏ। ਆਪਣੀ ਮੋਹ ਅਧੀਨ ਸਿੰਘਣੀ ਨੂੰ ਚੁੱਪ ਕਰਾ ਕੇ ਬਾਹਰ ਭੇਜ ਦਿੱਤਾ। ਫਿਰ ਦੂਜੀ ਵਾਰੀ ਸੰਤ ਜੀ ਮਹਾਰਾਜ ਨੇ ਪੂਰੀ ਤਾਕਤ ਨਾਲ ਆਖ ਸੁਣਾਇਆ, ਭਾਈ ਹੀਰਾ ਸਿੰਘ ਜੀ, ਅੰਦਰਲਾ ਹੀਰਾ ਸੱਚਾ, ਬਾਹਰਲਾ ਝੂਠਾ। ਕੁਝ ਅਸਰ ਦਾ ਘਾਟਾ ਅਨੁਭਵ ਕਰਕੇ ਤੀਜੀ ਵਾਰੀ ਸੰਤ ਜੀ ਮਹਾਰਾਜ ਨੇ ਠੋਕਰ ਮਾਰੀ, ਹੀਰਾ ਸਿੰਘ ਜੀ, ਅੰਦਰਲਾ ਹੀਰਾ ਸੱਚਾ, ਬਾਹਰਲਾ ਝੂਠਾ। ਇਸ ਦੇ ਮਗਰੋਂ ਸੰਤ ਜੀ ਮਹਾਰਾਜ ਚੁੱਪ ਕਰ ਗਏ ਅਤੇ ਆਪਣੇ ਆਪ ਵਿੱਚ ਮਸਤ ਹੋ ਕੇ ਬੈਠ ਗਏ। ਭਾਈ ਹੀਰਾ ਸਿੰਘ ਜੀ ਨੇ 2 ਕੁ ਮਿੰਟ ਮਗਰੋਂ ਹੱਥ ਜੋੜ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ, ਬ੍ਰਿਤੀ ਇੱਥੇ ਨਹੀਂ ਚੜ੍ਹਦੀ। ਇਹ ਗੱਲ ਸੁਣ ਸੰਤ ਜੀ ਮਹਾਰਾਜ ਦੀ ਲਹਿਰ ਇੱਕ ਹੋਰ ਪਾਸੇ ਬਦਲ ਗਈ। ਆਖਣ ਲੱਗੇ, ਭਾਈ ਹੀਰਾ ਸਿੰਘ ਜੀ, ਜਦੋਂ ਭਾਈ ਭਗਤੂ ਜੀ ਦਾ ਅੰਤ ਸਮਾਂ ਆਇਆ ਤਾਂ ਉਹਨਾਂ ਨੂੰ ਅਤੀਸਰ ਦਸਤ ਲੱਗ ਗਏ। ਸੇਵਕਾਂ ਨੇ ਹੱਥ ਜੋੜ ਕੇ ਬਿਨੈ ਕੀਤੀ, ਮਹਾਰਾਜ ਜੀ, ਤੁਸੀਂ ਸਾਡੇ ਨਾਲ ਬਚਨ ਕਰਦੇ ਸੀ ਕਿ ਤੁਹਾਨੂੰ ਛੁਡਾਵਾਂਗੇ, ਤੁਸੀਂ ਤਾਂ ਹੁਣ ਆਪ ਫਸੇ ਹੋਏ ਹੋ। ਇਹ ਬਚਨ ਸੁਣ ਭਾਈ ਭਗਤੂ ਜੀ ਮੁਸਕਰਾਏ ਤੇ ਆਖਿਆ, ਪ੍ਰੇਮੀਓ, ਅਸੀਂ ਜੰਗਲ ਦੇਸ਼ ਦੇ ਜਿਸ ਇਲਾਕੇ ਵਿੱਚ ਪ੍ਰਚਾਰ ਕਰਦੇ ਹਾਂ, ਉਸ ਦੇ ਪ੍ਰੇਮੀ ਚੋਰੀ ਪੇਸ਼ਾ ਕਰਦੇ ਸਨ। ਉਹ ਊਠਣੀਆਂ ਚੁਰਾ ਕੇ ਲਿਆਉਂਦੇ ਸਨ ਅਤੇ ਜਦ ਅਸੀਂ ਦੌਰੇ ਜਾਂਦੇ, ਉਹਨਾਂ ਊਠਣੀਆਂ ਦਾ ਦੁੱਧ ਸਾਨੂੰ ਪਿਆਉਂਦੇ। ਉਸ ਚੋਰੀ ਦੀ ਕਮਾਈ ਛਕਣ ਦਾ ਲੇਖਾ ਅਸਾਂ ਸਰੀਰ ਵਿੱਚ ਹੀ ਮੁਕਾ ਕੇ ਜਾਣਾ ਹੈ। ਇਸ ਤਰ੍ਹਾਂ ਭਾਈ ਹੀਰਾ ਸਿੰਘ ਜੀ, ਅਸੀਂ ਜਿਹੜੇ ਸੰਗਤਾਂ ਵਿੱਚ ਪ੍ਰਚਾਰ ਕਰਦੇ ਹਾਂ, ਹਰ ਤਰ੍ਹਾਂ ਦੀ ਮਾੜੀ ਮੋਟੀ ਕਮਾਈ ਦਾ ਪ੍ਰਸ਼ਾਦ ਅੰਗੀਕਾਰ ਕਰਦੇ ਹਾਂ। ਉਸ ਦਾ ਹਿਸਾਬ ਸਰੀਰ ਵਿੱਚ ਹੀ ਮੁਕਾਉਣਾ ਹੈ
ਭਾਈ ਹੀਰਾ ਸਿੰਘ ਜੀ ਨੂੰ ਇਹ ਧੀਰਜ ਦੇ ਅਤੇ ਮਲਕ ਤੇਜਾ ਸਿੰਘ ਜੀ ਦੇ ਘਰ ਜਲ ਪਾਣੀ ਛਕ ਸੰਤ ਜੀ ਆਪਣੇ ਆਸਣ ਤੇ ਆ ਗਏ। ਭਾਈ ਹੀਰਾ ਸਿੰਘ ਜੀ ਨੇ ਆਪਣੇ ਦਰਸ਼ਨ ਮੇਲੇ ਦਾ ਸੰਕਲਪ ਪੂਰਾ ਹੋਣ ਤੇ ਕਰਤਾਰ ਦਾ ਸ਼ੁਕਰ ਕੀਤਾ। ਮਹਾਪੁਰਸ਼ਾਂ ਨੇ ਤਾਂ ਪੂਰਾ ਯਤਨ ਕੀਤਾ ਕਿ ਉਹਨਾਂ ਨੂੰ ਉਹ ਸ਼ਬਦ ਦ੍ਰਿੜ ਹੋ ਜਾਵੇ, ਅੰਦਰਲਾ ਹੀਰਾ ਸੱਚਾ, ਬਾਹਰਲਾ ਹੀਰਾ ਝੂਠਾ। ਪਰ ਸਾਰੀ ਉਮਰ ਮਾਇਆ ਦੀ ਖਿੱਚ ਅਤੇ ਮਾਇਆ ਦੀ ਪ੍ਰੇਰਨਾ ਕਰਨ ਦੀ ਕਾਰ ਨੇ ਇਸ ਆਤਮ ਘਾਟੀ ਤੇ ਨਾ ਚੜ੍ਹਨ ਦਿੱਤਾ। ਅਨੁਭਵ ਪ੍ਰਕਾਸ਼ ਦਾ ਉਪਦੇਸ਼। ਇੱਕ ਦਿਨ ਬਾਹਰ ਤੋਂ ਇੱਕ ਗੁਰੂ ਘਰ ਦਾ ਪ੍ਰੇਮੀ ਬੜੀ ਸ਼ਰਧਾ ਨਾਲ ਸ਼ਾਮ ਦੇ ਦੀਵਾਨ ਸਮੇਂ ਕੀਰਤਨ ਆਰੰਭ ਹੋਣ ਤੋਂ ਪਹਿਲਾਂ ਦਰਸ਼ਨ ਕਰਨ ਲਈ ਆਇਆ। ਉਸ ਨੇ ਅਨੁਭਵ ਦੇ ਦੇਸ਼ ਦੀ ਗੱਲ ਚਲਾਈ। ਸੰਤ ਜੀ ਮਹਾਰਾਜ ਬੜੇ ਪ੍ਰਸੰਨ ਹੋਏ ਅਤੇ ਇਸ ਨੂੰ ਅਸਤੀ ਭਾਂਤੀ ਪ੍ਰਿਯ ਤਿੰਨੇ ਦਸ਼ਾ ਦਾ ਖੋਲ ਕੇ ਉਪਦੇਸ਼ ਸੁਣਾਇਆ ਤੇ ਆਖਿਆ, ਭਾਈ ਪਹਿਲਾਂ ਵਾਹਿਗੁਰੂ ਗੁਰਮੰਤਰ ਦਾ ਅਭਿਆਸ ਕਰਦਿਆਂ ਕਰਦਿਆਂ ਇਹ ਦਸ਼ਾ ਆਉਂਦੀ ਹੈ ਕਿ ਦੇਹ ਹੈ ਨਹੀਂ ਆਤਮਾ ਹੈ। ਫੇਰ ਜੇ ਹੋਰ ਅਭਿਆਸ ਵਧਾਇਆ ਜਾਵੇ ਤਦ ਭਾਂਤੀ ਦਸ਼ਾ ਆਉਂਦੀ ਹੈ। ਰੋਮ ਰੋਮ ਵਿੱਚ ਖੁਸ਼ੀ ਗਮੀ, ਸਰਦੀ ਗਰਮੀ, ਵਤ ਪਿਆਰਾ ਹਰ ਰੰਗ ਵਿੱਚ ਭਾਸਦਾ ਹੈ। ਪੱਤੇ ਪੱਤੇ ਅਤੇ ਜਰੇ ਜਰੇ ਵਿੱਚ ਉਹੀ ਹੀ ਨਜ਼ਰ ਆਉਂਦਾ ਹੈ। ਇਸ ਦੇ ਮਗਰੋਂ ਹੋਰ ਪ੍ਰਪੱਕ ਕਰਨ ਤੇ ਜਗਿਆਸੂ ਆਪ ਦੇ ਅੰਦਰ ਹੀ ਆਪਣੇ ਆਪ ਵਿੱਚ ਮਸਤ ਹੋ ਜਾਂਦਾ ਹੈ। ਸਾਰੇ ਦ੍ਰਿਸ਼ਟਮਾਨ ਪਦਾਰਥਾਂ ਤੋਂ ਉਪਰਾਮ ਹੋ ਕੇ ਆਪਣੇ ਅੰਦਰ ਦੇ ਆਤਮਿਕ ਸਮੁੰਦਰ ਵਿੱਚ ਲੀਨ ਹੋ ਜਾਂਦਾ ਹੈ। ਕਦੇ ਆਨੰਦ ਵਿੱਚ ਖੇੜ ਖੇੜ ਹੱਸਣ ਲੱਗ ਪੈਂਦਾ ਹੈ, ਕਦੀ ਵਿਰਾਗ ਵਿੱਚ ਹੈਰਾਨ ਅਤੇ ਕਦੀ ਇੱਕ ਰਸ ਚੁੱਪ ਹੋ ਕੇ ਸਮਾਧੀ ਸਥਿਤ ਹੋ ਜਾਂਦਾ ਹੈ। ਰੰਗ ਹੱਸ ਹੈ ਰੰਗ ਰੋਵ ਹੈ, ਚੁੱਪ ਪੀ ਕਰ ਜਾਹੇ, ਪਰਵਾਹ ਨਾਹੀ ਕਿਸੈ ਕੇਰੀ, ਬਾਜ ਸੱਚੇ ਨਾਹ। ਪਿਛਲੇ ਯੁਗਾਂ ਵਿੱਚ ਉਮਰਾਂ ਬਹੁਤ ਵੱਡੀਆਂ ਸਨ। ਰਿਸ਼ੀ ਮੁਨੀ ਸਤਸੰਗ ਵਿੱਚ ਕਈ ਵਾਰੀ ਹਜ਼ਾਰ ਹਜ਼ਾਰ ਸਾਲ ਹੱਸੀ ਜਾਂਦੇ ਅਤੇ ਕਈ ਵਾਰੀ ਚੁੱਪ ਸਤ ਚਿਤ ਆਨੰਦ ਵਿੱਚ ਹਜ਼ਾਰ ਹਜ਼ਾਰ ਸਾਲ ਲਈ ਮਗਨ ਹੋ ਰਹਿੰਦੇ। ਥੋੜੇ ਦਿਨਾਂ ਵਿੱਚ ਹੀ ਦਮਦਮੇ ਸਾਹਿਬ ਦੇ ਲੰਗਰ ਦਾ ਗੁਰਮਤਾ ਪੱਕਾ ਹੋ ਗਿਆ। ਸੰਤ ਜੀ ਮਹਾਰਾਜ ਵੱਲੋਂ 50,000 ਦਮੜਾ, 9 ਰੁਪਏ ਸੈਂਕੜਾ ਸਾਲਾਨਾ ਸੂਦ ਤੇ ਸਰਦਾਰ ਬਹਾਦਰ ਧਰਮ ਸਿੰਘ ਦੇ ਵਿਦਿਆ ਭੰਡਾਰ ਫੰਡ ਵਿੱਚ ਜਮ੍ਹਾਂ ਹੋ ਗਿਆ। ਨਾਲ ਹੀ ਇਹ ਗੱਲ ਤੈਅ ਪਾਈ ਕਿ ਜਦੋਂ ਕੋਈ ਜੋਗ ਜ਼ਮੀਨ ਦਮਦਮੇ ਸਾਹਿਬ ਦੇ ਨੇੜੇ ਬਰਸੇ ਨਾਲੀ ਤੇ ਜਾਂ ਕਿਸੇ ਹੋਰ ਪਿੰਡ ਵਿੱਚ ਲੱਭ ਜਾਏ, ਉਦੋਂ ਲੰਗਰ ਵਾਸਤੇ ਜ਼ਮੀਨ ਖਰੀਦੀ ਜਾਏ। ਤਦ ਤੀਕਰ ਸੂਦ 9 ਰੁਪਏ ਸੈਂਕੜਾ ਸਾਲਾਨਾ ਹੀ ਰਹੇ ਅਤੇ ਕਦੀ ਵੀ ਘਟਾਇਆ ਨਾ ਜਾਏ। ਬਰੋਲੀ ਤੋਂ ਚਿੱਤ ਉਪਰਾਮ ਹੋਣ ਤੇ ਸੰਤ ਜੀ ਮਹਾਰਾਜ ਨੇ ਧੌਲਪੁਰ ਆਉਣ ਦੀ ਤਿਆਰੀ ਕਰ ਲਈ। ਸਲਾਹ ਇਹ ਠਹਿਰੀ ਕਿ 1-2 ਦਿਨ ਧੌਲਪੁਰ ਵਿੱਚ ਰਹਿ ਕੇ ਦਿੱਲੀ ਪੁੱਜਿਆ ਜਾਏ ਅਤੇ ਉਥੋਂ ਮਾਲਵੇ ਦੇਸ਼ ਵਿੱਚ ਕੂਚ ਕੀਤਾ ਜਾਏ। ਬਰੋਲੀ ਦਾਸ ਦੇ ਸੱਜੇ ਹੱਥ ਤੇ ਲਾਹੌਰੀ ਸੋਰ ਨਿਕਲ ਪਿਆ। ਭਾਈ ਪ੍ਰੇਮ ਸਿੰਘ ਅਤੇ ਭਾਈ ਕਰਮ ਸਿੰਘ ਜੀ, ਜਿਹੜੇ ਕਿ ਸੰਤ ਜੀ ਮਹਾਰਾਜ ਦੇ ਜਥੇ ਵਿੱਚ ਕੁਝ ਹਿਕਮਤ ਜਾਣਦੇ ਸਨ, ਦਾਸ ਨੂੰ ਰੋਜ਼ ਆਖਣ ਲੱਗੇ ਕਿ ਭਾਈ ਜੇ ਇਸ ਦਾ ਇਲਾਜ ਨਾ ਕਰਾਇਆ ਤਾਂ ਹੱਥ ਕੱਟਣਾ ਪਵੇਗਾ। ਇਥੋਂ ਤੀਕਰ ਕੇ ਇੱਕ ਦਿਨ ਭਾਈ ਪ੍ਰੇਮ ਸਿੰਘ ਨੇ ਸੰਤ ਜੀ ਮਹਾਰਾਜ ਦੀ ਹਜ਼ੂਰੀ ਵਿੱਚ ਆਖ ਦਿੱਤਾ ਕਿ ਜੇ ਤੇਜਾ ਸਿੰਘ ਨੇ ਇਲਾਜ ਨਾ ਕਰਾਇਆ ਤਾਂ ਅਰਕ ਤੀਕਰ ਬਾਹਾਂ ਨੂੰ ਖਤਰਾ ਹੋ ਜਾਵੇਗਾ। ਭਾਵੇਂ ਦਾਸ ਨੂੰ ਭਾਸ ਚੁੱਕਾ ਸੀ ਕਿ ਆਤਮਾ ਹੈ, ਦੇਹ ਹੈ ਨਹੀਂ, ਪਰ ਇਹ ਅਜੇ ਪ੍ਰਪੱਕ ਨਹੀਂ ਸੀ ਹੋਈ। ਸਰੀਰ ਦਾ ਮੋਹ ਜਾਗ ਪਿਆ ਤੇ ਕੁਝ ਫਿਕਰਮੰਦ ਹੋ ਸਰਦਾਰ ਧਰਮ ਸਿੰਘ ਅਤੇ ਹੋਰ ਪ੍ਰੇਮੀਆਂ ਨੂੰ ਪੁੱਛਿਆ। ਪਤਾ ਲੱਗਾ ਕਿ ਲਾਹੌਰ ਡਾਕਟਰ ਰਘਬੀਰ ਸਿੰਘ ਇਸ ਫੋੜੇ ਦਾ ਸ਼ਰਤੀਆ ਇਲਾਜ ਕਰਦੇ ਹਨ ਅਤੇ 1 ਹਫ਼ਤੇ ਵਿੱਚ ਹੀ ਜੜ ਪੁੱਟ ਕੇ ਰੱਖ ਦਿੰਦੇ ਹਨ, ਪਰ ਉਹ ਦਵਾਈ ਪੱਟੀ ਆਪਣੇ ਹੱਥੀਂ ਹੀ ਕਰਦੇ ਹਨ। ਮਰਹਮ ਬਾਹਰ ਕਿਸੇ ਨੂੰ ਵੀ ਨਹੀਂ ਭੇਜਦੇ। ਚਿੱਤ ਵਿੱਚ ਖਿਆਲ ਦ੍ਰਿੜ ਹੋ ਗਿਆ ਕਿ ਜਦੋਂ ਸੰਤ ਜੀ ਮਹਾਰਾਜ ਬਰੋਲੀ ਤੋਂ ਤੁਰਨ ਆਗਿਆ ਲੈ ਲਾਹੌਰ ਇਲਾਜ ਲਈ ਪੁੱਜਿਆ ਜਾਵੇ। ਜਦ ਬਰੇਲੀ ਤੋਂ ਸੰਤ ਜੀ ਧੌਲਪੁਰ ਆਉਣ ਲਈ ਛੋਟੀ ਰੇਲ ਗੱਡੀ ਤੇ ਚੜ੍ਹੇ, ਤਦ ਦਾਸ ਨੇ ਰਸਤੇ ਵਿੱਚ ਇਲਾਜ ਲਈ ਲਾਹੌਰ ਜਾਣ ਦੀ ਆਗਿਆ ਮੰਗੀ। ਸੰਤ ਜੀ ਮਹਾਰਾਜ ਨੇ ਫਰਮਾਇਆ, ਭਾਈ ਇਹ ਤਾਂ ਕਵਾਰ ਕੰਦਲ ਬੰਨਣ ਨਾਲ ਹੀ ਵੱਲ ਹੋ ਜਾਵੇਗਾ। ਸਾਨੂੰ ਇੱਕ ਵਾਰੀ ਇੱਥੋਂ ਕੱਢ ਲਵੋ, ਫੇਰ ਲੋੜ ਪਈ ਤਾਂ ਇਲਾਜ ਦੇਖਿਆ ਜਾਏਗਾ।
ਪਰ ਦਾਸ ਦੇ ਹਿਰਦੇ ਵਿੱਚ ਨਿਕੰਮੇ ਸਰੀਰ ਦਾ ਮੋਹ ਜਾਗ ਚੁੱਕਾ ਸੀ। ਮਹਾਂਪੁਰਖਾਂ ਦੀ ਇਸ ਗੁੱਝੀ ਰਾਮਜ ਦੀ ਉਸ ਵੇਲੇ ਸਮਝ ਨਾ ਪਈ। ਫੇਰ ਛੁੱਟੀ ਲਈ ਬੇਨਤੀ ਕੀਤੀ। ਮਹਾਰਾਜ ਨੇ ਕਿਹਾ, ਚੰਗਾ ਹੋ ਆਓ, ਪਰ ਸਾਨੂੰ ਹੁਣ ਬਾਲੇਵਾਲ ਆ ਕੇ ਮਿਲਣਾ। ਅਸੀਂ ਦਿੱਲੀ ਤੋਂ ਸਿੱਧਾ ਉੱਥੇ ਆ ਕੇ ਮਿਲਾਂਗੇ। 8-10 ਦਿਨ ਮਗਰੋਂ ਡਾਕਟਰ ਰਘਬੀਰ ਸਿੰਘ ਦੇ ਇਲਾਜ ਨਾਲ ਫੋੜੇ ਦੀ ਜੜ ਪੁੱਟੀ ਗਈ ਅਤੇ ਉਹਨਾਂ ਨੇ ਇੱਕ ਦਵਾਈ ਨਾਲ ਦੇ ਦਿੱਤੀ ਕਿ ਕੁਝ ਦਿਨ ਇਸ ਦੀ ਪੱਟੀ ਕਰੀ ਜਾਣ। ਇਸ ਦੇ ਨਾਲ ਹੌਲੀ ਹੌਲੀ ਸਾਰਾ ਜ਼ਖਮ ਭਰ ਜਾਵੇਗਾ। ਦਵਾਈ ਲੈ ਦਾਸ ਸਿੱਧਾ ਬਾਲੇਵਾਲ ਪੁੱਜਾ ਅਤੇ ਇੱਥੇ ਸੋਹ ਪਈ ਕਿ ਸੰਤ ਜੀ ਮਹਾਰਾਜ ਨਾਲ ਕੀੜੇ ਦੀ ਖੇਲ ਵਰਤ ਗਈ ਹੈ, ਇਸ ਲਈ ਇੱਥੇ ਨਹੀਂ ਆ ਸਕੇ। ਇਹ ਗੱਲ ਸੰਗਰੂਰ ਦੇ ਇੱਕ ਪ੍ਰੇਮੀ ਦੀ ਜ਼ੁਬਾਨੀ ਸੰਗਤਾਂ ਵਿੱਚ ਫੈਲ ਗਈ। ਬਾਲੇਵਾਲ ਤੋਂ ਸਿੱਧਾ ਸੰਗਰੂਰ ਆਇਆ ਤੇ ਉਸ ਦਾ ਨਾਮ ਪਤਾ ਸੀ। ਸ੍ਰੀ ਗੁਰੂ ਸਿੰਘ ਸਭਾ ਤੋਂ ਪੁੱਛ ਕੇ ਉਸ ਦੇ ਘਰ ਆਇਆ। ਉਸ ਨੇ ਆਪਣਾ ਸਾਰਾ ਅੱਖੀਂ ਵੇਖਿਆ ਬਿਰਤਾਂਤ ਸੁਣਾ ਦਿੱਤਾ। ਇਹ ਸੁਣ ਦਾਸ ਨੂੰ ਅੰਨ ਪਾਣੀ ਹਰਾਮ ਹੋ ਗਿਆ। ਦਿੱਲੀ ਸ਼ਾਮ ਦੀ ਗੱਡੀ ਤੁਰਨ ਦਾ ਵਕਤ ਥੋੜਾ ਹੀ ਰਹਿ ਗਿਆ। ਟਾਂਗੇ ਚੜ੍ਹ ਸਟੇਸ਼ਨ ਤੇ ਪੁੱਜਾ। ਗੱਡੀ ਅੱਗੇ ਹੀ ਪਲੇਟਫਾਰਮ ਤੇ ਖੜੀ ਸੀ। ਛੇਤੀ ਛੇਤੀ ਟਿਕਟ ਲੈ ਵਾਹੋ ਦਾਹੀ ਗੱਡੀ ਵੱਲ ਭੱਜਿਆ। ਰਸਤੇ ਵਿੱਚ ਇੱਕ ਲੋਹੇ ਦੇ ਸਰੀਏ ਦੇ ਬੰਡਲ ਨਾਲ ਪੈਰ ਅਟਕਿਆ। ਸਰੀਰ ਨੇ ਸਖਤ ਠੋਕਰ ਖਾਧੀ। ਮਸਾਂ ਹੀ ਸਿਰ ਪਲੇਟਫਾਰਮ ਦੇ ਪੱਥਰ ਨਾਲ ਵੱਜ ਕੇ ਪਾਟਣ ਤੋਂ ਬਚਿਆ। ਪਤਾ ਨਹੀਂ ਕਰਤਾਰ ਨੇ ਕਿਉਂ ਰੱਖ ਲਿਆ, ਨਹੀਂ ਤਾਂ ਇਸ ਨਕਾਰੇ ਸਰੀਰ ਨੂੰ ਮਹਾਂਪੁਰਖਾਂ ਦੀ ਹੁਕਮ ਅਦੂਲੀ ਅਤੇ ਇਸ਼ਾਰਾ ਨਾ ਸਮਝਣ ਦਾ ਫਲ ਉੱਥੇ ਹੀ ਮਿਲ ਜਾਣਾ ਸੀ। ਪਰ ਸਰੀਰ ਸੰਭਲ ਗਿਆ ਤੇ ਬੂਹਾ ਖੋਲ ਗੱਡੀ ਵਿੱਚ ਚੜ੍ਹ ਬੈਠਾ। ਗੱਡੀ ਚੀਕ ਮਾਰ ਚੁੱਕੀ ਸੀ ਅਤੇ ਗਾਰਡ ਨੇ ਸੀਟੀ ਵਜਾ ਝੰਡੀ ਦੇ ਦਿੱਤੀ। ਗੱਡੀ ਉਸੇ ਵੇਲੇ ਤੁਰ ਪਈ ਅਤੇ ਦੂਜੇ ਦਿਨ ਅੰਮ੍ਰਿਤ ਵੇਲੇ ਜਾਖਲ ਬਦਲ ਕੇ 8 ਵਜੇ ਸਵੇਰੇ ਦਿੱਲੀ ਪੁੱਜ ਗਈ। ਇਥੋਂ ਗੱਡੀ ਉੱਤਰ ਟਾਂਗੇ ਚੜ੍ਹ ਸਿੱਧਾ ਸਰਦਾਰ ਬਹਾਦਰ ਧਰਮ ਸਿੰਘ ਦੀ ਕੋਠੀ ਆਇਆ। ਪੌੜੀਆਂ ਚੜ੍ਹ ਦੇਖਿਆ ਕਿ ਸੰਤ ਜੀ ਮਹਾਰਾਜ ਦੇ ਸੱਜੇ ਪੈਰ ਤੇ ਪੱਟੀ ਬੰਨੀ ਹੋਈ ਹੈ। ਚਿਹਰਾ ਕੁਝ ਪੀਲਾ ਸਫੈਦੀ ਮਾਇਲ ਹੋ ਗਿਆ ਹੈ ਅਤੇ ਹੋਠਾਂ ਤੇ ਥੋੜੀ ਥੋੜੀ ਸਿਕਰੀ ਆਈ ਹੋਈ ਹੈ। ਚਿੱਤ ਨੇ ਆਪਣੇ ਆਪ ਨੂੰ ਧਿਰਕਾਰ ਕੀਤਾ ਕਿ ਤੂੰ ਕਿਉਂ ਇਸ਼ਾਰਾ ਨਾ ਮੰਨਿਆ। ਝੱਟ ਨਿਮਾਣਾ ਹੋ ਕੇ ਸੰਤ ਜੀ ਮਹਾਰਾਜ ਦੇ ਚਰਨਾਂ ਤੇ ਟਹਿ ਪਿਆ। ਜਦ ਦਾਸ ਨਮਸਕਾਰ ਕਰਕੇ ਉੱਠਿਆ ਤਦ ਸੰਤ ਜੀ ਨੇ ਬੜੇ ਪ੍ਰੇਮ ਅਤੇ ਦਰਦ ਨਾਲ ਪੁੱਛਿਆ, ਭਾਈ ਤੇਜਾ ਸਿੰਘ, ਹੱਥ ਚੰਗਾ ਹੋ ਗਿਆ ਹੈ? ਮਹਾਂਪੁਰਖਾਂ ਦੇ ਉਦਾਰਤਾ ਅਤੇ ਪ੍ਰੇਮ ਦੇ ਬਚਨ ਸੁਣ ਦਾਸ ਉੱਥੇ ਹੀ ਮਰ ਗਿਆ ਅਤੇ ਫੇਰ ਉੱਠਣ ਜੋਗਾ ਨਾ ਰਿਹਾ। ਕਬੀਰ ਸਤਿਗੁਰ ਸੂਰਮੇ ਬਾਹਿਆ ਬਾਣ ਜੋ ਏਕ, ਲਾਗਤ ਹੀ ਭੋਏ ਗਿਰ ਭਰਿਆ ਪਰਾ ਕਰੇ ਜੇ ਛੇਕ। ਸੱਪ ਦੀ ਖੇਲ। ਰਾਤ ਦੇ ਸਮੇਂ ਜਿਸ ਵੇਲੇ ਸੰਤ ਜੀ ਮਹਾਰਾਜ ਕੋਠੇ ਤੇ ਬਿਰਾਜਣ ਲਈ ਗਏ ਤਦ ਦਾਸ ਵੀ ਚਰਨਾਂ ਵਿੱਚ ਹਾਜ਼ਰ ਹੋਇਆ। ਹੱਥ ਜੋੜ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਹਜੂਰ ਨੇ ਇਹ ਖੇਲ ਕਿਸ ਤਰ੍ਹਾਂ ਵਰਤਾਈ? ਸੰਤ ਜੀ ਮਹਾਰਾਜ ਨੇ ਸਾਰੀ ਵਿਥਿਆ ਖੋਲ ਸੁਣਾਈ। ਭਾਈ ਸ਼ਾਮ ਦੇ ਵਕਤ ਬੰਗਲੇ ਸਾਹਿਬ ਦੀਵਾਨ ਸਜਿਆ। ਭਾਦਰੋਂ ਦੀ ਰੁੱਤ ਦੇ ਹੁੱਸੜ ਕਰਕੇ ਵਿਹੜੇ ਵਿੱਚ ਦਰੀਆਂ ਵਿਛਾਈਆਂ ਗਈਆਂ ਸਨ। ਇੱਕ ਥੜੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਹੋਇਆ। ਇਹ ਥੜਾ ਕਈ ਜਗ੍ਹਾ ਤੋਂ ਟੁੱਟਾ ਹੋਇਆ ਸੀ। ਜਿਸ ਵੇਲੇ ਦੀਵਾਨ ਦੇ ਭੋਗ ਦੇ ਮਗਰੋਂ ਅਰਦਾਸਾ ਹੋਇਆ, ਅਸੀਂ ਸੱਚੇ ਪਾਤਸ਼ਾਹ ਦੀ ਅਰਦਲ ਵਿੱਚ ਖੜੇ ਹੋ ਗਏ। ਅਰਦਾਸੇ ਮਗਰੋਂ ਜਦ ਦੂਜੀ ਵਾਰੀ ਤਾਬੇ ਬੈਠੇ ਤਦ ਸਾਨੂੰ ਕੁਝ ਕੰਡਾ ਜਿਹਾ ਚੁੱਭਿਆ ਭਾਸਿਆ। ਅਸੀਂ ਹੱਥ ਨਾਲ ਟੋਹਿਆ, ਨਾ ਕੋਈ ਕੰਡਾ ਸੀ ਨਾ ਹੀ ਕੋਈ ਪੱਥਰ। ਫੇਰ ਮੋਟਰ ਚੜ੍ਹ ਅਸੀਂ ਡੇਰੇ ਆਏ। ਜਿਸ ਵੇਲੇ ਪੌੜੀਆਂ ਚੜ੍ਹ ਰਹੇ ਸੀ ਸਿਰ ਵਿੱਚ ਚੱਕਰ ਆਉਣ ਲੱਗ ਪਏ। ਪ੍ਰਸ਼ਾਦ ਛਕਣ ਨੂੰ ਚਿੱਤ ਨਾ ਕਰੇ। ਅਸੀਂ ਸੰਗਤ ਨੂੰ ਆਖਿਆ ਕਿ ਤੁਸੀਂ ਪ੍ਰਸ਼ਾਦ ਛਕੋ, ਸਾਨੂੰ ਲੋੜ ਨਹੀਂ। ਕੋਠੇ ਤੇ ਆ ਕੇ ਬਿਸਤਰੇ ਤੇ ਲੇਟ ਗਏ। 10 ਕੁ ਵਜੇ ਜਦ ਅਸੀਂ ਪਿਸ਼ਾਬ ਕਰਨ ਲਈ ਉੱਠੇ ਤਦ ਨੰਗੇ ਪੈਰੀ ਕੋਠੇ ਦੇ ਫਰਸ਼ ਤੇ ਬੈਠੇ ਇੱਕ ਛਾਲਾ ਜਿਹਾ ਫੁੱਟ ਗਿਆ ਤੇ ਸੱਜੇ ਪੈਰ ਦਾ ਸਾਰਾ ਪੱਬ ਗਿੱਲਾ ਹੋ ਗਿਆ। ਉਸੇ ਵੇਲੇ ਅਸੀਂ ਇੱਕ ਆਵਾਜ਼ ਭਾਈ ਕਰਮ ਸਿੰਘ ਨੂੰ ਦਿੱਤੀ ਅਤੇ ਉਸ ਨੂੰ ਸਭ ਕੁਝ ਦਿਖਾਇਆ। ਇਸ ਤੋਂ ਪਹਿਲਾਂ ਅਸਾਂ ਕਿਸੇ ਨੂੰ ਕੁਝ ਵੀ ਨਹੀਂ ਸੀ ਆਖਿਆ ਤਾਂ ਕਿ ਸੰਗਤ ਘਾਬਰ ਨਾ ਜਾਵੇ। ਜਦ ਕਰਮ ਸਿੰਘ ਨੇ ਪੱਬ ਤੇ ਇੱਕ ਫੁੱਟਿਆ ਹੋਇਆ ਛਾਲਾ ਤੇ ਗਿੱਲ ਦੇਖੀ
ਤਦ ਉਸਨੇ ਆਖਿਆ, ਮਹਾਰਾਜ ਜੀ, ਇਹ ਤੇ ਆਪ ਨੂੰ ਸੱਪ ਛੋਹ ਗਿਆ ਹੈ। ਉਸੇ ਵੇਲੇ ਖਬਰ ਕਰਨ ਤੋਂ ਪਤਾ ਲੱਗਾ ਕਿ ਸਰਦਾਰ ਧਰਮ ਸਿੰਘ ਦਾ ਇੱਕ ਸੇਵਾਦਾਰ ਸੱਪ ਦਾ ਇਲਾਜ ਜਾਣਦਾ ਹੈ। ਉਸ ਨੂੰ ਸੱਦ ਭੇਜਿਆ। ਉਸਨੇ ਸਾਨੂੰ ਰੀਠਿਆਂ ਦੇ ਫੋਲਕ ਛਕਾਏ ਅਤੇ ਆਪਣਾ ਹੋਰ ਉਪਾਅ ਵੀ ਕੀਤਾ। ਚੱਕਰ ਵੀ ਦੂਰ ਹੋ ਗਿਆ ਤੇ ਸਰੀਰ ਵਿੱਚ ਵੀ ਸੁੱਖ ਆ ਗਿਆ। ਦਿਨ ਚੜ੍ਹੇ। ਜਦ ਸਰਦਾਰ ਧਰਮ ਸਿੰਘ ਅਤੇ ਹੋਰ ਪ੍ਰੇਮੀਆਂ ਨੂੰ ਪਤਾ ਲੱਗਾ ਤਾਂ ਸਭ ਨੇ ਆਖਿਆ ਕਿ ਮਹਾਰਾਜ ਜੀ, ਇਹ ਪ੍ਰੇਮੀ ਕੀ ਜਾਣਦਾ ਹੈ, ਕਿਸੇ ਡਾਕਟਰ ਪਾਸੋਂ ਇਲਾਜ ਕਰਾਓ। ਸਾਧ ਸੰਗਤ ਦਾ ਬਚਨ ਮੰਨ ਅਸਾਂ ਆਖਿਆ, ਅੱਛਾ ਭਾਈ, ਤੁਹਾਡੀ ਮਰਜ਼ੀ। ਉਸ ਵੇਲੇ ਸਿੱਖ ਡਾਕਟਰ ਸੱਦਿਆ ਗਿਆ ਅਤੇ ਫਿਰ ਉਹ ਆਪਣੇ ਨਾਲ ਇੱਕ ਗੋਰਾ ਸਿਵਲ ਸਰਜਨ ਲੈ ਆਇਆ। ਸਾਰੇ ਆਖਣ ਲੱਗ ਪਏ ਕਿ ਸੱਪ ਸੁੱਪ ਕੋਈ ਨਹੀਂ, ਇਹ ਤਾਂ ਦਿੱਲੀ ਵਿੱਚ ਇੱਕ ਕੀੜਾ ਹੁੰਦਾ ਹੈ, ਉਹ ਲੜ ਗਿਆ ਹੈ। ਲੱਗੇ ਛਾਲੇ ਤੇ ਪਲਸਤਰ ਲਾਣ। ਇੱਕ ਥਾਂ ਪਲਸਤਰ ਲਾਣ ਤੇ ਛਾਲਾ ਦੂਜੀ ਥਾਂ ਹੋ ਜਾਵੇ, ਉਸ ਨੂੰ ਫੇਰ ਕੱਟ ਕੇ ਪਲਸਤਰ ਲਾਣ ਤੇ ਛਾਲਾ ਤੀਜੀ ਥਾਂ ਹੋਰ ਚਲਾ ਜਾਏ। ਹਾਰ ਕੇ ਸੰਗਤ ਨੇ ਇੱਕ ਸੱਪ ਰੱਖਣ ਵਾਲੇ ਨੂੰ, ਜਿਹੜਾ ਕਿ ਆਪਣੀ ਇਸ ਵਿਦਿਆ ਦੇ ਬਲ ਨਾਲ ਅੰਗਰੇਜ਼ਾਂ ਦੇ ਦੇਸ਼ਾਂ ਵਿੱਚ ਫਿਰ ਆਇਆ ਸੀ, ਸੱਦਿਆ। ਉਸ ਨੇ ਆਉਂਦਿਆਂ ਹੀ ਸੱਪ ਮਣਕਿਆਂ ਨਾਲ ਆਪਣੀ ਪ੍ਰੀਖਿਆ ਕੀਤੀ। ਇੱਕ ਮਣਕਾ ਉੱਡ ਕੇ ਛਾਲੇ ਤੇ ਚੰਬੜ ਗਿਆ ਅਤੇ ਬੜਾ ਫੁੱਲ ਗਿਆ। ਜਦ ਸੱਪਾਂ ਵਾਲੇ ਪ੍ਰੇਮੀ ਨੇ ਇਹਨੂੰ ਲਾਹਿਆ ਤੇ ਘੁੱਟਿਆ, ਇਹਦੇ ਵਿੱਚੋਂ ਕੁਝ ਪੀਲਾ ਜਿਹਾ ਪਾਣੀ ਨਿਕਲਿਆ। ਆਪਣੀ ਪ੍ਰੀਖਿਆ ਪੂਰੀ ਕਰਕੇ ਇਸ ਪ੍ਰੇਮੀ ਨੇ ਆਖਿਆ, ਆਪ ਨੂੰ ਸੰਗਚੂਰ ਸਰਪ ਲੜ ਗਿਆ ਹੈ, ਇਹਦਾ ਇਲਾਜ ਸ਼ੁਰੂ ਹੋ ਗਿਆ ਹੈ। ਸਾਨੂੰ ਉਸ ਨਾਲ ਬਹੁਤ ਆਰਾਮ ਆਇਆ। ਜਿਸ ਵੇਲੇ ਦਾਸ ਪੁੱਜਾ, ਇਸ ਸੱਪਾਂ ਵਾਲੇ ਪ੍ਰੇਮੀ ਦਾ ਇਲਾਜ ਜਾਰੀ ਸੀ। ਇਹ ਹਰ ਰੋਜ਼ ਸਵੇਰੇ ਸ਼ਾਮ ਆਉਂਦਾ ਤੇ ਆਪਣੀ ਹੱਥੀਂ ਦਵਾਈ ਲਾ ਕੇ ਪੱਟੀ ਕਰਦਾ। ਇੱਕ ਦਵਾਈ ਖਾਣ ਵਾਸਤੇ ਵੀ ਦਿੰਦਾ। 4-5 ਦਿਨ ਮਗਰੋਂ ਇਸ ਨੇ ਆਖਿਆ ਕਿ ਪਲਸਤਰਾਂ ਨਾਲ ਪੈਰ ਵਿੱਚ ਜ਼ਖਮ ਖਾਸਾ ਫੈਲ ਗਿਆ ਹੈ, ਥੋੜਾ ਜਿਹਾ ਚੀਰਾ ਦੇ ਕੇ ਇਹਦੇ ਵਿੱਚੋਂ ਜ਼ਹਿਰੀਲਾ ਮਾਦਾ ਕੱਢਣ ਦੀ ਲੋੜ ਹੈ। ਮੈਂ ਕੱਲ ਸਵੇਰੇ ਆਪਣੇ ਨਸ਼ਤਰ ਲਿਆਵਾਂਗਾ ਅਤੇ ਚੀਰਾ ਦੇਵਾਂਗਾ। ਜਦ ਇਹ ਗੱਲ ਸਰਦਾਰ ਧਰਮ ਸਿੰਘ ਅਤੇ ਹੋਰ ਪ੍ਰੇਮੀਆਂ ਨੇ ਸੁਣੀ ਤਾਂ ਸਾਰੇ ਕਹਿਣ ਲੱਗ ਪਏ ਕਿ ਸੱਪਾਂ ਦਾ ਚੀਰਨ ਦਾ ਕੀ ਕੰਮ ਜਾਣਦਾ ਹੈ। ਚੀਰਾ ਕਿਸੇ ਚੰਗੇ ਡਾਕਟਰ ਪਾਸੋਂ ਦਿਵਾਉਣਾ ਚਾਹੀਦਾ ਹੈ। ਚੰਗਾ ਭਲਾ ਸਾਰੇ ਦੇਖ ਚੁੱਕੇ ਸਨ ਕਿ ਡਾਕਟਰ ਦੇ ਇਲਾਜ ਨਾਲ ਛਾਲੇ ਵਧੀ ਗਏ ਅਤੇ ਚਰਨ ਦੀ ਦਸ਼ਾ ਖਰਾਬ ਹੁੰਦੀ ਗਈ ਅਤੇ ਹੁਣ ਇਸ ਪ੍ਰੇਮੀ ਦੇ ਇਲਾਜ ਨਾਲ ਬਹੁਤ ਆਰਾਮ ਹੈ। ਪਰ ਮਗਰਬੀ ਤਹਿਜੀਬ ਦੇ ਅਸਰ ਨੇ ਸਾਰਿਆਂ ਨੂੰ ਦੱਬ ਲਿਆ। ਘਰ ਦਾ ਜੋਗੀ ਜੋਗੜਾ, ਬਾਹਰ ਦਾ ਜੋਗੀ ਸਿੱਧ। ਵਿਚਾਰਾ ਹਕੀਮ ਆਪਣੇ ਨਸਤਰ ਸ਼ਸਤਰ ਤਿਆਰ ਹੀ ਕਰਦਾ ਰਹਿ ਗਿਆ। ਇਹਨਾਂ ਸਾਰਿਆਂ ਮਗਰਬੀ ਤਹਿਜੀਬ ਦੇ ਬੱਧਿਆਂ ਨੇ ਝੱਟ ਇੱਕ ਬੰਗਾਲੀ ਡਾਕਟਰ ਮਿੱਤਰਾਂ ਨੂੰ ਸੱਦ ਲਿਆ। ਸੰਤ ਜੀ ਮਹਾਰਾਜ ਦੇ ਅੱਗੇ ਬਿਠਾਇਆ। ਸੰਤ ਜੀ ਮਹਾਰਾਜ ਨੇ, ਜਿਨ੍ਹਾਂ ਨੂੰ ਆਪਣੇ ਸਰੀਰ ਨਾਲ ਕੋਈ ਵੀ ਪਕੜ ਨਹੀਂ ਸੀ, ਚਰਨ ਡਾਕਟਰ ਦੇ ਸਾਹਮਣੇ ਕਰ ਦਿੱਤਾ। ਜ਼ਹਿਰ ਦਾ ਮਾਦਾ ਤਾਂ ਕੀ ਕੱਢਣਾ ਸੀ। ਇਸ ਭਲੇ ਲੋਕ ਨੇ ਪੈਰ ਵਿੱਚ ਆਰ ਪਾਰ ਛੇਕ ਕਰ ਦਿੱਤਾ। ਸਰਦਾਰ ਸੁੰਦਰ ਸਿੰਘ ਧੂਪੀਆ ਦੀ ਜ਼ੁਬਾਨੀ ਉਹਨਾਂ ਦੇ ਅੱਖਰਾਂ ਵਿੱਚ ਇਸ ਸਮੇਂ ਦੀ ਵਾਰਤਾ ਹੇਠਾਂ ਦਰਜ ਕੀਤੀ ਜਾਂਦੀ ਹੈ। ਜਦ ਅੰਤਲੇ ਦਿਨਾਂ ਵਿੱਚ ਸੰਤ ਜੀ ਮਹਾਰਾਜ ਸਰਪ ਦੇ ਕੱਟਣ ਕਰਕੇ ਸਰਦਾਰ ਬਹਾਦਰ ਧਰਮ ਸਿੰਘ ਜੀ ਦੇ ਗ੍ਰਹਿ ਵਿਖੇ ਪ੍ਰਵੇਸ਼ ਕਰ ਰਹੇ ਸਨ, ਇੱਕ ਡਾਢਾ ਅਚਰਜ ਕੌਤਕ ਮੇਰੇ ਦੇਖਣ ਵਿੱਚ ਆਇਆ। ਡਾਇਬਟੀਜ਼ ਹੋਣ ਕਾਰਨ ਸੰਤਾਂ ਦਾ ਜ਼ਖਮ ਕੁਝ ਵੱਧਦਾ ਜਾਂਦਾ ਸੀ। ਇੱਕ ਦਿਨ ਡਾਕਟਰ ਰਣਬੀਰ ਸਿੰਘ ਅਤੇ ਡਾਕਟਰ ਮਿੱਤਰਾ ਨੇ ਆਖਿਆ ਕਿ ਅਸਾਂ ਦੂਰ ਤੀਕਰ ਤੁਹਾਡਾ ਜ਼ਖਮ ਸਾਫ਼ ਕਰਨਾ ਹੈ। ਆਪ ਨੂੰ ਖੇਚਲ ਬਹੁਤ ਹੋਣੀ ਹੈ, ਆਗਿਆ ਕਰੋ ਤਾਂ ਸ਼ੀਸ਼ੀ ਸੁੰਘਾ ਲਈਏ। ਸੰਤ ਜੀ ਨੇ ਫਰਮਾਇਆ ਕਿ ਸਰੀਰ ਨੂੰ ਤਾਂ ਖੇਦ ਹੋਣਾ ਹੀ ਹੈ, ਮਨ ਆਤਮਾ ਨੂੰ ਨਾ ਹੋਵੇ। ਤੁਸੀਂ ਨਿਰਸੰਦੇਹ ਸਰੀਰ ਨਾਲ ਜਿਵੇਂ ਚਾਹੋ ਕਰ ਲਵੋ, ਸ਼ੀਸ਼ੀ ਦੀ ਲੋੜ ਨਹੀਂ। ਅਸੀਂ ਪੂਰੇ ਸੁਖੀ ਹਾਂ। ਦੋਹਾਂ ਡਾਕਟਰਾਂ ਨੇ ਕਰੀਬਨ 1.5 ਘੰਟਾ ਲਾਇਆ। ਸੰਤਾਂ ਉਫ ਨਹੀਂ ਕੀਤੀ। ਅੱਖਾਂ ਮੀਟ ਕੇ ਉਸੇ ਤਰ੍ਹਾਂ ਦਗ-ਦਗ ਚਿਹਰੇ ਬਿਰਾਜੇ ਰਹੇ। ਕੋਈ ਚੀਰ ਫਾੜ ਜਾਂ ਦਰਦ ਕਰਕੇ ਸੀ ਵੀ ਨਹੀਂ ਉਤਰੀ।
ਜਦ ਇਹ ਡਾਕਟਰ ਪੱਟੀ ਬੰਨ ਚੁੱਕੇ ਤਾਂ ਉਹਨਾਂ ਕਿਹਾ, ਮਹਾਰਾਜ ਆਪ ਨੂੰ ਤਾਂ ਖੇਚਲ ਤਾਂ ਬੜੀ ਹੋਈ ਹੋਵੇਗੀ, ਪਰ ਹੋਰ ਕੋਈ ਚਾਰਾ ਨਹੀਂ ਸੀ। ਇਹ ਸੁਣ ਕੇ ਸੰਤ ਜੀ ਮਹਾਰਾਜ ਨੇ ਫਰਮਾਇਆ ਕਿ ਸਰੀਰ ਸਾਧ ਸੰਗਤ ਦਾ ਹੈ, ਜਿਸ ਤਰ੍ਹਾਂ ਚਾਹੇ ਕਰੋ, ਸਾਨੂੰ ਤਾਂ ਖੇਦ ਨਹੀਂ ਹੋਇਆ, ਪਰ ਸਰੀਰ ਜੋ ਹੋਇਆ ਇਸ ਨੂੰ ਤਾਂ ਖੇਦ ਹੋਣਾ ਹੀ ਸੀ। ਮੈਂ ਇਹ ਬਚਨ ਸੁਣ ਕੇ ਦਰਵੀਭੂਤ ਹੋ ਗਿਆ ਸਾਂ। ਸੰਤ ਜੀ ਮਹਾਰਾਜ ਨੇ ਮੈਨੂੰ ਆਗਿਆ ਕੀਤੀ, ਭਾਈ ਸਾਵਧਾਨ ਹੋ, ਸਭ ਸੁਖ ਹੀ ਹੈ। ਦੁਖ ਨਾਹੀ ਸਭ ਸੁਖ ਹੀ ਹੈ ਰੇ, ਏਕੈ ਏਕੀ ਨੇਤੈ, ਬੁਰਾ ਨਹੀਂ ਸਭ ਭਲਾ ਹੀ ਹੈ ਰੇ, ਹਾਰ ਨਹੀਂ ਸਭ ਜੀਤੈ। ਡਾਕਟਰ ਚੀਰਾ ਦੇ ਕੇ ਚਲੇ ਗਏ ਅਤੇ ਸੰਗਤ ਵੀ ਘਰੋਂ ਘਰੀ ਤੁਰ ਗਈ। ਤਾਂ ਸੰਤ ਜੀ ਮਹਾਰਾਜ ਨੇ ਆਪਣੇ ਸੇਵਕਾਂ ਨੂੰ ਆਖਿਆ, ਭਾਈ ਅੱਜ ਕੱਲ ਸਾਧੂਆਂ ਨੂੰ ਕੌਣ ਸਧਾਰਨ ਇਲਾਜ ਕਰਨ ਦਿੰਦਾ ਹੈ। ਇਹੋ ਜਿਹੇ ਖੇਦ ਤਾਂ ਜਲ ਬੰਗਰੇ ਨਾਲ ਦੂਰ ਹੋ ਜਾਂਦੇ ਹਨ। ਫੇਰ ਦਾਸ ਨੂੰ ਇਕਾਂਤ ਵਿੱਚ ਹੁਕਮ ਕੀਤਾ ਕਿ ਜਿਸ ਤਰ੍ਹਾਂ ਹੋ ਸਕੇ ਸਾਨੂੰ ਇੱਥੋਂ ਛੇਤੀ ਕੱਢੋ ਅਤੇ ਬਾਲੇਵਾਲ ਪਹੁੰਚਾ ਦੇਵੋ। ਸੰਤ ਜੀ ਮਹਾਰਾਜ ਦਾ ਇਹ ਆਸ਼ਾ ਸਮਝ ਦਾਸ ਨੇ ਸਰਦਾਰ ਧਰਮ ਸਿੰਘ ਨਾਲ ਦਿੱਲੀ ਤੋਂ ਤੁਰਨ ਦਾ ਗੁਰਮਤਾ ਕਰ ਲਿਆ ਅਤੇ ਲੁਧਿਆਣੇ ਦੇ ਸਰਦਾਰ ਬਸ਼ੇਸ਼ਰ ਸਿੰਘ ਐਮਏ ਨੂੰ, ਜਿਹੜੇ ਉਹਨਾਂ ਦਿਨਾਂ ਵਿੱਚ ਉੱਥੇ ਮੋਟਰਾਂ ਦਾ ਕੰਮ ਕਰਦੇ ਸੀ, ਚਿੱਠੀ ਪਾ ਦਿੱਤੀ ਕਿ ਫਲਾਣੇ ਦਿਨ ਫਲਾਨੀ ਗੱਡੀ ਸੰਤ ਜੀ ਮਹਾਰਾਜ ਲੁਧਿਆਣੇ ਪੁੱਜ ਰਹੇ ਹਨ, ਤੁਸੀਂ ਸਟੇਸ਼ਨ ਤੇ ਮੋਟਰ ਲੈ ਕੇ ਆ ਜਾਣਾ। ਇੱਥੋਂ ਸਿੱਧਾ ਮਹਾਰਾਜ ਜੀ ਨੂੰ ਬਾਲੇਵਾਲ ਲੈ ਜਾਣਾ ਹੈ। ਨਿਯਤ ਦਿਨ ਗੱਡੀ ਚੜ੍ਹ ਲੁਧਿਆਣੇ ਪੁੱਜੇ। ਉੱਥੋਂ ਮੋਟਰ ਤੇ ਸਵਾਰ ਹੋ ਕੇ ਬਾਲੇਵਾਲ ਆ ਗਏ ਅਤੇ ਸੁਤੰਤਰਤਾ ਵਿੱਚ ਪਹੁੰਚ ਕੇ ਬੜੇ ਹੀ ਆਨੰਦ ਹੋਏ। ਕਾਂਡ 51ਵਾਂ। ਬਿਲਾਵਲ ਮਹੱਲਾ ਪੰਜਵਾ। ਲਾਲ ਰੰਗ ਤਿਸ ਕਉ ਲੱਗਾ, ਜਿਸ ਕੇ ਵਡ ਭਾਗਾ, ਮੈਲਾ ਕਦੇ ਨ ਹੋਵਈ, ਨਹਿ ਲਾਗੈ ਦਾਗਾ। ਪ੍ਰਭ ਪਾਇਆ ਸੁਖ ਦਾਈਆ, ਮਿਲਿਆ ਸੁਖ ਭਾਇ, ਸਹਿਜ ਸਮਾਨਾ ਭੀਤਰੇ, ਛੋੜਿਆ ਨਹਿ ਜਾਇ। ਰਹਾਉ ਜਰਾ ਮਰਾ ਨਹਿ ਵਿਆਪਈ, ਫਿਰ ਦੁਖ ਨਾ ਪਾਇਆ। ਪੀ ਅੰਮ੍ਰਿਤ ਆਗਾਨਿਆ, ਗੁਰ ਅਮਰ ਕਰਾਇਆ। ਸੋ ਜਾਣੈ ਜਿਨ ਚਾਖਿਆ, ਹਰ ਨਾਮ ਅਮੋਲਾ। ਕੀਮਤ ਕਹੀ ਨਾ ਜਾਈਐ, ਕਿਆ ਕਹਿ ਮੁਖ ਬੋਲਾ। ਸਫਲ ਦਰਸ ਤੇਰਾ ਪਾਰ ਬ੍ਰਹਮ, ਗੁਣ ਨਿਧ ਤੇਰੀ ਬਾਣੀ। ਪਾਵੋ ਧੂਰ ਤੇਰੇ ਦਾਸ ਕੀ, ਨਾਨਕ ਕੁਰਬਾਨੀ। ਸੰਤ ਜੀ ਮਹਾਰਾਜ ਦੇ ਬਾਲੇਵਾਲ ਪੁੱਜਣ ਦੀ ਸੋ ਸਾਰੇ ਇਲਾਕੇ ਵਿੱਚ ਫੈਲ ਗਈ। ਗੁਰਸਾਗਰ ਸਾਹਿਬ ਤੋਂ ਕਈ ਪ੍ਰੇਮੀ ਅਸਥਾਨ ਦੀ ਦਰਦਨਾਕ ਹਾਲਤ ਵਰਣਨ ਕਰਨ ਲਈ ਵੀ ਆ ਪੁੱਜੇ। ਇਹਨਾਂ ਦੀ ਸਾਰੀ ਵਿਥਿਆ ਸੁਣ ਕੇ ਸੰਤ ਜੀ ਮਹਾਰਾਜ ਦੇ ਮੁਖਾਰਬਿੰਦ ਤੋਂ ਇਹ ਬਚਨ ਨਿਕਲਿਆ, ਭਾਈ ਇਸ ਵੇਲੇ ਮਸਤੂਆਨਾ ਬੁੱਚੜਖਾਨਾ ਬਣ ਗਿਆ ਹੈ। ਹਾਲਤ ਨੂੰ ਸੁਧਾਰਨ ਹਿੱਤ ਸੰਤ ਜੀ ਮਹਾਰਾਜ ਨੇ ਦਾਸ ਨੂੰ ਦੂਜੀ ਵਾਰ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੋਰ ਸਿੱਖ ਆਗੂਆਂ ਪਾਸ ਯਤਨ ਕਰਨ ਲਈ ਭੇਜਿਆ, ਤਾਂ ਕਿ ਉਹ ਆ ਕੇ ਅਕਾਲ ਕਾਲਜ ਦੀ ਵਾਗਡੋਰ ਆਪਣੇ ਹੱਥ ਵਿੱਚ ਲੈ ਲੈਣ ਅਤੇ ਪ੍ਰਬੰਧ ਦਾ ਸੁਧਾਰ ਕਰਨ। ਦਾਸ ਅੰਮ੍ਰਿਤਸਰ ਸਾਹਿਬ ਮਾਸਟਰ ਤਾਰਾ ਸਿੰਘ ਨੂੰ ਮਿਲਿਆ ਅਤੇ ਇਹਨਾਂ ਨੂੰ ਸੰਤ ਜੀ ਮਹਾਰਾਜ ਪਾਸ ਆ ਕੇ ਗੁਰਮਤਾ ਕਰਨ ਦੀ ਪ੍ਰੇਰਨਾ ਕੀਤੀ, ਪਰ ਇਹਨਾਂ ਨੇ ਆਪਣੀ ਮਜਬੂਰੀ ਦੱਸ ਕੇ ਸਮੇਂ ਨੂੰ ਨਾ ਸੰਭਾਲਿਆ। ਫੇਰ ਦਾਸ ਲਾਹੌਰ ਸਰਦਾਰ ਸਰਦੂਲ ਸਿੰਘ ਕਵੀਸ਼ਰ ਪਾਸ ਗਿਆ। ਉਹਨਾਂ ਨੇ ਆਖਿਆ ਕਿ ਅਸੀਂ ਜ਼ਰੂਰ ਫਲਾਣੀ ਤਰੀਕ ਨੂੰ ਸੰਤ ਜੀ ਮਹਾਰਾਜ ਦੇ ਦਰਸ਼ਨ ਕਰਨ ਲਈ ਪਹੁੰਚਾਂਗੇ। ਲਾਹੌਰ ਤੋਂ ਮੁੜਦੀ ਵਾਰੀ ਫਿਰ ਦਾਸ ਅੰਮ੍ਰਿਤਸਰ ਸਾਹਿਬ ਇੱਕ ਦਿਨ ਲਈ ਠਹਿਰਿਆ। ਸ਼ਾਮ ਦੇ ਵੇਲੇ ਦਾਸ ਭਾਈ ਦੀਦਾਰ ਸਿੰਘ ਅਤੇ ਦੋ ਹੋਰ ਸੱਜਣ ਰਾਮ ਬਾਗ ਵਿੱਚੋਂ ਜਾ ਰਹੇ ਸੀ ਕਿ ਅੱਗੋਂ ਸਾਨੂੰ ਗੁਰਬਖਸ਼ ਸਿੰਘ, ਅੱਜ ਕੱਲ ਸੰਤ ਗੁਰਬਖਸ਼ ਸਿੰਘ ਮਸਤਾਨਾ, ਹਜੂਰ ਸਾਹਿਬ ਕਲਕੱਤਾ, ਉਹ ਮਿਲ ਪਏ।
ਇਹਨਾਂ ਨੇ ਵਾਹਿਗੁਰੂ ਜੀ ਕੀ ਫਤਿਹ ਬੁਲਾਈ। ਸਾਡੇ ਵਿੱਚ ਅੱਗੇ ਇਹ ਗੱਲ ਤੁਰੀ ਹੋਈ ਸੀ ਕਿ ਸਿੱਖਾਂ ਨੇ ਗੁਰਦੁਆਰਿਆਂ ਤੇ ਕਬਜ਼ਾ ਤਾਂ ਕਰ ਲਿਆ ਹੈ, ਪਰ ਅਸਲੀ ਮੰਤਵ ਤਾਂ ਪੂਰਾ ਹੋ ਸਕਦਾ ਹੈ ਜੇ 500 ਸਿੱਖਾਂ ਦਾ ਇੱਕ ਜਿੰਦਾ ਸ਼ਹੀਦੀ ਜਥਾ ਨਿਕਲੇ, ਜਿਹੜਾ ਕਿ ਮਨ ਮਾਰ ਕੇ ਸਿਰਫ ਨਿਰਬਾਹ ਮਾਤਰ ਕਿਰਿਆ ਤੇ ਨੀਅਤ ਵਰਦੀ ਗੁਰੂ ਕੇ ਮੋਦੀ ਖਾਨੇ ਤੋਂ ਹਰ 6 ਮਹੀਨੇ ਮਗਰੋਂ ਲਵੇ ਅਤੇ ਪ੍ਰਸ਼ਾਦਾ ਗੁਰੂ ਕੇ ਲੰਗਰ ਵਿੱਚੋਂ ਛਕੇ। ਤਨਖਾਹਦਾਰ ਪ੍ਰੇਮੀਆਂ ਪਾਸੋਂ ਇਸ ਸੇਵਾ ਦਾ ਅਸਲੀ ਆਸ਼ਾ ਕਦੀ ਵੀ ਪੂਰਾ ਨਹੀਂ ਹੋ ਸਕਦਾ। ਭਾਈ ਗੁਰਬਖਸ਼ ਸਿੰਘ ਦੇ ਦਿਲ ਵੀ ਇਹ ਗੱਲ ਲੱਗੀ। ਇਹਨਾਂ ਆਖਿਆ ਕਿ ਮੈਂ ਇਸ ਗੱਲ ਦੀ ਵਿਚਾਰ ਹਿੱਤ ਤੁਹਾਡੇ ਕੋਲ ਡੇਰੇ ਤੇ ਆਵਾਂਗਾ। ਮੈਨੂੰ ਵੀ ਕਮੇਟੀ ਨੇ ਗੁਰਦੁਆਰਾ ਸਾਹਿਬ ਦੀ ਤਨਖਾਹਦਾਰ ਜਥੇਦਾਰੀ ਮਹੰਤੀ ਲਈ ਆਖਿਆ ਸੀ, ਪਰ ਮੈਂ ਨਾਂਹ ਕਰ ਦਿੱਤੀ। ਉੱਤਰ ਦਿੱਤਾ ਕਿ ਮੈਂ ਤਨਖਾਹ ਲੈਣ ਦੀ ਖਾਤਰ ਪੰਥ ਦੀ ਸੇਵਾ ਨਹੀਂ ਕੀਤੀ। ਭਾਈ ਗੁਰਬਖਸ਼ ਸਿੰਘ ਦਾ ਸੇਵਾ ਵਿੱਚ ਹਾਜ਼ਰ ਹੋਣਾ। ਰਾਤ ਦੇ 8 ਵਜੇ ਅਜੇ ਦਾਸ ਪ੍ਰਸ਼ਾਦ ਛਕ ਹੀ ਰਿਹਾ ਸੀ ਕਿ ਭਾਈ ਗੁਰਬਖਸ਼ ਸਿੰਘ ਆ ਪੁੱਜੇ। ਅੱਗੇ ਇੱਥੇ ਭਾਈ ਦੀਦਾਰ ਸਿੰਘ ਨਾਲ ਇਹ ਗੱਲ ਤੁਰੀ ਹੋਈ ਸੀ ਤੇ ਦਾਸ ਉਹਨਾਂ ਨੂੰ ਆਖ ਰਿਹਾ ਸੀ ਕਿ ਸੰਤ ਜੀ ਮਹਾਰਾਜ ਆਪਣਾ ਅਖੀਰਲਾ ਭਾਣਾ ਵਰਤਾਉਂਦੇ ਨਜ਼ਰ ਆਉਂਦੇ ਹਨ। ਜੇ ਤੁਸਾਂ ਦਰਸ਼ਨ ਕਰਨ ਲਈ ਜਾਣਾ ਹੈ ਤਦ ਕੱਲ ਦਾਸ ਨਾਲ ਚੱਲੋ। ਭਾਈ ਦੀਦਾਰ ਸਿੰਘ ਨੇ ਤਾਂ ਨਾਂਹ ਕਰ ਦਿੱਤੀ, ਪਰ ਭਾਈ ਗੁਰਬਖਸ਼ ਸਿੰਘ ਨੇ ਕਿਹਾ ਮੈਂ ਤੁਹਾਡੇ ਨਾਲ ਚੱਲਾਂਗਾ। ਤੁਸੀਂ ਮੈਨੂੰ ਗੱਡੀ ਦਾ ਵਕਤ ਦੱਸ ਦਿਓ, ਮੈਂ ਸਟੇਸ਼ਨ ਤੇ ਪੁੱਜ ਜਾਵਾਂਗਾ। ਇਸ ਦੇ ਮਗਰੋਂ ਗੁਰਦੁਆਰਿਆਂ ਦੀ ਸੇਵਾ ਸੰਬੰਧੀ ਨਿਸ਼ਕਾਮ ਜਥੇ ਤੇ ਵਿਚਾਰ ਹੁੰਦੀ ਰਹੀ। ਫਿਰ ਅਸੀਂ ਸਾਰੇ ਆਪਣੀ ਥਾਂ ਬਿਰਾਜ ਗਏ। ਦੂਜੇ ਦਿਨ ਦਾਸ ਅੰਮ੍ਰਿਤਸਰ ਸਾਹਿਬ ਤੋਂ ਗੱਡੀ ਚੜ੍ਹ ਕੇ ਕੋਪਸ ਸਟੇਸ਼ਨ ਤੇ ਉੱਤਰ ਬਾਲੇਵਾਲ ਪੁੱਜ ਗਿਆ ਤੇ ਸਮੇਂ ਦੇ ਪੰਥਕ ਆਗੂਆਂ ਦੀ ਸਾਰੀ ਗੱਲਬਾਤ ਮਹਾਰਾਜ ਜੀ ਨੂੰ ਆਖ ਸੁਣਾਈ। ਭਾਈ ਗੁਰਬਖਸ਼ ਸਿੰਘ ਇਸ ਦਿਨ ਤਾਂ ਗੱਡੀ ਤੋਂ ਖੁੰਝ ਗਏ, ਪਰ ਦੂਜੇ ਦਿਨ ਉਸੇ ਗੱਡੀ ਚੜ੍ਹ ਬਾਲੇਵਾਲ ਪਹੁੰਚ ਗਏ। ਸਿੱਧੇ ਦਾਸ ਦੇ ਡੇਰੇ ਤੇ ਪਿੰਡ ਦੇ ਗੁਰਦੁਆਰੇ ਸਾਹਿਬ ਪੁੱਜੇ। ਕੋਈ 4 ਵਜੇ ਪਿਛਲੇ ਪਹਿਰ ਦਾ ਵੇਲਾ ਸੀ। ਹੁਣ ਸੰਤ ਜੀ ਮਹਾਰਾਜ ਦੇ ਦਰਵਾਜ਼ੇ ਖੋਲਣ ਦਾ ਸਮਾਂ ਹੋ ਗਿਆ। ਅਸੀਂ ਕੋਠੀ ਦੇ ਬਰਾਂਡੇ ਵਿੱਚ ਵੜੇ। ਸੰਤ ਜੀ ਮਹਾਰਾਜ ਦਾ ਬੂਹਾ ਖੋਲ੍ਹਿਆ। ਪਹਿਲਾਂ ਦਾਸ ਨੇ ਨਮਸਕਾਰ ਕੀਤੀ ਤੇ ਚਰਨਾਂ ਵਿੱਚ ਬੈਠ ਗਿਆ। ਫਿਰ ਭਾਈ ਗੁਰਬਖਸ਼ ਸਿੰਘ ਨੇ ਮੱਥਾ ਟੇਕਿਆ ਤੇ ਫਤਿਹ ਬੁਲਾਈ। ਅਜੇ ਇਹ ਖਲੋਤੇ ਹੋਏ ਹੀ ਸਨ ਕਿ ਇਹਨਾਂ ਦੇ ਪੂਰਬਲੇ ਕਰਮ ਜਾਗ ਪਏ। ਸੰਤ ਜੀ ਦੀ ਮਿਹਰ ਦੀ ਨਿਗਾਹ ਇਹਨਾਂ ਤੇ ਪਈ ਤੇ ਮਹਾਰਾਜ ਨੇ ਬੜੇ ਪ੍ਰੇਮ ਨਾਲ ਫਰਮਾਇਆ, ਭਾਈ ਇਹੋ ਰਸਤਾ ਰੱਖਣਾ ਹੈ ਤੇਜਾ ਸਿੰਘ ਵਾਲਾ, ਜੇ ਚਾਹੁਣ ਤਾਂ 1000 ਰੁਪਈਆ ਮਹੀਨਾ ਲੈ ਸਕਦੇ ਹਨ। ਭਾਈ ਗੁਰਬਖਸ਼ ਸਿੰਘ ਨੇ ਆਖਿਆ, ਮਹਾਰਾਜ ਜੀ ਭਾਈ ਤੇਜਾ ਸਿੰਘ ਵਾਲਾ ਰਾਹ ਫੜਾਂਗਾ। ਇੱਕ ਦਿਨ ਲਈ ਦਾਸ ਨੂੰ ਅੰਮ੍ਰਿਤਸਰ ਸਾਹਿਬ ਕੁਝ ਕੰਮ ਹੈ, ਉਸ ਨੂੰ ਨਿਬੇੜ ਕੇ ਸੇਵਾ ਵਿੱਚ ਹਾਜ਼ਰ ਹੋ ਜਾਵਾਂਗਾ। 2 ਦਿਨ ਸਤਸੰਗ ਦਾ ਆਨੰਦ ਲੈਣ ਦੇ ਮਗਰੋਂ ਭਾਈ ਗੁਰਬਖਸ਼ ਸਿੰਘ ਅੰਮ੍ਰਿਤਸਰ ਸਾਹਿਬ ਗਏ ਅਤੇ ਆਪਣੇ ਬਚਨ ਅਨੁਸਾਰ ਬੜੀ ਛੇਤੀ ਮੁੜ ਆਏ। ਬੂਟ ਪਜਾਮਾ ਕੋਟ ਲਹਿ ਗਏ ਤੇ ਪੁਰਾਤਨ ਖਾਲਸੇ ਦੀ ਸਾਧਾਰਨ ਵਰਦੀ ਕਸ਼ਹਿਰਾ ਕੁਰਤੇ ਵਿੱਚ ਬੜੇ ਪ੍ਰੇਮ ਨਾਲ ਸੰਤ ਜੀ ਮਹਾਰਾਜ ਦੀ ਸੇਵਾ ਵਿੱਚ ਲੱਗ ਗਏ। ਸੇਵਾ ਦਾ ਇਸ਼ਕ ਇੰਨਾ ਵੱਧ ਗਿਆ ਕਿ ਇਹਨਾਂ ਨੂੰ ਆਪਣਾ ਸਰੀਰ ਭੁੱਲਣ ਲੱਗ ਪਿਆ ਤੇ ਥੋੜੇ ਦਿਨਾਂ ਵਿੱਚ ਹੀ ਸੱਚੀ ਮਸਤੀ ਦਾ ਰੰਗ ਚੜ੍ਹ ਗਿਆ। ਕਾਂਡ 52। ਹਉ ਬਲਿਹਾਰੀ ਸਤਿਗੁਰ ਪੂਰੇ, ਸਰਣ ਕੇ ਦਾਤੇ ਬਚਨ ਕੇ ਸੂਰੇ। ਐਸਾ ਪ੍ਰਭ ਮਿਲਿਆ ਸੁਖ ਦਾਤਾ, ਵਿਛੜ ਨਾ ਕਤਹੀ ਜਾਸਾ ਹੈ। ਗੁਣ ਨਿਧਾਨ ਕਿਛ ਕੀਮ ਨ ਪਾਈ, ਘਟ ਘਟ ਪੂਰ ਰਹਿਓ ਸਭ ਠਾਈ। ਨਾਨਕ ਸਰਣ ਦੀਨ ਦੁਖ ਭੰਜਨ, ਹਉ ਰੇਣ ਤੇਰੇ ਜੋ ਦਾਸਾ ਹੈ। ਸਾਰੇ ਜੋਗ ਵਿਸ਼ਿਸ਼ਟ ਦਾ ਸਾਰ ਗੁਰਸਾਖੀ ਜੋਤ ਪ੍ਰਗਟ ਹੋਏ। ਬਾਲੇਵਾਲ ਜੋਗ ਵਿਸ਼ਿਸ਼ਟ ਦੀ ਕਥਾ ਦਾ ਆਰੰਭ ਹੋਣਾ ਤੇ ਸੰਤ ਜੀ ਮਹਾਰਾਜ ਦਾ ਕਈ ਸਾਖੀਆਂ ਸੁਣਾ ਕੇ ਸਮਝਾਉਣਾ। ਕਈ ਵਾਰੀ ਵਿਹਾਰਕ ਤੇ ਮੁਲਕੀ ਨੁਕਤਿਆਂ ਤੇ ਗੱਲਬਾਤ ਕਰਨਾ
ਇੱਕ ਸਰਪ ਦੇ ਮਾਹਿਰ ਪਾਸੋਂ ਇਲਾਜ ਕਰਾਉਣਾ, ਚਰਨ ਦਾ ਬਿਲਕੁਲ ਸਾਫ਼ ਹੋ ਜਾਣਾ, ਸੋਜ ਦਾ ਲਹਿ ਜਾਣਾ ਤੇ ਇਹ ਨਜ਼ਰ ਆਉਣਾ ਕਿ ਹੁਣ ਸਰੀਰ ਅਰੋਗਤਾ ਦੇ ਨੇੜੇ ਹੀ ਹੈ, ਪਰ ਇਸ ਵਿੱਚ ਈਰਖਾ ਅਗਨ ਨੇ ਵਿਘਨ ਪਾ ਦੇਣਾ। ਇਥੋਂ ਸੰਤ ਜੀ ਮਹਾਰਾਜ ਦਾ ਸੰਗਰੂਰ ਰਾਜ ਮਾਤਾ ਢਿੱਲੋਂ ਵਾਲੀ ਰਾਣੀ ਦੇ ਪ੍ਰੇਮ ਨੂੰ ਪੂਰਾ ਕਰਨ ਲਈ ਜਾਣਾ, 2 ਅਖੰਡ ਪਾਠਾਂ ਦਾ ਭੋਗ ਪੈਣਾ ਤੇ ਮਹਾਰਾਜ ਦਾ ਹਾਥਰਸ ਦੇ ਲੜਕੇ ਅਤੇ ਲੜਕੀ ਨੂੰ ਆਪਣੀ ਹੱਥੀਂ ਅੰਮ੍ਰਿਤ ਛਕਾਉਣਾ। ਇਥੋਂ ਰਾਮਨਗਰ ਸਿਵੀਆਂ ਜਾਣਾ, ਸਰਦਾਰ ਗੋਬਿੰਦਰ ਸਿੰਘ ਦੀ ਕੋਠੀ ਡੇਰਾ ਕਰਨਾ, ਸਵੇਰ ਸ਼ਾਮ ਦੀਵਾਨ ਸਜਣੇ ਤੇ ਜੋਗ ਵਿਸ਼ਿਸ਼ਟ ਕਥਾ ਦਾ ਜਾਰੀ ਰਹਿਣਾ। ਗੁਜਰਾਂ ਵਾਲੇ ਚੀਮੇ ਤੇ ਹੋਰ ਕਈ ਥਾਵਾਂ ਤੇ ਪ੍ਰੇਮੀਆਂ ਦਾ ਇਲਾਜ ਕਰਨ ਲਈ ਆਉਣਾ। ਕੁਝ ਅਕਾਲੀਆਂ ਦਾ ਆ ਕੇ ਪੰਥ ਦੀ ਫੁੱਟ ਦਾ ਇਲਾਜ ਪੁੱਛਣਾ। ਬਾਬਾ ਸਾਵਣ ਸਿੰਘ ਰੱਬ ਦਾ ਸੇਵਾ ਤੋਂ ਛੁੱਟੀ ਮੰਗਣਾ। ਸਰਦਾਰ ਧਰਮ ਸਿੰਘ ਦਾ ਦਿੱਲੀ ਤੋਂ ਦਮਦਮੇ ਸਾਹਿਬ ਦੇ ਲੰਗਰ ਦੀ ਜ਼ਮੀਨ ਦੇ ਗੁਰਮਤੇ ਲਈ ਆਉਣਾ। ਸੰਤ ਗੁਲਾਬ ਸਿੰਘ ਦਾ ਹਾਜ਼ਰ ਹੋਣਾ। ਭਾਈ ਗੁਰਬਖਸ਼ ਸਿੰਘ ਦਾ ਕੱਪੜੇ ਫਾੜ ਮਸਤ ਹੋ ਕੇ ਜੰਗਲਾਂ ਵਿੱਚ ਫਿਰਨ ਲੱਗ ਜਾਣਾ। ਸੰਤ ਜੀ ਮਹਾਰਾਜ ਦਾ ਸਾਧ ਸੰਗਤ ਨੂੰ ਠੋਕਰ ਮਾਰ ਕੇ ਪ੍ਰਸ਼ਨ ਕਰਨ ਦਾ ਹੁਕਮ ਦੇਣਾ ਤੇ ਆਖਣਾ, ਭਾਈ ਜੋ ਪੁੱਛਣਾ ਹੈ ਪੁੱਛ ਲਵੋ, ਸ਼ੰਕੇ ਮਿਟਾ ਲਵੋ। ਫੇਰ ਇਹ ਨਾ ਕੋਈ ਆਖੇ ਕਿ ਕਿਸ ਪਾਸ ਰਹੇ ਹਨ। ਕੁਝ ਵੀ ਨਾ ਸਿੱਖਿਆ। ਗਿਆਨ ਚਰਚਾ ਵਿੱਚ ਕਈ ਅਦੁੱਤੀ ਸਾਖੀਆਂ ਸੁਣਾਉਣੀਆਂ ਤੇ ਰਾਗ ਸਿੱਖਣ ਦਾ ਉਪਦੇਸ਼ ਕਰਨਾ। ਕਈ ਵਾਰੀ ਆਪ ਅਲਾਪ ਕਰਨਾ ਤੇ ਸੰਗਤ ਦੇ ਸਰੀਰਾਂ ਨੂੰ ਮਗਰ ਲੱਗਣ ਲਈ ਆਖਣਾ। ਇੱਕ ਦਿਨ ਦਾਸ ਦਾ ਇਕਾਂਤ ਜਾ ਕੇ ਸਿਮਰਨ ਕਰਨ ਲਈ ਬੇਨਤੀ ਕਰਨੀ। ਮਹਾਂਪੁਰਖਾਂ ਦਾ ਬਚਨ ਕਰਨਾ ਕਿ ਭਾਈ ਸੰਗਤ ਦੇ ਬਚਨ ਕੁਬਚਨ ਸਹਾਰ ਕੇ ਨਾਲ ਨਾਲ ਮਨ ਦੀ ਪ੍ਰੀਖਿਆ ਹੁੰਦੀ ਰਹਿੰਦੀ ਹੈ। ਇੱਕ ਦਿਨ ਮੌਜ ਵਿੱਚ ਆਖਣਾ, ਭਾਈ ਤੇਜਾ ਸਿੰਘ ਤੁਸਾਂ ਬੜੇ ਇਮਤਿਹਾਨ ਪਾਸ ਕੀਤੇ ਹਨ, ਪਰ ਬ੍ਰਹਮ ਵਿਦਿਆ ਦਾ ਇਮਤਿਹਾਨ ਉਸ ਦਿਨ ਪਾਸ ਹੁੰਦਾ ਹੈ ਜਦ ਪਿੱਛੋਂ ਆ ਕੇ ਇਹਨੂੰ ਕੋਈ ਲੱਤ ਮਾਰੇ ਤਾਂ ਇਹ ਦੇਖੇ ਤੱਕ ਨਹੀਂ ਕਿ ਕਿਸ ਨੇ ਮਾਰੀ ਹੈ, ਜਾਂ ਘੱਟ ਤੋਂ ਘੱਟ ਕੋਈ ਆਖੇ ਤੂੰ ਬੜਾ ਕੰਜਰ ਹੈ ਤੇ ਇਹ ਹੱਥ ਜੋੜ ਕੇ ਆਖੇ, ਭਾਈ ਬੜਾ ਕੰਜਰ ਹਾਂ, ਬੜੀ ਕਿਰਪਾ ਕੀਤੀ, ਦੱਸ ਦਿੱਤਾ। ਜੋਗ ਵਿਸ਼ਿਸ਼ਟ ਦੀ ਕਥਾ ਇਹ ਕਹਿ ਕੇ ਭੋਗ ਪਾਉਣਾ ਕਿ ਸਾਰੀ ਜੋਗ ਵਿਸ਼ਿਸ਼ਟ ਇਸ ਗੱਲ ਵਿੱਚ ਹੀ ਪੂਰੀ ਹੋ ਜਾਂਦੀ ਹੈ, ਗੁਰਸਾਖੀ ਜੋਤ ਪ੍ਰਗਟ ਹੋਏ। ਇੱਕ ਦਿਨ ਸ਼ਾਮ ਦੇ ਵੇਲੇ ਭਾਈ ਖੁਸ਼ਹਾਲ ਸਿੰਘ ਅਤੇ ਦਾਸ ਨੂੰ ਕਾਨੜਾ ਰਾਗ ਅਲਾਪਣ ਦੀ ਜੁਗਤ ਸਿਖਾਉਣਾ। ਇੱਕ ਰਾਤ 10 ਵਜੇ ਸੰਗਤ ਦੀ ਉਡੀਕ ਵਿੱਚ ਕੋਠੀ ਦੇ ਬਾਹਰ ਬੈਠੇ ਰਹਿਣਾ। ਸੰਗਤ ਦੇ ਇਕੱਠੇ ਹੋਣ ਤੇ ਹੁਕਮ ਦੇਣਾ ਕਿ ਭਾਈ ਜੋ ਪੁੱਛਣਾ ਹੈ ਪੁੱਛ ਲਵੋ। ਜਦ ਦਾਸ ਨੂੰ ਸੰਤ ਜੀ ਮਹਾਰਾਜ ਨੇ ਅੰਮ੍ਰਿਤਸਰ ਸਾਹਿਬ ਅਤੇ ਲਾਹੌਰ ਪੰਥ ਦੇ ਆਗੂਆਂ ਨੂੰ ਮਿਲਣ ਲਈ ਭੇਜਿਆ, ਉਦੋਂ ਦਾਸ ਗੁਜਰਾਂ ਵਾਲੇ ਤੋਂ ਜੋਗ ਵਿਸ਼ਿਸ਼ਟ ਅਤੇ ਜਿੰਨੀਆਂ ਹੋਰ ਧਾਰਮਿਕ ਪੁਸਤਕਾਂ ਲਈ ਭੇਜਿਆ। ਜਦ ਬਾਲੇਵਲ ਪੁੱਜਾ ਤਦ ਪੁਸਤਕਾਂ ਦੀ ਗੰਢ ਦੇਖ ਕੇ ਸੰਤ ਜੀ ਮਹਾਰਾਜ ਨੇ ਪੁੱਛਿਆ, ਭਾਈ ਇਹ ਕੀ ਲਿਆਂਦਾ ਹੈ? ਦਾਸ ਨੇ ਪੁਸਤਕਾਂ ਦੇ ਨਾਮ ਆਖ ਸੁਣਾਏ। ਸੰਤ ਜੀ ਮਹਾਰਾਜ ਨੇ ਫਰਮਾਇਆ, ਭਾਈ ਇਹ ਤਾਂ ਤੁਸਾਂ ਇੱਕ ਵੱਡਾ ਖਜ਼ਾਨਾ ਲੈ ਆਂਦਾ ਹੈ। ਥੋੜੇ ਦਿਨ ਮਗਰੋਂ ਸੰਤ ਜੀ ਮਹਾਰਾਜ ਨੇ ਜੋਗ ਵਿਸ਼ਿਸ਼ਟ ਦੀ ਕਥਾ ਆਰੰਭ ਕਰਵਾ ਦਿੱਤੀ। ਸੰਗਤ ਵਿੱਚੋਂ ਇੱਕ ਪ੍ਰੇਮੀ ਪਾਠ ਕਰਦਾ ਤੇ ਸੰਤ ਜੀ ਮਹਾਰਾਜ ਜਿੱਥੇ ਕੋਈ ਗੋਹਜ ਨੁਕਤਾ ਆਉਂਦਾ ਸਮਝਾ ਦਿੰਦੇ। ਬਾਲੇਵਾਲ ਆਉਣ ਤੋਂ 1-2 ਦਿਨ ਮਗਰੋਂ ਪਤਾ ਲੱਗਿਆ ਕਿ ਮਹਾਰਾਜ ਹੀਰਾ ਸਿੰਘ ਜੀ ਨਾਭਾ ਇੱਕ ਉਹਨਾਂ ਦੇ ਪਾਸ ਸਾਧੂ ਰਹਿੰਦਾ ਹੈ। ਉਹ ਸੱਪਾਂ ਦਾ ਬੜਾ ਮਾਹਰ ਸੀ। ਉਹ ਆਪ ਤਾਂ ਹੁਣ ਚੜ੍ਹਾਈ ਕਰ ਚੁੱਕਾ ਹੈ, ਪਰ ਉਸ ਦਾ ਇੱਕ ਸ਼ਾਗਿਰਦ ਬਾਲੇਵਾਲ ਤੋਂ ਕੁਝ ਮੀਲ ਦੇ ਫਾਸਲੇ ਤੇ ਰਹਿੰਦਾ ਹੈ ਤੇ ਸੱਪ ਦੇ ਕੱਟਿਆਂ ਦਾ ਇਲਾਜ ਕਰਦਾ ਹੈ। ਸੰਤ ਜੀ ਮਹਾਰਾਜ ਦੇ ਹੁਕਮ ਮਿਲਣ ਤੇ ਉਸ ਨੂੰ ਸੱਦਿਆ ਗਿਆ। ਜਦ ਉਹ ਆਇਆ ਤਾਂ ਉਸ ਨੇ ਆਪਣੇ ਥੈਲੇ ਵਿੱਚੋਂ ਕੁਝ ਸੱਪ ਦੇ ਮਣਕੇ ਕੱਢੇ। ਦਾਸ ਉਸ ਵੇਲੇ ਹਾਜ਼ਰ ਸੀ। ਵਾਰੀ-ਵਾਰੀ ਮਣਕੇ ਜ਼ਖਮ ਦੇ ਸਾਹਮਣੇ ਲਿਆਂਦੇ। ਉਹਨਾਂ ਵਿੱਚੋਂ ਇੱਕ ਬੜੀ ਤੇਜ਼ੀ ਨਾਲ ਉੱਡ ਕੇ ਜ਼ਖਮ ਦੇ ਮੂੰਹ ਤੇ ਚੰਬੜ ਗਿਆ। ਥੋੜੇ ਚਿਰ ਮਗਰੋਂ ਮਣਕਾ ਫੁੱਲ ਗਿਆ ਤੇ ਜ਼ਖਮ ਨਾਲੋਂ ਸੌਖਾ ਹੀ ਲਹਿ ਗਿਆ।
ਜੋਗੀ ਦੇ ਇਸ ਸ਼ਾਗਿਰਦ ਨੇ ਜਦ ਇਸ ਨੂੰ ਆਪਣੇ ਹੱਥਾਂ ਵਿੱਚ ਨਪੀੜਿਆ, ਧਰਤੀ ਤੇ 5-6 ਟੇਪੇ ਪੀਲੇ ਪੀਲੇ ਪਾਣੀ ਦੇ ਡਿੱਗੇ। ਪ੍ਰੇਮੀ ਨੇ ਆਖਿਆ ਕਿ ਸੰਤ ਜੀ ਮਹਾਰਾਜ, ਸੰਗਚੂਰ ਸੱਪ ਲੜਿਆ ਹੈ। ਮੇਰੀ ਪ੍ਰੀਖਿਆ ਇਹ ਦੱਸਦੀ ਹੈ, ਦਿੱਲੀ ਵਾਲੇ ਸੱਪਾਂ ਦੇ ਮਾਹਰ ਨੇ ਵੀ ਇਹੋ ਗੱਲ ਆਖੀ ਸੀ, ਪਰ ਕਰਤਾਰ ਦੀ ਨੇਤ, ਜਿੱਥੇ ਕਿਤੇ ਸੱਪ ਦਾ ਦਰੁਸਤ ਇਲਾਜ ਸ਼ੁਰੂ ਹੋਇਆ, ਉੱਥੇ ਹੀ ਸਮੇਂ ਦੀ ਲਹਿਰ ਨੇ ਵਿਘਨ ਪਾਇਆ। ਜਦ ਸਾਧੂ ਆਪਣੀ ਪ੍ਰੀਖਿਆ ਕਰ ਚੁੱਕਾ ਤੇ ਉਸ ਨੂੰ ਇਲਾਜ ਕਰਨ ਲਈ ਆਖਿਆ ਗਿਆ, ਤਦ ਉਸਨੇ ਹੱਥ ਜੋੜ ਸੰਤ ਜੀ ਮਹਾਰਾਜ ਅੱਗੇ ਬੇਨਤੀ ਕੀਤੀ, ਸੱਚੇ ਪਾਤਸ਼ਾਹ, ਮੇਰੀ ਗਰੀਬ ਕੁਟੀਆ ਵਿੱਚ ਚਰਨ ਪਾਓ, ਉੱਥੇ ਮੈਂ ਦਵਾਈ ਤਿਆਰ ਰੱਖਾਂਗਾ ਅਤੇ ਪਹਿਲੀ ਵਾਰੀ ਉਸ ਜਗ੍ਹਾ ਚਰਨ ਤੇ ਲਵਾਂਗਾ। ਹਜੂਰ ਦੇ ਚਰਨ ਪੈਣ ਨਾਲ ਮੇਰੀ ਕੁਟੀਆ ਪੱਕੀ ਬਣ ਜਾਵੇਗੀ। ਉਸ ਦਾ ਆਸ਼ਾ ਸਮਝ ਕੇ ਗਰੀਬ ਨਿਵਾਜ ਸੰਤ ਜੀ ਨੇ ਉਸ ਦੀ ਬੇਨਤੀ ਪ੍ਰਵਾਨ ਕਰ ਲਈ ਤੇ ਦੂਜੇ ਦਿਨ ਸਵੇਰੇ ਹੀ ਦੀਵਾਨ ਦੇ ਮਗਰੋਂ ਉਧਰ ਤੁਰਨ ਦਾ ਗੁਰਮਤਾ ਹੋ ਗਿਆ। ਉਸ ਵੇਲੇ ਜੋਗੀਵਾਲ ਦੇ ਇੱਕ ਪ੍ਰੇਮੀ ਵਾਹਿਗੁਰੂ ਸਿੰਘ ਨੂੰ ਰੱਥ ਲਿਆਉਣ ਦੀ ਆਗਿਆ ਕੀਤੀ ਗਈ। ਆਸਾ ਦੀ ਵਾਰ ਦੇ ਭੋਗ ਦੇ ਮਗਰੋਂ 8 ਵਜੇ ਰੱਥ ਆ ਗਿਆ। ਸੰਤ ਜੀ ਇਸ ਤੇ ਚੜ੍ਹ ਸਾਧੂ ਦੀ ਨਗਰੀ ਵੱਲ ਤੁਰ ਪਏ। ਰਾਹ ਵਿੱਚ ਸੰਤ ਜੀ ਆਪਣੇ ਰੰਗ ਵਿੱਚ ਆ ਗਏ ਅਤੇ ਹੱਸ ਕੇ ਕਹਿਣ ਲੱਗੇ, ਭਾਈ, ਅਰਜਨ ਦਾ ਰਥਵਾਹੀ ਕਿਸ਼ਨ ਸੀ, ਸਾਡਾ ਰਥਵਾਹੀ ਵਾਹਿਗੁਰੂ ਆਪ ਹੈ। ਇਸ ਤਰ੍ਹਾਂ ਬਚਨ ਬਿਲਾਸ ਕਰਦੇ ਹੌਲੀ ਹੌਲੀ ਰਥ ਤੁਰਿਆ ਗਿਆ। ਦਾਸ ਨਾਲ ਨਾਲ ਪੈਦਲ ਅਰਦਲ ਵਿੱਚ ਸੀ। 2 ਘੰਟੇ ਮਗਰੋਂ ਸਾਧੂ ਦੀ ਕੁਟੀਆ ਆ ਗਈ। ਇਹ ਪਿੰਡ ਤੋਂ ਬਾਹਰ ਇੱਕ ਪਾਸੇ ਹੀ ਸੀ। ਕੱਚੀ ਜਿਹੀ ਝੁੱਗੀ ਅਤੇ ਆਲੇ ਦੁਆਲੇ ਥੋਹਰ ਦੀ ਵਾੜ, ਜਿਸ ਦੇ ਨਾਲ ਨਾਲ ਕਈ ਵਰਮੀਆਂ ਸਨ। ਦੂਰੋਂ ਹੀ ਦੇਖ ਕੇ ਸਾਧੂ ਨੇ ਸੰਤ ਜੀ ਮਹਾਰਾਜ ਵਾਸਤੇ ਇੱਕ ਮੰਜਾ ਡਾਹ ਦਿੱਤਾ। ਸੰਤ ਜੀ ਮਹਾਰਾਜ ਰਥ ਤੋਂ ਉਤਰੇ ਅਤੇ ਇਸ ਮੰਜੇ ਤੇ ਸੱਜ ਗਏ। ਨਗਰ ਦੀ ਸੰਗਤ ਦੇ ਕਈ ਪ੍ਰੇਮੀ ਦਰਸ਼ਨ ਲਈ ਆ ਗਏ। ਸਾਧੂ ਨੇ ਬੜੇ ਪ੍ਰੇਮ ਨਾਲ ਪਹਿਲਾਂ ਚਰਨ ਨੂੰ ਸਾਫ਼ ਕੀਤਾ, ਫਿਰ ਮਣਕੇ ਨਾਲ ਜ਼ਹਿਰ ਦਾ ਪਾਣੀ ਕੱਢ ਦਵਾ ਲਾਈ। ਸੰਤ ਜੀ ਮਹਾਰਾਜ ਇਸ ਤੇ ਬੜੇ ਪ੍ਰਸੰਨ ਹੋਏ ਅਤੇ ਪਿੰਡ ਦੇ ਮੁਖੀ ਸੱਜਣਾ ਨੂੰ ਸਾਧੂ ਦੀ ਕੁਟੀਆ ਪੱਕੀ ਕਰਨ ਵਾਸਤੇ ਆਗਿਆ ਕਰ ਦਿੱਤੀ। ਉਹਨਾਂ ਨੇ ਬੜੇ ਪ੍ਰੇਮ ਅਤੇ ਸ਼ਰਧਾ ਨਾਲ ਸੰਤ ਜੀ ਮਹਾਰਾਜ ਦਾ ਬਚਨ ਮੰਨ ਲਿਆ। ਇਥੋਂ ਤੁਰ ਸੰਤ ਜੀ ਆਪਣੇ ਆਸਣ ਤੇ ਬਾਲੇਵਾਲ ਆ ਗਏ। ਸਾਧੂ ਰੋਜ਼ ਇੱਥੇ ਆਉਂਦਾ, ਮਣਕੇ ਨਾਲ ਜ਼ਹਿਰ ਦਾ ਪਾਣੀ ਕੱਢਦਾ ਤੇ ਸਾਫ਼ ਕਰ ਦਵਾਈ ਲਾਉਂਦਾ। 5-6 ਦਿਨ ਵਿੱਚ ਹੀ ਚਰਨ ਦੀ ਸਾਰੀ ਸੋਜ ਲਹਿ ਗਈ। ਖੱਬੇ ਪੈਰ ਵਾਂਗ ਸੱਜੇ ਦਾ ਵੀ ਛੱਪਰ ਹੌਲਾ ਹੋ ਗਿਆ ਅਤੇ ਦਾਸ ਨੂੰ ਤੇ ਹੋਰ ਪ੍ਰੇਮੀਆਂ ਨੂੰ ਇਹ ਆਸ ਬੱਝ ਗਈ ਕਿ ਹੁਣ ਬੜੀ ਛੇਤੀ ਚਰਨ ਠੀਕ ਹੋ ਜਾਏਗਾ ਅਤੇ ਸੰਤ ਜੀ ਮਹਾਰਾਜ ਆਪਣੇ ਆਪ ਤੁਰਨ ਫਿਰਨ ਲੱਗ ਪੈਣਗੇ। ਪਰ ਈਰਖਾ ਦੀ ਲਹਿਰ ਨੇ ਇਸ ਇਲਾਜ ਨੂੰ ਸਿਰੇ ਨਾ ਚੜ੍ਹਨ ਦਿੱਤਾ। ਇਸ ਵੈਰਣ ਦੇ ਬੀਜ ਦਾ ਝਲਕਾਰਾ ਪਹਿਲੇ ਦਿਨ ਹੀ ਪੈ ਗਿਆ। ਜਦ ਸੰਤ ਜੀ ਮਹਾਰਾਜ ਸਾਧੂ ਦੀ ਕੁਟੀਆ ਤੋਂ ਮੁੜ ਕੇ ਬਾਲੇ ਵੱਲ ਪੁੱਜੇ, ਤਦ ਇਸ ਕੁਟੀਆ ਦੇ ਉਸ ਵੇਲੇ ਦੇ ਮੁਕਾਮੀ ਪ੍ਰਬੰਧਕ ਨੇ ਦਾਸ ਨੂੰ ਤਰਕ ਮਾਰੀ ਕਿ ਤੂੰ ਸੰਤ ਜੀ ਮਹਾਰਾਜ ਨੂੰ ਸਾਧੂ ਦੀ ਕੁਟੀਆ ਲੈ ਗਿਆ ਸੀ, ਹੁਣ ਉਹਦੀ ਕੁਟੀਆ ਪੱਕੀ ਤੂੰ ਹੀ ਕਰਾ ਦੇ। ਦਾਸ ਨੇ ਆਖਿਆ, ਜਿਸ ਤਰ੍ਹਾਂ ਮਾਲਕ ਹੁਕਮ ਦੇਣਗੇ ਹੋ ਜਾਏਗਾ। ਸੰਤ ਜੀ ਮਹਾਰਾਜ ਨੂੰ ਸਦਾ ਹੀ ਸਤਿਗੁਰੂ ਦੀ ਸੇਵਾ ਆਪਣੇ ਸਰੀਰ ਨਾਲੋਂ ਪਿਆਰੀ ਸੀ। ਦਾਸ ਨੂੰ ਅੰਮ੍ਰਿਤਸਰ ਅਕਾਲ ਕਾਲਜ ਦੀ ਸੇਵਾ ਲਈ ਭੇਜ ਦਿੱਤਾ ਤੇ ਫਰਮਾਇਆ, ਹੁਣ ਸਾਧੂ ਆਪਣੇ ਆਪ ਆਇਆ ਜਾਇਆ ਕਰੇਗਾ ਅਤੇ ਇਲਾਜ ਕਰਦਾ ਰਹੇਗਾ। ਤੁਸੀਂ ਅੰਮ੍ਰਿਤਸਰ ਸਾਹਿਬ ਜਾ ਕੇ ਯਤਨ ਕਰੋ ਕਿ ਪੰਥ ਅਕਾਲ ਕਾਲਜ ਦੀ ਸੰਭਾਲ ਕਰੋ। ਜਦ ਇਸ ਹੁਕਮ ਦੀ ਤਾਮੀਲ ਕਰਕੇ ਦਾਸ ਬਾਲੇ ਵੱਲ ਮੁੜ ਕੇ ਆਇਆ ਤਾਂ ਕੀ ਦੇਖਦਾ ਹੈ ਕਿ ਚਰਨ ਫੇਰ ਸੁੱਜਾ ਹੋਇਆ ਸੀ। ਚਿੱਤ ਨੂੰ ਬੜਾ ਹੀ ਖੇਦ ਹੋਇਆ। ਪ੍ਰੇਮੀਆਂ ਨੂੰ ਪੁੱਛਿਆ ਕਿ ਇਸ ਦਾ ਕੀ ਕਾਰਨ ਹੈ। ਸੋਹਣਾ ਇਲਾਜ ਹੋ ਗਿਆ ਸੀ, ਦਿਨੋਂ ਦਿਨ ਸੋਜ ਘਟ ਰਹੀ ਸੀ, ਕੀ ਭਾਣਾ ਵਰਤ ਗਿਆ। ਉਹਨਾਂ ਨੇ ਦੱਸਿਆ ਕਿ ਭਾਈ ਕਰਮ ਸਿੰਘ ਕੋਠੀ ਦੇ ਪ੍ਰਬੰਧਕ ਨੇ ਲੜ ਕੇ ਸਾਧੂ ਨੂੰ ਹਟਾ ਦਿੱਤਾ। ਉਹ ਵਿਚਾਰਾ ਡਰਦਾ ਮਾਰਿਆ ਫੇਰ ਨਹੀਂ ਆਇਆ। ਕੁਝ ਦਿਨਾਂ ਮਗਰੋਂ ਸਰਦਾਰ ਸਰਦੂਲ ਸਿੰਘ ਜੀ ਕਵੀਸ਼ਰ, ਜਿਨ੍ਹਾਂ ਨੂੰ ਦਾਸ ਸੱਦ ਕੇ ਆਇਆ ਸੀ, ਸੰਤ ਜੀ ਮਹਾਰਾਜ ਦੇ ਦਰਸ਼ਨ ਕਰਨ ਲਈ ਬਾਲੇ ਵੱਲ ਪੁੱਜ ਗਏ।
ਬੜੇ ਅਦਬ ਨਾਲ ਨਮਸਕਾਰ ਕਰਕੇ ਸਾਰੀ ਗੱਲਬਾਤ ਕੀਤੀ ਤੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਦਾਸ ਤਾਂ ਹਰ ਤਰ੍ਹਾਂ ਹਾਜ਼ਰ ਹੈ, ਪਰ ਇਸ ਵੇਲੇ ਮੇਰੇ ਵੱਸ ਕੁਝ ਨਹੀਂ। ਪ੍ਰਬੰਧਕ ਕਮੇਟੀ ਜੇ ਅਕਾਲ ਕਾਲਜ ਨੂੰ ਹੱਥ ਪਾਵੇ ਤਾਂ ਸਭ ਕੁਝ ਕਰ ਸਕਦੀ ਹੈ। ਦਰਸ਼ਨ ਕਰਨ ਦੇ ਮਗਰੋਂ ਜਦ ਸਰਦਾਰ ਸਰਦੂਲ ਸਿੰਘ ਜੀ ਕਵੀਸ਼ਰ ਦਾਸ ਨਾਲ ਬਾਲੇ ਵਾਲੇ ਦੇ ਗੁਰਦੁਆਰੇ ਦੇ ਦਰਸ਼ਨ ਕਰਨ ਆਏ ਤਾਂ ਰਾਹ ਵਿੱਚ ਕਹਿਣ ਲੱਗੇ, ਮੈਨੂੰ ਅੱਜ ਬੜਾ ਹੀ ਅਚਰਜ ਹੋਇਆ ਹੈ। ਸੰਤ ਜੀ ਮਹਾਰਾਜ ਦੇ ਚਰਨ ਦੀ ਹਾਲਤ ਤਾਂ ਬੜੀ ਹੀ ਖਰਾਬ ਨਜ਼ਰ ਆਉਂਦੀ ਹੈ, ਪਰ ਮਹਾਰਾਜ ਜੀ ਦਾ ਚਿਹਰਾ ਉਸੇ ਤਰ੍ਹਾਂ ਹੀ ਦਗ-ਦਗ ਕਰ ਰਿਹਾ ਹੈ। ਖਿੜੇ ਮੱਥੇ ਪੂਰਨ ਆਨੰਦ ਵਿੱਚ ਸਾਰਿਆਂ ਨਾਲ ਪ੍ਰੇਮ ਭਰੇ ਬਚਨ ਬਿਲਾਸ ਕਰਦੇ ਹਨ। ਦੁੱਖ ਦਰਦ ਦਾ ਕੋਈ ਅਹਿਸਾਸ ਵੀ ਨਹੀਂ ਮਾਲੂਮ ਹੁੰਦਾ। ਰਾਤ ਰਹਿ ਕੇ ਕਵੀਸ਼ਰ ਜੀ ਦੂਜੇ ਦਿਨ ਲਾਹੌਰ ਮੁੜ ਗਏ। ਸ਼ਾਮ ਦੇ ਵੇਲੇ ਕਥਾ ਵਿੱਚ ਅਤੇ ਕਈ ਵਾਰੀ ਸਹਿਜ ਸੁਭਾਅ ਬਚਨ ਬਿਲਾਸ ਕਰਦਿਆਂ ਸੰਤ ਜੀ ਮਹਾਰਾਜ ਵਿਚਾਰ ਅਤੇ ਪਰਮਾਰਥ ਦੇ ਕਈ ਗੂੜੇ ਨੁਕਤੇ ਪੂਰਨ ਅਤੇ ਬੜੀ ਸਾਧਾਰਨ ਜੁਗਤ ਨਾਲ ਸਮਝਾਉਂਦੇ। ਇਹਨਾਂ ਵਿੱਚੋਂ ਖਾਸ ਧਿਆਨਯੋਗ ਇਹ ਬਚਨ ਹਨ। ਇੱਕ ਦਿਨ ਦਾਸ ਨੂੰ ਪੁੱਛਣ ਲੱਗੇ ਭਾਈ ਤੇਜਾ ਸਿੰਘ, ਦੁਨੀਆ ਵਿੱਚ ਅਸਲੀ ਪਾਤਸ਼ਾਹ ਕੌਣ ਹੈ? ਦਾਸ ਨੇ ਆਖਿਆ, ਫਕੀਰ। ਸੰਤ ਜੀ ਮਹਾਰਾਜ ਹੱਸ ਕੇ ਬੋਲੇ, ਭਾਈ ਪਰਮਾਰਥ ਦੀ ਗੱਲ ਨਹੀਂ ਪੁੱਛੀ, ਵਿਹਾਰ ਦੀ ਗੱਲ ਪੁੱਛੀ ਹੈ, ਸੋਚ ਕੇ ਦੱਸੋ। ਦਾਸ ਨੇ ਬਹੁਤੇਰੀ ਦਲੀਲ ਦੌੜਾਈ ਪਰ ਕੋਈ ਗੱਲ ਨਾ ਫੁਰੀ। ਆਖਰ ਬੇਨਤੀ ਕਰਨੀ ਪਈ, ਸੱਚੇ ਪਾਤਸ਼ਾਹ ਹਜੂਰ ਆਪ ਦੱਸੋ। ਸੰਤ ਜੀ ਮਹਾਰਾਜ ਨੇ ਫਰਮਾਇਆ, ਭਾਈ ਤੇਜਾ ਸਿੰਘ, ਅਸਲੀ ਪਾਤਸ਼ਾਹ ਜ਼ਿਮੀਂਦਾਰ ਹੈ। ਇਹਦੇ ਅੱਗੇ ਸਾਰੇ ਹੱਥ ਕਰਦੇ ਹਨ, ਇਹ ਕਿਸੇ ਅੱਗੇ ਹੱਥ ਨਹੀਂ ਕਰਦਾ। ਫਕੀਰ ਪਾਤਸ਼ਾਹ ਮੰਗਤਾ ਅਤੇ ਅਨੇਕ ਸਵਾਲੀ ਇਸ ਦੇ ਦਰ ਤੇ ਆਉਂਦੇ ਹਨ। ਜੇ ਜ਼ਿਮੀਂਦਾਰ ਆਪਸ ਵਿੱਚ ਇਤਫਾਕ ਕਰ ਲੈਣ ਤਾਂ ਇਹ ਸਭ ਨੂੰ ਆਪਣੇ ਅਧੀਨ ਕਰ ਸਕਦੇ ਹਨ। ਇੱਕ ਦਾਣਾ ਕਿਸੇ ਨੂੰ ਨਾ ਦੇਣ, ਪਰ ਇਹਨਾਂ ਗਿਆਨ ਵਿਹੂਣਿਆਂ ਦੀ ਇਹ ਹਾਲਤ ਹੈ। ਜਦ ਨਿੱਕੀ ਉਮਰੇ ਅਸੀਂ ਭੇਡਾਂ ਚਾਰਦੇ ਤਾਂ ਭੇਡ ਨੂੰ ਜ਼ਮੀਨ ਤੇ ਲੰਮਾ ਪਾ ਉਹਦੇ ਕੰਨ ਤੇ ਛਿੱਤਰ ਰੱਖ ਦਿੰਦੇ, ਆਖਦੇ ਤੈਨੂੰ ਛਿੱਤਰ ਦੀ ਸਹੁੰ, ਤੂੰ ਉੱਠਣਾ ਨਹੀਂ। ਉਹ ਭੇਡ ਉੱਥੇ ਹੀ ਲੰਮੀ ਪਈ ਰਹਿੰਦੀ। ਇਹ ਚੋਰੀ ਯਾਰੀ ਸ਼ਰਾਬ ਅਤੇ ਖੂਨ ਖਰਾਬੇ ਕਰਕੇ ਆਪਣੀ ਸਾਰੀ ਕਮਾਈ ਗਵਾ ਦਿੰਦਾ ਹੈ। ਜਦ ਕਚਹਿਰੀ ਵਿੱਚ ਕੋਈ ਮੁਕੱਦਮਾ ਆ ਬਣਦਾ ਹੈ ਤਾਂ ਬੋਝੇ ਵਿੱਚ ਸੈਂਕੜੇ ਰੁਪਏ ਪਾ ਅਫਸਰ ਦੇ ਘਰ ਜਾਂਦਾ ਹੈ। ਅੱਗੋਂ ਗਾਲਾਂ ਕੱਢਦਾ ਹੈ ਅਤੇ ਆਖਦਾ ਹੈ, ਜਾਓ ਚਲੇ ਜਾਓ। ਉਹ ਢੀਠ ਹੋ ਕੇ ਹੱਥ ਜੋੜਦਾ ਹੈ ਤੇ ਆਖਦਾ ਹੈ, ਨਹੀਂ ਹਜੂਰ, ਇਹ ਤਾਂ ਆਪਦੇ ਬਾਲ ਬੱਚੇ ਦੀ ਮਿਠਾਈ ਵਾਸਤੇ ਹਾਜ਼ਰ ਕਰਦਾ ਹਾਂ। ਦੂਜੇ ਪਾਸੇ ਸੰਤ ਜੀ ਮਹਾਰਾਜ ਨੇ ਇੱਕ ਸੰਤੋਖੀ ਜ਼ਿਮੀਂਦਾਰ ਦੀ ਸਾਖੀ ਸੁਣਾਈ। ਇਹ ਪ੍ਰੇਮੀ ਭੇਡਾਂ ਚਾਰਦਾ, ਇਹਦੇ ਕੱਪੜੇ ਲੀਰਾਂ ਲੱਥੇ ਹੁੰਦੇ। ਜਿਹੜਾ ਉਸ ਨੂੰ ਮਿਲਦਾ ਉਸ ਨੂੰ ਆਖਦਾ, ਮੈਂ ਪਾਤਸ਼ਾਹ ਹਾਂ। ਇੱਕ ਪ੍ਰੇਮੀ ਨੇ ਆਖਿਆ, ਭਾਈ ਤੂੰ ਤਾਂ ਫਕੀਰ ਹੈ, ਪਾਤਸ਼ਾਹ ਕਿਸ ਤਰ੍ਹਾਂ? ਤੇਰੇ ਤਨ ਤੇ ਤਾਂ ਲੀਰਾਂ ਪਹਿਨੀਆਂ ਹੋਈਆਂ ਹਨ। ਨਿੱਡਰ ਅਤੇ ਖਿੜੇ ਮੱਥੇ ਜ਼ਿਮੀਂਦਾਰ ਨੇ ਜਵਾਬ ਦਿੱਤਾ, ਚੋਰੀ ਯਾਰੀ ਮੈਂ ਨਹੀਂ ਕਰਦਾ, ਕਿਸੇ ਅੱਗੇ ਹੱਥ ਨਹੀਂ ਅੱਡਦਾ, ਮੇਰੇ ਜਿਹਾ ਪਾਤਸ਼ਾਹ ਕੌਣ ਹੈ? ਇੱਕ ਦਿਨ ਜੋਗ ਵਸ਼ਿਸ਼ਟ ਦੀ ਕਥਾ ਦੇ ਸਮੇਂ ਮਨ ਦੀ ਪ੍ਰਥਾਏ ਪ੍ਰਚਾਰ ਹੋ ਰਿਹਾ ਸੀ। ਸੰਤ ਜੀ ਮਹਾਰਾਜ ਨੇ ਫਰਮਾਇਆ, ਭਾਈ ਇਸ ਦਾ ਜਿਤਨਾ ਬੜਾ ਹੀ ਕਠਿਨ ਹੈ। ਕਈ ਵਾਰੀ ਇਹ ਮਰਿਆ ਹੋਇਆ ਭਾਸਦਾ ਹੈ ਪਰ ਫੇਰ ਜਾਗ ਪੈਂਦਾ ਹੈ। ਜਦ ਤੱਕ ਬਿਰਹੋਂ ਦੀ ਭੱਠੀ ਵਿੱਚ ਇਹ ਮਨ ਰੂਪੀ ਦਾਣਾ ਪੂਰਾ ਨਾ ਭੁੱਜ ਜਾਵੇ, ਇਸ ਦਾ ਕੱਚਾ ਅੰਕੁਰ ਫੇਰ ਜੰਮ ਪੈਂਦਾ ਹੈ। ਭੁੱਜੇ ਅਤੇ ਕੱਚੇ ਦਾਣੇ ਦੀ ਸ਼ਕਲ ਵਿੱਚ ਕੋਈ ਫਰਕ ਨਹੀਂ, ਪਰ ਭੁੱਜਿਆ ਹੋਇਆ ਦਾਣਾ ਨਹੀਂ ਉੱਗਦਾ ਅਤੇ ਕੱਚੇ ਅੰਕੁਰ ਵਾਲਾ ਫੁੱਟ ਪੈਂਦਾ ਹੈ। ਭਾਈ ਕਿਧਰੇ ਸ਼ੇਕ ਚਿੱਲੀ ਵਾਂਗਣ ਤਾਜੇ ਮੋਇਆਂ ਵਾਲੀ ਗੱਲ ਨਾ ਬਣ ਜਾਵੇ। ਜਗਿਆਸੂ ਨੂੰ ਬੜਾ ਹੀ ਸੁਚੇਤ ਰਹਿਣਾ ਚਾਹੀਦਾ ਹੈ। ਦੁਨੀਆ ਬੜੀ ਚਤੁਰ ਹੈ, ਉੱਡਦੇ ਜਾਂਦੇ ਨੂੰ ਗੋਲੀ ਮਾਰ ਕੇ ਹੇਠਾਂ ਡੇਗ ਲੈਂਦੀ ਹੈ। ਇਹ ਜੀਵ ਵੀ ਕਈ ਵਾਰੀ ਇੱਲ ਵਾਂਗੂ ਉਡਾਰੀ ਮਾਰਦਾ ਹੈ ਅਤੇ ਬੜਾ ਉੱਚਾ ਆਕਾਸ਼ ਵਿੱਚ ਚੜ੍ਹ ਜਾਂਦਾ ਹੈ, ਪਰ ਬੋਟੀ ਦੇਖ ਝੱਟ ਝਪਟਾ ਮਾਰ ਧਰਤੀ ਤੇ ਡਿੱਗ ਪੈਂਦਾ ਹੈ। ਫੇਰ ਸੰਤ ਜੀ ਨੇ ਸ਼ੇਖ ਚਿੱਲੀ ਦੀ
ਸਾਰੀ ਸਾਖੀ ਆਖ ਸੁਣਾਈ। ਇੱਕ ਦਿਨ ਸ਼ੇਖ ਚਿੱਲੀ ਇੱਕ ਦਰਖਤ ਦੀ ਟਾਹਣੀ ਤੇ ਬੈਠਾ ਉਸੇ ਨੂੰ ਹੀ ਕੱਟ ਰਿਹਾ ਸੀ। ਹੇਠੋਂ ਇੱਕ ਰਾਹੀ ਲੰਘਿਆ, ਉਸਨੇ ਆਖਿਆ, ਤੂੰ ਡਿੱਗ ਪਵੇਂਗਾ, ਇਹ ਟਾਹਣੀ ਨਾ ਕੱਟ। ਸ਼ੇਖ ਚਿੱਲੀ ਨੇ ਆਖਿਆ, ਜਾ ਜਾ, ਤੇਰੇ ਵਰਗੇ ਕਈ ਦੇਖੇ ਆ। ਅਜੇ ਰਾਹੀ 100 ਕੋ ਕਦਮ ਤੁਰਿਆ ਸੀ ਕਿ ਟਾਹਣੀ ਟੁੱਟ ਗਈ ਅਤੇ ਸ਼ੇਖ ਚਿੱਲੀ ਧਰਤੀ ਤੇ ਡਿੱਗ ਪਿਆ। ਸੱਟ ਸੁੱਟ ਦੀ ਕੋਈ ਪਰਵਾਹ ਨਾ ਕੀਤੀ, ਦੌੜਿਆ ਰਾਹੀ ਦੇ ਮਗਰ, ਲੱਗਾ ਆਵਾਜ਼ਾਂ ਮਾਰਨ, ਤੂੰ ਤਾਂ ਰੱਬ ਹੈ, ਦੱਸ ਮੈਂ ਕਦੋਂ ਮਰਾਂਗਾ। ਥੋੜੇ ਚਿਰ ਵਿੱਚ ਹੀ ਰਾਹੀ ਦੇ ਕੋਲ ਪੁੱਜਾ। ਉਸ ਦਾ ਪੱਲਾ ਫੜ ਆਪਣਾ ਸਵਾਲ ਵਾਰ-ਵਾਰ ਦੁਹਰਾਈ ਗਿਆ। ਹੁਣ ਰਾਹੀ ਨੂੰ ਆਪਣਾ ਪਿੱਛਾ ਛੁਡਾਉਣਾ ਮੁਸ਼ਕਲ ਹੋ ਗਿਆ, ਪਰ ਬੰਦਾ ਜੁਗਤੀ ਵਾਲਾ ਸੀ। ਆਖਿਓ ਸੂ ਕੇ ਭਾਈ, ਤੂੰ ਤਾਂ ਮਰ ਗਿਆ ਹੈ, ਉਹ ਸਾਹਮਣਾ ਟੋਇਆ ਤੇਰੀ ਕਬਰ ਹੈ, ਉਸ ਵਿੱਚ ਪੈ ਜਾ। ਸ਼ੇਖ ਚਿੱਲੀ ਉਸੇ ਵੇਲੇ ਟੋਏ ਵਿੱਚ ਜਾ ਲੰਮਾ ਪਿਆ। ਰਾਹੀ ਅੱਗੇ ਤੁਰ ਪਿਆ। ਥੋੜੇ ਚਿਰ ਮਗਰੋਂ ਇੱਕ ਹੋਰ ਪ੍ਰੇਮੀ ਆ ਗਿਆ। ਇਸ ਦੇ ਸਿਰ ਦੇ ਉੱਤੇ ਇੱਕ ਪੀਪਾ ਚੁੱਕਿਆ ਹੋਇਆ ਸੀ, ਭਾਰ ਧਾਕਿਆ ਹੋਇਆ, ਉੱਚੀ ਉੱਚੀ ਆਪਣੇ ਆਪ ਨਾਲ ਗੱਲਾਂ ਕਰਨ ਲੱਗ ਪਿਆ। ਇਸ ਜੂਹ ਵਿੱਚ ਕੋਈ ਬੰਦਾ ਜਾਂ ਬੰਦੇ ਦੀ ਜਾਤ ਨਜ਼ਰ ਨਹੀਂ ਪੈਂਦੀ, ਨਹੀਂ ਤਾਂ ਪੀਪਾ ਚੁਕਾ ਕੁਝ ਮਜ਼ਦੂਰੀ ਦੇ ਦਿੰਦਾ। ਟੋਏ ਵਿੱਚ ਪਿਆ ਸ਼ੇਖ ਚਿੱਲੀ ਬੋਲ ਉੱਠਿਆ, ਜਦੋਂ ਜਿਉਂਦੇ ਸਾਂ ਭਾਰ ਚੁੱਕ ਲੈਂਦੇ ਸਾਂ, ਹੁਣ ਤਾਂ ਮੋਏ ਪਏ ਆ। ਭਾਰ ਵਾਲੇ ਪ੍ਰੇਮੀ ਨੇ ਆਖਿਆ, ਭਾਈ ਕਦੇ ਮੋਏ ਹੋਏ ਵੀ ਬੋਲਦੇ ਹਨ? ਸ਼ੇਖ ਚਿੱਲੀ ਬੋਲਿਆ, ਯਾਰ ਤਾਜ਼ਾ ਮੋਇਆ ਹਾਂ। ਇਸੇ ਤਰ੍ਹਾਂ ਜੀਵ ਥੋੜੇ ਅਭਿਆਸ ਮਗਰੋਂ ਆਪਣੇ ਆਪ ਨੂੰ ਮਨ ਕਰਕੇ ਮੋਇਆ ਹੋਇਆ ਸਮਝਣ ਲੱਗ ਪੈਂਦਾ ਹੈ, ਪਰ ਨਿੱਕੀ ਜਿਹੀ ਦ੍ਰਿਸ਼ਟ ਮਾਨ ਦੀ ਖਿੱਚ ਨਾਲ ਇਹ ਤਾਜ਼ੇ ਮੋਏ ਸ਼ੇਖ ਚਿੱਲੀ ਵਾਂਗੂ ਭੁੜਕ ਉੱਠਦਾ ਹੈ। ਪ੍ਰੇਮੀਓ, ਇਸ ਮਨ ਦਾ ਕੋਈ ਵਿਸਾਹ ਨਹੀਂ। ਘਾਹ ਵਿੱਚ ਲੁਕੇ ਹੋਏ ਸੱਪ ਵਾਂਗੂ ਇਹ ਅਸ਼ੋਪ ਹੀ ਸਿਰੀ ਕੱਢ ਡੰਗ ਮਾਰ ਜਾਂਦਾ ਹੈ। ਇੱਕ ਦਿਨ ਇਸ ਗੱਲ ਤੇ ਵਿਚਾਰ ਤੁਰ ਪਈ ਕਿ ਬੰਦਾ ਫਸਿਆ ਹੋਇਆ ਮਾਰ ਖਾਂਦਾ ਹੈ। ਜੋ ਜੋ ਕਰਮ ਕੀਓ ਲਾਲਚ ਲੱਗ, ਤਿਹ ਤਿਹ ਆਪ ਬੰਧਾਇਓ ਰਹਾਉ। ਨਾਨਕ ਔਗਣ ਜੇਤੜੇ, ਤੇਤੇ ਗਲੀ ਜੰਜੀਰ। ਸੰਤ ਜੀ ਮਹਾਰਾਜ ਨੇ ਫਰਮਾਇਆ, ਭਾਈ ਜਿਹੜੇ ਪ੍ਰੇਮੀ ਆਪਣੇ ਮਨ ਦੇ ਮਗਰ ਲੱਗ ਕੇ ਕੂਕਦੇ ਹਨ ਕਿ ਅਸੀਂ ਆਜ਼ਾਦ ਬਣ ਗਏ ਹਾਂ, ਉਹ ਭੁਲੇਖੇ ਵਿੱਚ ਹਨ। ਜਦ ਤੀਕਰ ਜੀਵ ਸੰਤੋਖ ਧਾਰਨ ਕਰਕੇ ਆਪਣੀਆਂ ਆਦਤਾਂ ਅਤੇ ਰਸਨਾ ਇੰਦਰੀ ਦੇ ਸਵਾਦਾਂ ਤੋਂ ਉੱਚਾ ਨਹੀਂ ਹੁੰਦਾ, ਤਦ ਤੀਕਰ ਇਹ ਗੁਲਾਮ ਹੈ। ਮੱਕੜੀ ਵਾਂਗੂ ਆਪਣੇ ਆਲੇ ਦੁਆਲੇ ਜਾਲ ਤਣ ਕੇ ਫਸਿਆ ਹੋਇਆ ਮਾਰ ਖਾਈ ਜਾਂਦਾ ਹੈ। ਇੱਕ ਦਿਨ ਬੁੱਲੇ ਸ਼ਾਹ ਛੁੱਟਿਆ ਹੋਇਆ ਆਜ਼ਾਦ ਫਕੀਰ ਮਸੀਤ ਅੰਦਰੋਂ ਲੰਘ ਰਿਹਾ ਸੀ। ਅੰਦਰ ਮੌਲਵੀ ਅਤੇ ਹੋਰ ਕਈ ਸ਼ਰ੍ਹਾ ਦੇ ਜਕੜੇ ਹੋਏ ਪ੍ਰੇਮੀ ਨਮਾਜ਼ ਪੜ੍ਹ ਰਹੇ ਸਨ। ਬੁੱਲੇ ਨੂੰ ਜੋ ਮੌਜ ਆਈ, ਲੱਗਾ ਧਰਤੀ ਦੇ ਪੈਰ ਨਾਲ ਜੁੱਤੀਆਂ ਮਾਰਨ। ਆਖੇ, ਮੇਰੀ ਜੁੱਤੀ ਹੇਠਾਂ ਰੱਬ, ਮੇਰੀ ਜੁੱਤੀ ਹੇਠਾਂ ਰੱਬ। ਮਸੀਤ ਦੇ ਅੰਦਰਲੇ ਨਮਾਜ਼ੀ ਸੱਜਣ ਨਮਾਜ਼ ਤਾਂ ਪੜ੍ਹਦੇ ਰਹੇ, ਪਰ ਇਹਨਾਂ ਦਾ ਧਿਆਨ ਬੁੱਲੇ ਵੱਲ ਬਦਲ ਗਿਆ। ਮਨ ਵਿੱਚ ਆਖਣ ਲੱਗ ਪਏ ਕਿ ਕਾਫਰ ਕੀ ਕਰ ਰਿਹਾ ਹੈ, ਨਮਾਜ਼ ਤੋਂ ਵਿਹਲੇ ਹੋਈਏ, ਫਿਰ ਇਸ ਨੂੰ ਇਸ ਦੇ ਕੁਫਰ ਦੀ ਸਜ਼ਾ ਭੁਗਤਾਈਏ। ਬਸ ਧਰਤੀ ਤੇ ਅਖੀਰੀ ਸਜਦਾ ਕਰ ਛੇਤੀ ਛੇਤੀ ਮਸੀਤ ਤੋਂ ਬਾਹਰ ਨਿਕਲੇ ਅਤੇ ਬੁੱਲੇ ਨੂੰ ਕਾਬੂ ਕਰ ਲਿਆ। ਲਿਆਏ ਕਾਜੀ ਪਾਸ। ਘੰਟਾ ਕੋ ਸਾਰਿਆਂ ਆਪਣੀ ਥਾਂ ਬੁੱਲੇ ਦੀ ਇਸ ਕੁਫਰ ਭਰੀ ਕਰਤੂਤ ਦਾ ਬਿਆਨ ਦਿੱਤਾ। ਬੁੱਲਾ ਵਿਚਾਰਾ ਚੁੱਪ ਚੁਪੀਤਾ ਇੱਕ ਪਾਸੇ ਖੜਾ ਰਿਹਾ। ਜਦ ਸਾਰੇ ਆਪਣੀ ਆਪਣੀ ਗੱਲ ਕਰ ਚੁੱਕੇ ਤਾਂ ਇਸ ਨੇ ਹੌਲੀ ਜਿਹੀ ਬੜੇ ਅਦਬ ਨਾਲ ਕਾਜੀ ਨੂੰ ਆਖਿਆ, ਜਨਾਬ ਤੁਸੀਂ ਫਰਮਾਓ ਕਿ ਮੇਰੀ ਜੁੱਤੀ ਹੇਠਾਂ ਰੱਬ ਨਹੀਂ? ਕਾਜੀ ਸਿਆਣਾ ਸੀ, ਰਮਜ ਸਮਝ ਗਿਆ। ਆਖਿਓ, ਸੋ ਭਾਈ ਇਹ ਤਾਂ ਸਾਈਂ ਦਾ ਫਕੀਰ ਹੈ, ਛੱਡ ਦਿਓ। ਕਾਜੀ ਕੋਲੋਂ ਤਾਂ ਬੁੱਲੇ ਨੂੰ ਛੁਟਕਾਰਾ ਮਿਲ ਗਿਆ, ਪਰ ਮੌਲਵੀਆਂ ਨੇ ਆਪਣੇ ਦਿਲ ਵਿੱਚ ਰੜਕ ਰੱਖੀ, ਸਲਾਹ ਕੀਤੀ ਕਿ ਜਦੋਂ ਕਦੀ ਇਹ ਬਾਹਰ ਜੰਗਲ ਵਿੱਚ ਇਕੱਲਾ ਮਿਲੇ, ਇਹਨੂੰ ਖੂਬ ਕੁੱਟੀਏ। ਇੱਕ ਦਿਨ ਬੁੱਲਾ ਇਹਨਾਂ ਮੌਲਵੀਆਂ ਤੇ ਇਹਨਾਂ ਦੇ ਕੁਝ ਗੁੰਡਿਆਂ ਸਾਥੀਆਂ ਦੇ ਕਾਬੂ ਆ ਗਿਆ।
ਮੌਲਵੀਆਂ ਨੇ ਗੁੰਡਿਆਂ ਨੂੰ ਹੁਕਮ ਦਿੱਤਾ ਕਿ ਇਹਨੂੰ ਖੂਬ ਛਿਤਰਾਓ। ਜਦ ਛਿਤਰਾਉਣ ਲੱਗੇ ਤਦ ਮੌਲਵੀਆਂ ਨੇ ਬੁੱਲੇ ਨੂੰ ਪੁੱਛਿਆ, ਬੁੱਲਿਆ ਤੂੰ ਕੌਣ ਹੈ? ਇਸ ਨੇ ਆਖਿਆ, ਬੰਦਾ। ਹੁਣ ਛਿੱਤਰ ਬੰਦ ਹੋ ਗਏ ਤੇ ਇਸ ਨੂੰ ਛੱਡ ਦਿੱਤਾ ਗਿਆ। ਫਿਰ ਕਾਜ਼ੀਆਂ ਨੇ ਪੁੱਛਿਆ, ਬੁੱਲਿਆ ਤੂੰ ਕੌਣ ਹੈ? ਇਸ ਨੇ ਆਖਿਆ, ਖੁਦਾ। ਕਾਜ਼ੀਆਂ ਮੌਲਵੀਆਂ ਨੂੰ ਅੱਗ ਲੱਗ ਗਈ, ਆਖਿਆ, ਮਾਰੋ ਕਾਫਰ ਨੂੰ। ਇਸੇ ਤਰ੍ਹਾਂ ਜਦ ਮਾਰਦੇ ਨੂੰ ਪੁੱਛਣ ਤਦ ਬੁੱਲਾ ਬੰਦਾ ਕਹੇ, ਅਤੇ ਜਦ ਛੁੱਟੇ ਉਸ ਨੂੰ ਪੁੱਛਣ ਤਾਂ ਖੁਦਾ ਕਹੇ। ਮੌਲਵੀ ਅੱਕ ਗਏ, ਸਾਰੀ ਤਾਂ ਜੇਬ ਭੁੱਲ ਗਈ। ਆਖਣ ਲੱਗੇ, ਸਹੁਰਿਆ ਇਹ ਕੀ? ਇਸ ਨੇ ਆਖਿਆ, ਬੱਧਾ ਬੰਦਾ, ਖੁਲਾਸ ਖੁਦਾ। ਇਸੇ ਤਰ੍ਹਾਂ ਹੀ ਜੀਵ ਆਪਣੀ ਵਾਸ਼ਨਾ ਤੇ ਆਦਤਾਂ ਦਾ ਬੱਧਾ ਹੋਇਆ ਗੁਲਾਮ ਬੰਦਾ ਹੈ, ਅਤੇ ਇਹਨਾਂ ਤੋਂ ਛੁੱਟਿਆ ਹੋਇਆ ਆਜ਼ਾਦ ਖੁਦ ਖੁਦਾ ਹੈ। ਜਿਹ ਪ੍ਰਾਨੀ ਹਉ ਮੈਂ ਤਜੀ, ਕਰਤਾ ਰਾਮ ਪਛਾਨ। ਜਬ ਹਮ ਹੋਤੇ ਤਬ ਤੂ ਨਾਹੀ, ਅਬ ਤੂ ਹੀ ਮੈਂ ਨਾਹੀ। ਹਉ ਹਉ ਮੈਂ ਵਿੱਚ ਹੋ ਖੋਵੈ, ਦੂਜਾ ਮਿਟੈ ਇਕ ਹੋਵੈ। ਜਦ ਤੀਕਰ ਬੰਦਾ ਖੁਦ ਗਰਜੀ ਦਾ ਜਕੜਿਆ ਹੋਇਆ ਹੈ, ਆਪ ਵੀ ਗੁਲਾਮ ਹੈ ਅਤੇ ਦੂਜਿਆਂ ਨੂੰ ਵੀ ਗੁਲਾਮ ਬਣਾਉਂਦਾ ਹੈ। ਖੁਦ ਗਰਜੀ ਤੋਂ ਰਹਿਤ ਇਨਸਾਨ ਹੀ ਆਜ਼ਾਦ ਹੋ ਸਕਦਾ ਹੈ। ਬਿਕਰਮਜੀਤ ਵਾਂਗੂ ਐਸਾ ਪੁਰਸ਼ ਹੀ ਸਾਰੀ ਪ੍ਰਜਾ ਨੂੰ ਇੱਕ ਨਿਗਾਹ ਨਾਲ ਦੇਖ ਕੇ ਸੁਖੀ ਅਤੇ ਆਨੰਦ ਰੱਖ ਸਕਦਾ ਹੈ। ਮਨ ਨੂੰ ਰੋਕਣ ਦੀ ਪ੍ਰਥਾਏ ਇੱਕ ਦਿਨ ਸੰਤ ਜੀ ਮਹਾਰਾਜ ਨੇ ਇਹ ਸਾਖੀ ਸੁਣਾਈ। ਅੰਮ੍ਰਿਤਸਰ ਸਾਹਿਬ ਸੁਧਾਸਰ ਸਰੋਵਰ ਦੀ ਪਰਿਕਰਮਾ ਵਿੱਚ ਇੱਕ ਸਾਧੂ ਰਹਿੰਦਾ ਸੀ। ਇਹ ਹਰ ਸਮੇਂ ਬੰਦਗੀ ਵਿੱਚ ਮਸਤ ਰਹਿੰਦਾ ਤੇ ਕਿਸੇ ਅੱਗੇ ਸਵਾਲ ਨਾ ਕਰਦਾ। ਸਹਿਜ ਸੁਭਾਏ ਜੋ ਕਰਤਾਰ ਭੇਜਦਾ ਉਸ ਵਿੱਚ ਹੀ ਗੁਜ਼ਾਰਾ ਕਰ ਲੈਂਦਾ। ਇੱਕ ਦਿਨ ਇਸ ਦੇ ਮਨ ਵਿੱਚ ਖੀਰ ਛਕਣ ਦਾ ਫੁਰਨਾ ਆ ਗਿਆ। ਆਪਣੇ ਆਸਣ ਤੋਂ ਉੱਠ ਬੈਠਾ ਤੇ ਬਾਬਾ ਸ਼ਾਮ ਸਿੰਘ ਜੀ ਦੀ ਧਰਮਸ਼ਾਲਾ ਦੇ ਬਾਜ਼ਾਰ ਵੱਲ ਤੁਰ ਪਿਆ। ਤੁਰਿਆ ਜਾਵੇ ਅਤੇ ਨਾਲ ਨਾਲ ਆਖੀ ਜਾਵੇ, ਤੈਨੂੰ ਖਵਾਉਂਦਾ ਹਾਂ, ਚੰਗਾ ਤੈਨੂੰ ਖਵਾਉਂਦਾ ਹਾਂ। ਇਸੇ ਰੰਗ ਵਿੱਚ ਬਾਜ਼ਾਰ ਵਿੱਚ ਇੱਕ ਹਲਵਾਈ ਦੀ ਦੁਕਾਨ ਤੇ ਜਾ ਪੁੱਜਾ। ਉਸ ਦੀ ਭਰੀ ਹੋਈ ਦੁੱਧ ਦੀ ਕੜਾਹੀ ਚੁੱਲ੍ਹੇ ਤੇ ਰੱਖੀ ਹੋਈ ਸੀ। ਸਾਧੂ ਨੇ ਹਲਵਾਈ ਨੂੰ ਆਖਿਆ, ਇਸ ਦੁੱਧ ਵਿੱਚ ਚਾਵਲ ਪਾ ਦਿਓ ਅਤੇ ਖੀਰ ਬਣਾ ਦਿਓ। ਹਲਵਾਈ ਨੇ ਆਪਣੇ ਧਨ ਭਾਗ ਸਮਝੇ ਅਤੇ ਖੀਰ ਤਿਆਰ ਕਰ ਲਈ। ਸਾਧੂ ਨੇ ਆਗਿਆ ਕੀਤੀ ਕਿ ਕੁੰਡਿਆਂ ਵਿੱਚ ਬਾਂਸ ਪਾ ਕੇ ਇਹਨੂੰ ਪਰਿਕਰਮਾ ਵਿੱਚ ਮੇਰੇ ਆਸਣ ਤੇ ਲੈ ਚੱਲੋ। ਜਦ ਕੜਾਹੀ ਉੱਥੇ ਪੁੱਜ ਗਈ ਅਤੇ ਕੁਝ ਚਿਰ ਮਗਰੋਂ ਖੀਰ ਠੰਡੀ ਹੋ ਗਈ, ਤਦ ਸਾਧੂ ਕੜਾਹੀ ਦੇ ਉੱਤੇ ਹੀ ਬੈਠ ਗਿਆ। ਕੁਝ ਚਿਰ ਖਾਈ ਗਿਆ। 2-4 ਸੇਰ ਖਾਣ ਦੇ ਮਗਰੋਂ ਜਦ ਪੇਟ ਵਿੱਚ ਥਾਂ ਨਾ ਰਹੀ ਤੇ ਮਨ ਮੁੜ ਗਿਆ, ਤਦ ਲੱਗਾ ਆਪਣੇ ਆਪ ਨੂੰ ਚਪੇੜਾ ਮਾਰਨ ਤੇ ਕਹਿਣ ਲੱਗਾ, ਖਾ ਹੁਣ, ਖਾਂਦਾ ਕਿਉਂ ਨਹੀਂ, ਫੇਰ ਮੰਗੇਗਾ। ਹਜ਼ਾਰਾਂ ਯਾਤਰੂ ਇਹ ਖੇਡ ਦੇਖ ਇਕੱਠੇ ਹੋ ਗਏ। ਸਾਧੂ ਬਹੁਤ ਚਿਰ ਇਸ ਤਰ੍ਹਾਂ ਆਪਣੇ ਆਪ ਨੂੰ ਕੁੱਟੀ ਗਿਆ ਅਤੇ ਆਪਣੇ ਮਨ ਨੂੰ ਨਸੀਹਤ ਦਿੱਤੀ ਕਿ ਫਿਰ ਕਦੀ ਫੁਰਨਾ ਨਾ ਉਠਾਵੇ। ਜੋ ਕਰਤਾਰ ਭੇਜੇ ਸ਼ੁਕਰ ਕਰਕੇ ਛਕ ਲਵੇ। ਇਸ ਤਰ੍ਹਾਂ ਭਾਈ ਇਹ ਮਨ ਫਿਟਕਾਰੇ ਕੁੱਟੇ ਬਗੈਰ ਕਾਬੂ ਨਹੀਂ ਆਉਂਦਾ। ਕੂਟਣ ਸੋਏ ਜੋ ਮਨ ਕਉ ਕੂਟੈ। ਇਸੇ ਪ੍ਰਥਾਏ ਸੰਤ ਜੀ ਮਹਾਰਾਜ ਨੇ ਵਲੀ ਰਾਮ ਦੀ ਸਾਖੀ ਸੁਣਾਈ। ਇਹ ਅਕਬਰ ਪਾਤਸ਼ਾਹ ਦੇ ਦਰਬਾਰ ਵਿੱਚ ਇੱਕ ਦਰਬਾਰੀ ਸੀ। ਬਹੁਤ ਚਿਰ ਪੂਰੀ ਵਫਾਦਾਰੀ, ਅਦਬ ਅਤੇ ਮਿਹਨਤ ਨਾਲ ਸੇਵਾ ਕਰਨ ਦੇ ਮਗਰੋਂ ਇੱਕ ਦਿਨ ਇਸ ਦੇ ਮਨ ਵਿੱਚ ਇਹ ਖਿਆਲ ਆਇਆ ਕਿ ਤੂੰ ਜੋ ਇੱਕ ਦੁਨੀਆ ਦੇ ਬਾਦਸ਼ਾਹ ਵਾਸਤੇ ਇੰਨਾ ਹੇਠਾਂ ਉਤਾਂਹ ਹੁੰਦਾ ਹੈ, ਜੇ ਕਦੀ ਰੱਬ ਦੇ ਪਾਸੇ ਇਸ ਤਰ੍ਹਾਂ ਲੱਗ ਜਾਵੇਂ ਤਾਂ ਪਤਾ ਨਹੀਂ ਤੈਨੂੰ ਕੀ ਕੁਝ ਮਿਲੇ। ਇਹ ਸੋਚ ਵਰਦੀ ਲਾਹ ਵਲੀ ਰਾਮ ਜਮਨਾ ਦੇ ਕਿਨਾਰੇ ਵੱਲ ਤੁਰ ਪਿਆ ਕਿ ਚੱਲੋ ਉੱਥੇ ਚੱਲ ਕੇ ਰੱਬ ਦੀ ਯਾਦ ਕਰੀਏ। ਰਸਤੇ ਵਿੱਚ ਇਹਨੂੰ ਖਿਆਲ ਆਇਆ ਕਿ ਗੁਰੂ ਬਿਨਾਂ ਗਤ ਨਹੀਂ, ਸ਼ਾਹ ਬਿਨਾਂ ਪਤ ਨਹੀਂ। ਇਹ ਸੰਕਲਪ ਅਜੇ ਚਿੱਤ ਵਿੱਚ ਫੁਰਿਆ ਹੀ ਸੀ ਕਿ ਸਾਹਮਣੇ ਇੱਕ ਮਲੰਗ ਨਜ਼ਰ ਆਇਆ। ਉਹਦੇ ਕੋਲ ਪੁੱਜਾ ਅਤੇ ਬੜੀ ਸ਼ਰਧਾ ਨਾਲ ਮੱਥਾ ਟੇਕ ਕੇ ਅਰਜ਼ ਕੀਤੀ, ਫਕੀਰ ਸਾਈਂ, ਮੈਨੂੰ ਗੁਰੂ ਉਪਦੇਸ਼ ਦਿਓ। ਮਲੰਗ ਨੇ ਆਖਿਆ, ਜਾ ਜਾ, ਚਲਾ ਜਾ, ਉਪਦੇਸ਼ ਲੈਣ ਆਇਆ ਹੈ। ਕੱਲ ਤੈਨੂੰ ਫੇਰ ਪਾਤਸ਼ਾਹ ਦੇ ਝੂਠੇ ਟੁਕੜੇ ਯਾਦ ਆ ਜਾਣਗੇ ਤੇ ਉਧਰ ਭੱਜਾ ਜਾਵੇਂਗਾ।
ਵਲੀ ਨੇ ਫੇਰ ਬੇਨਤੀ ਕੀਤੀ, ਪਰ 2 ਵਾਰੀ ਫੇਰ ਇਹੋ ਜਵਾਬ ਮਿਲਿਆ। ਜਦ 3 ਵਾਰੀ ਝਾੜ ਖਾ ਹੱਥ ਜੋੜ ਬੈਠਾ ਰਿਹਾ, ਤਦ ਮਲੰਗ ਨੇ ਸਮਝ ਲਿਆ ਕਿ ਇਹਨੂੰ ਸੱਚਮੁੱਚ ਹੀ ਇਸ ਪਾਸੇ ਦੀ ਲਗਨ ਹੈ। ਦਿਆਲੂ ਹੋ ਕੇ ਆਖਿਆ, ਜਾ ਗੁਰਮੰਤਰ ਇਹੋ ਹੀ ਹੈ, ਜੋ ਮਨ ਕਹੇ ਉਸ ਤੋਂ ਪੁੱਠਾ ਉਲਟ ਚੱਲੋ, ਇਸ ਦੇ ਪਿੱਛੇ ਨਾ ਲੱਗੇ। ਸਿੱਖਿਆ ਲੈ ਮੱਥਾ ਟੇਕ। ਵਲੀ ਇੱਕ ਇਕਾਂਤ ਥਾਂ ਜਮਨਾ ਕਿਨਾਰੇ ਜਾ ਬੈਠਾ, ਲੱਗਾ ਰੱਬ ਨੂੰ ਯਾਦ ਕਰਨ। ਜਦ ਕਦੀ ਘਰ ਜਾਣ ਦਾ ਜਾਂ ਬਾਦਸ਼ਾਹ ਦੀ ਕਚਹਿਰੀ ਪੁੱਜਣ ਦਾ ਫੁਰਨਾ ਆਵੇ, ਚੁਫਾਲ ਲੰਮਾ ਪੈ ਜਾਵੇ, ਮਨ ਨੂੰ ਆਖੇ ਤੂੰ ਭੱਜਾ, ਫਿਰ ਮੈਂ ਨਹੀਂ ਜਾਂਦਾ। ਮਨ ਜਾਤਾ ਤੇ ਜਾਣ ਦੇ, ਆਸਥਿਰ ਰੱਖ ਸਰੀਰ, ਚਿੱਲੇ ਚੜੀ ਕਮਾਨ ਬਿਨ, ਕਿਉ ਕਰ ਨਿਕਸੇ ਤੀਰ। ਇਸ ਤਰ੍ਹਾਂ ਸਿਮਰਨ ਕਰਦਿਆਂ ਤੇ ਮਨ ਤੋਂ ਪੁੱਠਾ ਚੱਲਦਿਆਂ ਵਲੀ ਰਾਮ ਵਿੱਚ ਫਕੀਰੀ ਵਾਲੀ ਆਕਰਸ਼ਣ ਸ਼ਕਤੀ ਜਾਗ ਪਈ। ਦੁਨੀਆ ਇਹਦੇ ਪਾਸ ਆਉਣ ਲੱਗ ਪਈ ਅਤੇ ਸਾਰੇ ਦਿੱਲੀ ਸ਼ਹਿਰ ਵਿੱਚ ਇਸ ਦੀ ਸ਼ੋਹਰਤ ਫੈਲ ਗਈ। ਇੱਕ ਦਿਨ ਅਕਬਰ ਬਾਦਸ਼ਾਹ ਨੂੰ ਸਹਿਜ ਸੁਭਾਅ ਯਾਦ ਆਇਆ। ਪੁੱਛਿਓ ਸੂ, ਭਾਈ ਵਲੀ ਰਾਮ ਕਿੱਥੇ ਹੈ? ਕਿੰਨਾ ਚਿਰ ਹੋ ਗਿਆ ਹੈ, ਉਸ ਨੂੰ ਕਦੀ ਦਰਬਾਰ ਵਿੱਚ ਨਹੀਂ ਦੇਖਿਆ। ਦਰਬਾਰੀਆਂ ਨੇ ਆਖਿਆ, ਪਾਤਸ਼ਾਹ ਸਲਾਮਤ, ਉਹ ਤਾਂ ਫਕੀਰ ਹੋ ਗਿਆ ਹੈ ਅਤੇ ਦੁਨੀਆ ਉਹਨੂੰ ਪੂਜਣ ਲੱਗ ਪਈ ਹੈ। ਬਾਦਸ਼ਾਹ ਸਤ ਸੰਗਤ ਦਾ ਆਸ਼ਿਕ ਸੀ। ਆਖਣ ਲੱਗਾ, ਚਲੋ ਭਾਈ ਵਲੀ ਰਾਮ ਦਾ ਦਰਸ਼ਨ ਕਰ ਆਈਏ। ਉਸੇ ਵੇਲੇ ਅਕਬਰ ਬਾਦਸ਼ਾਹ ਅੱਗੇ ਅੱਗੇ ਅਤੇ ਪਿੱਛੇ ਪਿੱਛੇ ਸਾਰੇ ਦਰਬਾਰੀ ਜਮਨਾ ਵੱਲ ਤੁਰ ਪਏ। ਬਾਦਸ਼ਾਹ ਨੂੰ ਇਸ ਤਰ੍ਹਾਂ ਜਾਂਦਿਆਂ ਦੇਖ ਸ਼ਹਿਰ ਦੇ ਕਈ ਹੋਰ ਪ੍ਰੇਮੀ ਵੀ ਨਾਲ ਰਲ ਗਏ। ਹਜ਼ਾਰਾਂ ਦੀ ਗਿਣਤੀ ਹੋ ਗਈ। ਜਦ ਵਲੀ ਰਾਮ ਦੇ ਨੇੜੇ ਪੁੱਜੇ ਤਾਂ ਇਸ ਨੇ ਬਾਦਸ਼ਾਹ ਨੂੰ ਪਛਾਣ ਲਿਆ। ਚਿੱਤ ਵਿੱਚ ਖਿਆਲ ਆਇਆ ਕਿ ਖੜੇ ਹੋ ਕੇ ਅਦਬ ਕਰੀਏ। ਉਸ ਵੇਲੇ ਮਲੰਗ ਦਾ ਗੁਰਮੰਤਰ ਯਾਦ ਆ ਗਿਆ। ਫੌਰਨ ਧਰਤੀ ਤੇ ਲੰਮਾ ਪੈ ਗਿਆ। ਜਦ ਅਕਬਰ ਕੋਲ ਆਇਆ ਤਾਂ ਇਸ ਨੇ ਹੱਸ ਕੇ ਪੁੱਛਿਆ, ਵਲੀ ਕਬ ਕੇ ਪਾਉ ਪਸਾਰੇ? ਵਲੀ ਨੇ ਉੱਤਰ ਦਿੱਤਾ, ਜਬ ਕੇ ਹਾਥ ਸੰਕੋਚੇ। ਬਾਲੇਵਾਲ ਨਾਲ ਦੇ ਪਿੰਡਾਂ ਵਿੱਚ ਜਿਸ ਪ੍ਰੇਮੀ ਦੇ ਘਰ ਵਿਆਹ ਹੁੰਦਾ, ਉਹ ਕੁਝ ਵੇਸਣ ਦੀਆਂ ਮੋਟੀਆਂ ਸੇਵੀਆਂ ਸੰਤ ਜੀ ਮਹਾਰਾਜ ਦੀ ਭੇਟਾ ਕਰਦਾ। ਇੱਕ ਦਿਨ ਦੀਵਾਨ ਦੇ ਮਗਰੋਂ ਸੰਤ ਜੀ ਮਹਾਰਾਜ ਕੋਠੀ ਦੇ ਵਿਹੜੇ ਵਿੱਚ ਪਲੰਘ ਤੇ ਸਜੇ ਹੋਏ ਧੁੱਪ ਸੇਕ ਰਹੇ ਸਨ। ਆਪਣੇ ਗੜਵਈ ਭਾਈ ਰਾਮ ਸਿੰਘ ਨੂੰ ਫਰਮਾਇਆ, ਭਾਈ ਰਾਮ ਸਿੰਘ, ਵੇਸਣੀ ਸੇਵੀਆਂ ਲਿਆਓ। ਭਾਈ ਰਾਮ ਸਿੰਘ ਜੀ ਵੇਸਣੀ ਸੇਵੀਆਂ ਦਾ ਥਾਲ ਭਰ ਕੇ ਲੈ ਆਇਆ। ਪਹਿਲਾਂ ਸੰਤ ਜੀ ਨੂੰ ਦਿੱਤੀਆਂ ਤੇ ਫੇਰ ਸਾਰੀ ਸੰਗਤ ਵਿੱਚ ਵਰਤਾਈਆਂ। ਸੰਤ ਜੀ ਮਹਾਰਾਜ ਅਤੇ ਸਾਰੀ ਸੰਗਤ ਬੜੇ ਪ੍ਰੇਮ ਨਾਲ ਛਕਣ ਲੱਗ ਪਈ। ਛਕਦਿਆਂ ਛਕਦਿਆਂ ਸੰਤ ਜੀ ਮਹਾਰਾਜ ਨੇ ਆਖਿਆ, ਭਾਈ ਤੇਜਾ ਸਿੰਘ, ਇਹ ਹੈ ਮਹਾਪ੍ਰਸਾਦ। 10 ਨੌਹਾਂ ਦੀ ਕਿਰਤ ਕਰਕੇ ਤੇ ਲਹੂ ਪਾਣੀ ਇੱਕ ਕਰਕੇ ਪ੍ਰੇਮੀਆਂ ਨੇ ਕਮਾਈ ਕੀਤੀ ਹੈ ਤੇ ਪੂਰੀ ਸ਼ਰਧਾ ਤੇ ਪ੍ਰੇਮ ਨਾਲ ਪ੍ਰੇਮੀਆਂ ਨੇ ਸਾਧ ਸੰਗਤ ਦੀ ਭੇਟਾ ਕੀਤੀ ਹੈ। ਗੁਰ ਸਿੱਖਾ ਗੁਰ ਸਿੱਖ ਸੇਵਾ ਲਾਇਆ, ਸਾਧ ਸੰਗਤ ਘਰ ਸੇਵ ਸੁਖ ਫਲ ਪਾਇਆ। ਤੱਪੜ ਝਾੜ ਵਿਛਾਏ ਧੂੜੀ ਨਹਾਇਆ, ਕੋਰੇ ਮਟ ਅਣਾਏ ਨੀਰ ਭਰਾਇਆ। ਆਨ ਮਹਾਪ੍ਰਸਾਦ ਵੰਡ ਖੁਆਇਆ। ਇੱਕ ਦਿਨ ਕੁਦਰਤੀ ਇੱਕ ਅਖਬਾਰ ਆ ਗਿਆ ਤੇ ਸੰਤ ਜੀ ਮਹਾਰਾਜ ਨੂੰ ਪੜ੍ਹ ਕੇ ਸੁਣਾਇਆ ਗਿਆ। ਇਸ ਵਿੱਚ ਹਿੰਦੁਸਤਾਨ ਦੇ ਸਵਰਾਜ ਦਾ ਜ਼ਿਕਰ ਸੀ। ਜਦ ਮਜਮੂਨ ਪੂਰਾ ਹੋ ਗਿਆ ਤਦ ਸੰਤ ਜੀ ਮਹਾਰਾਜ ਨੇ ਫਰਮਾਇਆ, ਭਾਈ ਇਹ ਕਾਹਦਾ ਸਵਰਾਜ ਹੈ? ਜੇ ਹਿੰਦੁਸਤਾਨੀ ਪ੍ਰੇਮੀ ਵੱਡੀਆਂ ਵੱਡੀਆਂ ਤਨਖਾਹਾਂ ਲੈ ਕੇ ਕੁਰਸੀਆਂ ਤੇ ਬਹਿ ਜਾਣ, ਇੱਕ ਪਾਸੇ ਐਸ਼ ਦੀ ਜ਼ਿੰਦਗੀ ਗੁਜ਼ਾਰਨ ਤੇ ਦੂਜੇ ਪਾਸੇ ਵਿਚਾਰੇ ਜ਼ਿਮੀਂਦਾਰ ਭੁੱਖੇ ਹੀ ਰਹਿਣ, ਜਦ ਤੀਕਰ ਗਰੀਬ ਜੱਟਾਂ ਦਾ ਹਾਲਾ ਮਾਫ ਨਹੀਂ ਹੁੰਦਾ, ਤਦ ਤੀਕਰ ਕੋਈ ਸਵਰਾਜ ਨਹੀਂ। ਹਾਂ, ਸਾਰਿਆਂ ਕੋਲੋਂ ਸਕੂਲਾਂ, ਸੜਕਾਂ ਤੇ ਹੋਰ ਰਿਆਇਆਂ ਦੇ ਭਲੇ ਵਾਸਤੇ ਟੈਕਸ ਲਿਆ ਜਾਵੇ ਤੇ ਇਹਦੇ ਲਈ ਸਾਰਿਆਂ ਵਾਸਤੇ ਆਮਦਨੀ ਦੀ ਹੱਦ ਮੁਕਰਰ ਕੀਤੀ ਜਾਏ।
ਨਾਲ ਹੀ ਅਫਸਰਾਂ ਦੀ ਜ਼ਿੰਦਗੀ ਸਾਦੀ ਹੋਵੇ ਤੇ ਤਨਖਾਹ ਘੱਟ। ਇਸ ਤਰ੍ਹਾਂ ਦੁਨੀਆ ਸੁਖੀ ਹੋ ਸਕਦੀ ਹੈ। ਪਿਛਲੇ ਰਾਜੇ ਅਹਿਲਕਾਰ ਸਾਧਾਰਨ ਬਿਰਤੀ ਰੱਖਦੇ, ਇਹ ਆਪਣੇ ਭਰਾਵਾਂ ਨਾਲ ਰਚ ਮਿਚ ਖਾਂਦੇ ਅਤੇ ਹਰ ਮਾਮਲੇ ਵਿੱਚ ਰਿਆਇਆਂ ਦੇ ਦੁੱਖ ਸੁੱਖ ਦਾ ਪੂਰਾ ਪੂਰਾ ਭੇਦ ਲੈ ਲੈਂਦੇ। ਇਸ ਤਰ੍ਹਾਂ ਪ੍ਰਬੰਧ ਵੀ ਚੰਗਾ ਚੱਲਦਾ, ਇਨਸਾਫ ਵੀ ਸੋਹਣਾ ਹੁੰਦਾ ਤੇ ਪ੍ਰਜਾ ਵੀ ਸੁਖੀ ਵਸਦੀ। ਹੁਣ ਤਾਂ ਕਚਹਿਰੀ ਤੋਂ ਬਾਹਰ ਆਪਣੀ ਅਮੀਰੀ ਤੇ ਸ਼ੂਕਾ ਸ਼ਾਕੀ ਵਿੱਚ ਫਸੇ ਹੋਏ ਅਹਿਲਕਾਰ ਕਿਸੇ ਨਾਲ ਸਿੱਧੇ ਮੂੰਹ ਗੱਲ ਵੀ ਨਹੀਂ ਕਰਦੇ, ਬਸ ਗੱਲ ਗਵਾਹੀਆਂ ਤੇ ਹੀ ਨਿਬੜਦੀ ਹੈ। ਇਸ ਤਰ੍ਹਾਂ ਬਹੁਤ ਵੇਰੀ ਸੱਚਾ ਝੂਠਾ ਤੇ ਝੂਠਾ ਸੱਚਾ ਬਣ ਜਾਂਦਾ ਹੈ। ਇੱਕ ਦਿਨ ਸੰਤ ਜੀ ਮਹਾਰਾਜ ਨੇ ਫਰਮਾਇਆ, ਭਾਈ ਫਕੀਰੀ ਨਿਭਾਉਣੀ ਬੜੀ ਮੁਸ਼ਕਲ ਹੈ। ਫਕੀਰ ਕਦੀ ਵੀ ਕਿਸੇ ਇੱਕ ਦੇ ਘਰ ਅੰਨ ਵਸਤਰ ਗ੍ਰਹਿਣ ਨਾ ਕਰੇ। ਇਸ ਤਰ੍ਹਾਂ ਕਰਨ ਨਾਲ ਫਕੀਰ ਵਿੱਚ ਸੇਵਾ ਕਰਨ ਵਾਲੇ ਨਾਲ ਮੋਹ ਜਾਗ ਪੈਂਦਾ ਹੈ, ਉਸ ਦੀ ਬਿਰਤੀ ਵਿੱਚ ਪਕੜ ਜਾਗ ਪੈਂਦੀ ਹੈ। ਇਸ ਦੇ ਪ੍ਰਥਾਏ ਸੰਤ ਜੀ ਮਹਾਰਾਜ ਨੇ ਇਹ ਸਾਖੀ ਸੁਣਾਈ। ਇੱਕ ਦਿਨ ਇੱਕ ਫਕੀਰ ਨੇ ਇੱਕ ਨਗਰ ਵਿੱਚ ਸਦਾ ਕੀਤੀ ਕਿ ਕੋਈ ਕਬਰ ਵਿੱਚ ਪਾ ਲਵੇ। ਇੱਕ ਰਮਜੀ ਘਰ ਬਾਰੀ ਨੇ ਹੱਥ ਜੋੜ ਕੇ ਬੇਨਤੀ ਕੀਤੀ ਅਤੇ ਆਖਿਆ, ਮਹਾਰਾਜ ਜੀ ਸਦਕੇ ਹਾਂ, ਆ ਜਾਓ। ਉਸ ਵੇਲੇ ਇੱਕ ਚੁਬਾਰੇ ਕਾਂਤ ਆਸਨ ਕਰਾ ਦਿੱਤਾ ਅਤੇ ਬੜੀ ਰੀਝ ਨਾਲ ਸੇਵਾ ਕੀਤੀ। ਕੁਝ ਚਿਰ ਮਗਰੋਂ ਪ੍ਰੇਮੀ ਦੀਆਂ ਮਹੀਆਂ ਚੋਰ ਲੈ ਗਏ। ਖਬਰ ਸੁਣਦੇ ਸਾਰ ਹੀ ਫਕੀਰ ਨੂੰ ਫਿਕਰ ਪੈ ਗਿਆ। ਦੂਜੀ ਸਵੇਰ ਇੱਕ ਕੱਚੇ ਜੋਹੜ ਤੇ, ਜਿਹੜਾ ਜੰਗਲ ਵਿੱਚ 5 ਮੀਲ ਦੇ ਫਾਸਲੇ ਤੇ ਸੀ, ਇਸ਼ਨਾਨ ਕਰਨ ਗਿਆ ਅਤੇ ਲੱਗਾ ਖੋਜ ਕਰਨ। ਕੁਦਰਤੀ ਮਹੀਆਂ ਮਿਲ ਗਈਆਂ। ਇਸ਼ਨਾਨ ਕਰਕੇ ਆਪਣੀ ਲੰਗੋਟੀ ਦਰਖਤ ਉੱਤੇ ਮਹੀਆਂ ਦੇ ਕੋਲ ਸੁੱਕਣੀ ਪਾ ਆਇਆ ਅਤੇ ਗ੍ਰਸਤੀ ਦੇ ਲੜਕੇ ਨੂੰ ਆਖਿਆ, ਜਾ ਮੇਰੀ ਲੰਗੋਟੀ ਲੈ ਆ, ਮੈਂ ਭੁੱਲ ਆਇਆ ਹਾਂ। ਮੁੰਡਾ ਗਿਆ ਤੇ ਉਸ ਨੂੰ ਮਹੀਆਂ ਲੱਭ ਪਈਆਂ। ਉਹ ਇਹਨਾਂ ਨੂੰ ਘਰ ਲੈ ਆਇਆ। ਪਿਤਾ ਦੇ ਪੁੱਛਣ ਤੇ ਉਸਨੇ ਸਾਰਾ ਹਾਲ ਖੋਲ ਕੇ ਸੁਣਾ ਦਿੱਤਾ। ਉਸੇ ਵੇਲੇ ਰਮਜੀ ਘਰ ਬਾਰੀ ਨੇ ਡਾਂਗ ਫੜ ਲਈ ਅਤੇ ਫਕੀਰ ਸਾਈਂ ਨੂੰ ਆਖਿਆ ਕਿ ਹੁਣ ਤੁਸੀਂ ਕਬਰ ਦੇ ਲਾਇਕ ਨਹੀਂ ਰਹੇ ਤੇ ਆਪਣਾ ਡੇਰਾ ਕੂਚ ਕਰ ਲਵੋ। ਫਕੀਰੀ ਨਿਭਾਉਣ ਦੇ ਪ੍ਰਥਾਏ ਇੱਕ ਹੋਰ ਸਾਖੀ ਸੰਤ ਜੀ ਮਹਾਰਾਜ ਨੇ ਸੁਣਾਈ। ਇੱਕ ਫਕੀਰ ਹਰ ਰੋਜ਼ ਵੇਸਵਾ ਦੇ ਮਕਾਨ ਪਾਸੋਂ ਲੰਘਦਾ। ਇਹ ਪ੍ਰੇਮਣ ਹਰ ਰੋਜ਼ ਟੋਕਦੀ, ਫਕੀਰ ਸਾਈਂ ਤੁਹਾਡੀ ਦਾੜੀ ਚੰਗੀ ਕਿ ਮੇਰੇ ਕੁੱਤੇ ਦੀ ਪੂਛ। ਇਸ ਤਰ੍ਹਾਂ ਸਾਲ ਕੋ ਬੀਤ ਗਿਆ। ਵੇਸਵਾ ਨਿਤ ਇਹ ਪ੍ਰਸ਼ਨ ਕਰੇ ਅਤੇ ਫਕੀਰ ਚੁਪੀਤਾ ਲੰਘ ਜਾਵੇ। ਹੁਣ ਫਕੀਰ ਦਾ ਅੰਤ ਸਮਾਂ ਆ ਗਿਆ। ਆਪਣੇ ਮੁਰੀਦਾਂ ਨੂੰ ਹੁਕਮ ਦਿੱਤਾ ਕਿ ਜਾਓ ਉਸ ਵੇਸਵਾ ਨੂੰ ਸੱਦ ਲਿਆਓ। ਮੂਰਖ ਤਾਂ ਭੁਲੇਖੇ ਵਿੱਚ ਪੈ ਗਏ, ਪਰ 2 ਰਮਜੀ ਚੇਲੇ ਦੌੜੇ ਗਏ ਅਤੇ ਵੇਸਵਾ ਨੂੰ ਸੱਦ ਲਿਆਂਦਾ। ਜਦ ਪ੍ਰੇਮਣ ਸਾਈਂ ਜੀ ਪਾਸ ਪਹੁੰਚੀ, ਤਦ ਫਕੀਰ ਨੇ ਆਪਣੀ ਦਾੜੀ ਤੇ ਹੱਥ ਫੇਰ ਕੇ ਆਖਿਆ, ਬੱਚੀ ਅੱਜ ਮੇਰੀ ਦਾੜੀ ਤੇਰੇ ਕੁੱਤੇ ਦੀ ਪੂਛ ਨਾਲੋਂ ਚੰਗੀ ਹੈ। ਮੇਰੀ ਹੁਣ ਨਿਭ ਗਈ ਹੈ। ਇਹ ਸੁਣ ਵੇਸਵਾ ਘਗਿਆ ਕੇ ਪੈਰਾਂ ਤੇ ਡਿੱਗ ਪਈ ਅਤੇ ਆਪਣੇ ਪਾਪਾਂ ਤੋਂ ਪਛਤਾ ਕੇ ਸੱਚੀ ਮੁਰੀਦ ਬਣ ਗਈ। ਸੰਤ ਜੀ ਮਹਾਰਾਜ ਨੂੰ ਜਦ ਬਾਲੇਵਾਲ ਰਹਿੰਦਿਆਂ ਮਹੀਨੇ ਤੋਂ ਕੁਝ ਵੱਧ ਸਮਾਂ ਹੋ ਗਿਆ ਤਾਂ ਇੱਕ ਦਿਨ ਰੋਹਤਕ ਹਿਸਾਰ ਦਾ ਇੱਕ ਵਕੀਲ ਇਹਨਾਂ ਦੇ ਪਾਸ ਇੱਥੇ ਆਇਆ। ਇਸ ਨੇ ਆ ਕੇ ਬੇਨਤੀ ਕੀਤੀ, ਮਹਾਰਾਜ ਜੀ ਸਾਧ ਸੰਗਤ ਨੇ ਦਾਸ ਨੂੰ ਆਪ ਜੀ ਦੇ ਲੈਣ ਲਈ ਭੇਜਿਆ ਹੈ। ਸੰਗਤ ਬੜੀ ਖਿੱਚ ਕਰ ਰਹੀ ਹੈ, ਚੱਲ ਕੇ ਦਰਸ਼ਨ ਦਿਓ। ਸੰਤ ਜੀ ਮਹਾਰਾਜ ਨੇ ਇਸ ਦੀ ਬੇਨਤੀ ਪ੍ਰਵਾਨ ਨਾ ਕੀਤੀ। ਫਿਰ ਇਸ ਨੇ ਆਖਿਆ, ਮਹਾਰਾਜ ਜੀ ਜੇ ਆਪ ਨਹੀਂ ਜਾ ਸਕਦੇ ਤਾਂ ਸੰਤ ਤੇਜਾ ਸਿੰਘ ਨੂੰ ਮੇਰੇ ਨਾਲ ਭੇਜ ਦਿਓ। ਇਹ ਆਪ ਦੇ ਸਤ ਸੰਗੀ ਹਨ ਅਤੇ ਬੜੇ ਪੜ੍ਹੇ ਹੋਏ ਹਨ। ਸੰਤ ਜੀ ਮਹਾਰਾਜ ਨੇ ਹੱਸ ਕੇ ਆਖਿਆ, ਭਾਈ ਅਜੇ ਤਾਂ ਮੁੰਡਾ ਪੜ੍ਹਨੇ ਹੀ ਪਾਇਆ ਹੈ, ਇਹਨੂੰ ਵੀ ਨਹੀਂ ਭੇਜ ਸਕਦੇ। ਪ੍ਰੇਮੀ ਪ੍ਰਸ਼ਾਦ ਛਕ ਗੱਡੀ ਚੜ੍ਹ ਵਾਪਸ ਚਲਾ ਗਿਆ। ਇਹਨਾਂ ਦਿਨਾਂ ਵਿੱਚ ਬਾਲੇਵਾਲ ਕੁਝ ਬਾਜੀਗਰ ਆ ਨਿਕਲੇ ਅਤੇ ਸੰਤ ਜੀ ਮਹਾਰਾਜ ਦੇ ਅੱਗੇ ਆਪਣੀਆਂ ਖੇਲਾਂ ਦਿਖਾਉਣ ਦੀ ਬੇਨਤੀ ਕੀਤੀ। ਬੇਨਤੀ ਮਨਜ਼ੂਰ ਹੋ ਗਈ। ਸ਼ਾਮ ਦੀ ਕਥਾ ਦੇ ਮਗਰੋਂ 5 ਵਜੇ ਦਾ ਵਕਤ ਇਹਨਾਂ ਨੂੰ ਦਿੱਤਾ ਗਿਆ। ਬਾਲੇਵਾਲ ਅਤੇ ਹੋਰ ਨਗਰਾਂ ਦੇ ਲੋਕ ਸਮੇਂ ਤੋਂ ਪਹਿਲਾਂ ਹੀ ਪੁੱਜ ਗਏ। ਬਾਜੀਗਰਾਂ ਨੇ
ਆਪਣਾ ਅਖਾੜਾ ਤਿਆਰ ਕਰ ਲਿਆ। ਕਥਾ ਦੇ ਮਗਰੋਂ ਸੰਤ ਜੀ ਮਹਾਰਾਜ ਦਾ ਪਲੰਘ ਅਖਾੜੇ ਦੇ ਕੋਲ ਡਾਹਿਆ ਗਿਆ। ਬਾਜੀਗਰਾਂ ਨੇ ਆਪਣੀਆਂ ਖੇਡਾਂ ਬੜੇ ਪ੍ਰੇਮ ਅਤੇ ਉਤਸ਼ਾਹ ਨਾਲ ਵਿਖਾਈਆਂ। ਸੰਤ ਜੀ ਮਹਾਰਾਜ ਨੇ 11 ਦਮੜੇ ਅਤੇ ਦਸਤਾਰ ਜਥੇਦਾਰ ਨੂੰ ਸਰੋਪਾ ਵਜੋਂ ਬਖਸ਼ਿਆ ਅਤੇ ਨਗਰਾਂ ਦੇ ਪ੍ਰੇਮੀਆਂ ਨੇ ਵੀ ਇਹਨਾਂ ਦੀ ਸੇਵਾ ਕੀਤੀ। ਹੁਣ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਗੁਰਪੁਰਬ ਨੇੜੇ ਆ ਗਿਆ। 15 ਕੁ ਸਾਲ ਤੋਂ ਸੰਗਰੂਰ ਦੀਆਂ ਰਾਣੀਆਂ ਅਖੰਡ ਪਾਠ ਕਰਾਉਂਦੀਆਂ ਅਤੇ ਬੜੇ ਉਤਸ਼ਾਹ ਨਾਲ ਗੁਰਪੁਰਬ ਵਾਲੇ ਦਿਨ ਭੋਗ ਪਵਾ ਕੇ ਗੁਰੂ ਦਾ ਲੰਗਰ ਕਰਦੀਆਂ। ਇਹਨਾਂ ਨੇ ਸੰਤ ਜੀ ਮਹਾਰਾਜ ਅੱਗੇ ਆਪਣਾ ਆਦਮੀ ਭੇਜ ਕੇ ਹਮੇਸ਼ਾ ਵਾਂਗ ਦਰਸ਼ਨ ਦੇ ਕੇ ਨਿਹਾਲ ਕਰਨ ਲਈ ਬੇਨਤੀ ਕਰ ਭੇਜੀ। ਪਹਿਲੀ ਵਾਰੀ ਸੰਤ ਜੀ ਮਹਾਰਾਜ ਨੇ ਨਾਂਹ ਕਰ ਦਿੱਤੀ, ਪਰ ਜਦ ਦੂਜੀ ਵਾਰ ਪ੍ਰੇਮੀ ਰਾਣੀਆਂ ਵੱਲੋਂ ਇਹ ਬੇਨਤੀ ਪੱਤਰ ਲੈ ਕਰਕੇ ਆਇਆ ਕਿ ਮਹਾਰਾਜ ਜੀ ਜਦ ਦੇ ਇਹ ਅਖੰਡ ਪਾਠ ਆਰੰਭ ਹੋਏ ਹਨ, ਹਜੂਰ ਦਰਸ਼ਨ ਦੇ ਕੇ ਨਿਹਾਲ ਕਰਦੇ ਰਹੇ ਹੋ, ਸਾਡਾ ਪ੍ਰਣ ਹੈ ਕਿ ਅਸਾਂ ਆਪ ਪਾਸੋਂ ਹੀ ਇਹ ਅਖੰਡ ਪਾਠ ਕਰਾਉਣਾ ਹੈ। ਤੁਸੀਂ ਦਰਸ਼ਨ ਦੇ ਕੇ ਕਰਤਾਰਥ ਕਰੋ ਅਤੇ ਸਾਡੀ ਕਈ ਸਾਲਾਂ ਦੀ ਘਾਲ ਨੂੰ ਥਾਂਏ ਪਾਓ। ਇਹ ਤੀਬਰ ਪ੍ਰੇਮ ਦੇਖ ਕੇ ਸੰਤ ਜੀ ਮਹਾਰਾਜ ਨੇ ਬੇਨਤੀ ਮਨਜ਼ੂਰ ਕਰ ਲਈ ਅਤੇ ਸੰਗਰੂਰ ਪੁੱਜਣ ਦੀ ਤਾਰੀਖ ਦੇ ਦਿੱਤੀ। ਨਿਯਤ ਦਿਨ ਰਿਆਸਤ ਦੀ ਮੋਟਰ ਆ ਗਈ ਅਤੇ ਸੰਤ ਜੀ ਮਹਾਰਾਜ ਜਥੇ ਸਮੇਤ ਸੰਗਰੂਰ ਪੁੱਜ ਗਏ। ਹਰ ਸਾਲ ਵਾਂਗਣ ਰਾਜੇ ਦੇ ਨਵੇਂ ਦਰਬਾਰ ਸਥਾਨ ਦੇ ਨਾਲ ਮਹਿਲਾਂ ਵਿੱਚ ਡੇਰਾ ਕੀਤਾ। ਨਿਤ ਇੱਥੇ ਸਵੇਰ ਸ਼ਾਮ ਦੀਵਾਨ ਲੱਗਣ ਲੱਗ ਪਏ। ਸ਼ਹਿਰ ਦੀ ਸੰਗਤ ਨੂੰ ਸਦਾ ਵਾਂਗ ਇਹਨਾਂ ਦੀਵਾਨਾਂ ਵਿੱਚ ਆਉਣ ਦੀ ਖੁੱਲ੍ਹ ਸੀ। ਸਾਹਮਣੇ ਸੱਜੇ ਖੱਬੇ ਮਾਈ ਭਾਈ ਦੀਵਾਨ ਵਿੱਚ ਸੱਜ ਜਾਂਦੇ। ਸੰਤ ਜੀ ਪਿਛਲੇ ਪਾਸੇ ਚਿੱਕਾਂ ਦੇ ਪਰਦੇ ਕੋਲ ਸੱਜ ਜਾਂਦੇ। ਰਾਣੀਆਂ ਪਿੱਛੇ ਬੈਠ ਕੀਰਤਨ ਦਾ ਰੰਗ ਮਾਣਦੀਆਂ। ਗੁਰੂ ਨਾਨਕ ਸਾਹਿਬ ਦੇ ਜਨਮ ਦਿਨ ਤੋਂ 2 ਦਿਨ ਪਹਿਲਾਂ ਅਖੰਡ ਪਾਠ ਦਾ ਭੋਗ ਰੱਖਿਆ ਗਿਆ। ਜਨਮ ਦਿਨ ਵਾਲੇ ਦਿਨ ਪਾਠ ਦੀ ਸਮਾਪਤੀ ਹੋਈ। ਰਾਜ ਮਾਤਾ ਤੇ ਰਾਣੀ ਢਿੱਲਵਾਂ ਨੇ ਜਥਾ ਸ਼ਕਤ ਬਰਤਨ ਬਸਤਰ ਪਲੰਘ ਆਦਿ ਮਾਇਆ ਅਰਦਾਸ ਕਰਾਈ। ਇਹ ਕਾਲਜ ਗੁਰਸਾਗਰ ਸਾਹਿਬ ਦੇ ਪ੍ਰਬੰਧਕਾਂ ਦੇ ਹਵਾਲੇ ਕੀਤੀ ਗਈ। ਇਸੇ ਦਿਨ ਹੀ ਭੋਗ ਦੇ ਮਗਰੋਂ ਸੰਤ ਜੀ ਮਹਾਰਾਜ ਨੇ ਮਹਾਰਾਜਾ ਮਹਿੰਦਰ ਪ੍ਰਤਾਪ ਵਾਲੀਏ ਹਾਥਰਸ ਦੇ ਲੜਕੇ ਅਤੇ ਲੜਕੀ ਨੂੰ ਰਾਜ ਮਾਤਾ ਦੀ ਬੇਨਤੀ ਕਰਨ ਪਰ ਆਪਣੇ ਹੱਥੀਂ ਅੰਮ੍ਰਿਤ ਛਕਾਇਆ। ਦੁਪਹਿਰ ਦੇ ਵੇਲੇ ਸਦਾ ਵਾਂਗਣ ਲੰਗਰ ਹੋਇਆ। ਪ੍ਰਸ਼ਾਦ ਛਕ ਸੰਤ ਜੀ ਮਹਾਰਾਜ ਨੇ ਕੁਝ ਚਿਰ ਆਰਾਮ ਕੀਤਾ ਅਤੇ ਫਿਰ ਸ਼ਾਮ ਵੇਲੇ ਸਰਦਾਰ ਸਿੰਘ ਦੀ ਕੋਠੀ ਰਾਮਨਗਰ ਸੇਵੀਆਂ ਜਾ ਡੇਰਾ ਕੀਤਾ। ਇੱਥੇ ਪਹੁੰਚਦਿਆਂ ਹੀ ਸੰਤ ਜੀ ਮਹਾਰਾਜ ਨੇ ਹੁਕਮ ਕੀਤਾ ਕਿ ਭਾਈ ਅਸਾਂ ਕਿਸੇ ਦਾ ਨਿਉਂਦਾ ਮਨਜ਼ੂਰ ਨਹੀਂ ਕਰਨਾ। ਦੋਵੇਂ ਵੇਲੇ ਸੰਗਤ ਦੇ ਸਰੀਰ ਨਗਰ ਵਿੱਚੋਂ ਮਧੂਕੜੀ ਲਿਆਇਆ ਕਰਨਗੇ, ਅਸੀਂ ਇਹੋ ਛਕਿਆ ਕਰਾਂਗੇ। ਕਬੀਰ ਭਲੀ ਮਧੂਕਰੀ ਨਾਨਾ ਬਿਦ ਕੋ ਨਾਜ, ਦਾਵਾ ਕਾਹੂ ਕੋ ਨਹੀਂ, ਵੱਡਾ ਦੇਸ ਵੱਡ ਰਾਜ। ਇਸ ਤਰ੍ਹਾਂ ਪੂਰੇ ਫਕੀਰੀ ਦੇ ਰੰਗ ਵਿੱਚ 3-4 ਹਫ਼ਤੇ ਬੀਤੇ। ਸਵੇਰ ਸ਼ਾਮ ਕੋਠੀ ਵਿੱਚ ਹੀ ਦੀਵਾਨ ਸਜਦਾ ਅਤੇ ਸ਼ਾਮ ਦੇ ਕੀਰਤਨ ਤੋਂ ਪਹਿਲਾਂ ਹਰ ਰੋਜ਼ ਜੋਗ ਵਿਸ਼ਿਸ਼ਟ ਦੀ ਕਥਾ ਜਿਹੜੀ ਬਾਲੇ ਵੱਲ ਸ਼ੁਰੂ ਹੋਈ ਸੀ ਦਾਸ ਪਾਠ ਕਰਦਾ ਤੇ ਸੰਤ ਜੀ ਮਹਾਰਾਜ ਜਿੱਥੇ ਜਿੱਥੇ ਨੁਕਤੇ ਦੀ ਗੱਲ ਹੁੰਦੀ ਚੰਗੀ ਤਰ੍ਹਾਂ ਸਮਝਾ ਦਿੰਦੇ। ਪਿੰਡ ਦੇ ਕੁਝ ਮਾਈ ਭਾਈ ਅਤੇ ਹੋਰ ਦਰਸ਼ਨ ਅਭਿਲਾਸੀ ਵੀ ਦੀਵਾਨ ਵਿੱਚ ਹਾਜ਼ਰ ਹੋ ਜਾਂਦੇ। ਸੰਤ ਜੀ ਮਹਾਰਾਜ ਦੇ ਪ੍ਰੇਮ ਦੇ ਬੱਧੇ ਹੋਏ ਗੁਜਰਾਂ ਵਾਲੇ, ਚੀਮੇ ਅਤੇ ਹੋਰ ਕਈ ਥਾਵਾਂ ਤੋਂ ਪ੍ਰੇਮੀ ਸੰਤ ਜੀ ਮਹਾਰਾਜ ਦੇ ਸੱਜੇ ਚਰਨ ਦਾ ਇਲਾਜ ਕਰਨ ਲਈ ਆਏ। ਇਹਨਾਂ ਦਾ ਪ੍ਰੇਮ ਪੂਰਾ ਕਰਨ ਹਿੱਤ ਸੰਤ ਜੀ ਮਹਾਰਾਜ ਆਪਣਾ ਚਰਨ ਇਹਨਾਂ ਸਾਹਮਣੇ ਰੱਖ ਦਿੰਦੇ ਅਤੇ ਇਹਨਾਂ ਨੂੰ ਆਪਣੀ ਭਾਵਨਾ ਪੂਰੀ ਕਰਨ ਦਿੰਦੇ। ਜੋ ਕੋਈ ਸ਼ਰਧਾਲੂ ਪੁੱਛਦਾ ਕਿ ਸੱਚੇ ਪਾਤਸ਼ਾਹ ਹਜੂਰ ਨੂੰ ਤਕਲੀਫ ਹੁੰਦੀ ਹੋਵੇਗੀ ਤਾਂ ਸੰਤ ਜੀ ਮਹਾਰਾਜ ਜਵਾਬ ਦਿੰਦੇ, ਭਾਈ ਅਸੀਂ ਚਰਨ ਨਹੀਂ ਹਾਂ, ਅਸੀਂ ਦੁੱਖ ਸੁੱਖ ਤੋਂ ਨਿਰਲੇਪ ਹਾਂ। ਇੱਕ ਦਿਨ ਦਾਸ ਵਿੱਚ ਵੀ ਸਰੀਰ ਭਾਵਨਾ ਪ੍ਰਬਲ ਹੋ ਗਈ। ਚਰਨ ਦੀ ਦਸ਼ਾ ਵੇਖ ਕੇ ਚਿੱਤ ਵਿੱਚ ਕੁਝ ਮੋਹ ਭਰਿਆ ਵੈਰਾਗ ਉਪਜਿਆ। ਅੰਤਰਜਾਮੀ ਸੰਤ ਜੀ ਮਹਾਰਾਜ ਨੇ ਦਾਸ ਵੱਲ ਤੱਕਿਆ ਤੇ ਨੇਤਰਾਂ ਦੁਆਰਾ ਹੀ ਘੂਰਿਆ, ਅਜੇ ਸਾਨੂੰ ਤੂੰ ਦੇਹ ਹੀ ਸਮਝਦਾ ਹੈ। ਝਟ ਅੰਤਰ ਆਤਮੇ ਪਛਤਾਵਾ ਹੋਇਆ ਤੇ ਇਹ
ਨਿਸ਼ਚਾ ਪ੍ਰਪੱਕ ਹੋਇਆ ਕਿ ਸੰਤ ਜੀ ਮਹਾਰਾਜ ਆਪਣੀ ਖੇਲ ਦੇ ਆਪ ਮਾਲਕ ਹਨ। ਜ਼ਾਹਿਰਾ ਤੌਰ ਤੇ ਸਰੀਰ ਨੂੰ ਕਸ਼ਟ ਦੇ ਕੇ ਆਪ ਨਿਰਲੇਪ ਹਨ ਤੇ ਜਗਤ ਵਿੱਚ ਬ੍ਰਹਮ ਵਿਦਿਆ ਨੂੰ ਅਮਲੀ ਤੌਰ ਤੇ ਪ੍ਰਗਟ ਕਰ ਰਹੇ ਹਨ। ਆਤਮਾ ਹੈ, ਸਰੀਰ ਨਹੀਂ। ਅਕਾਲੀ ਪ੍ਰੇਮੀਆਂ ਨੂੰ ਉਪਦੇਸ਼। ਇੱਕ ਦਿਨ ਕੁਝ ਅਕਾਲੀ ਸੱਜਣ ਸੰਤ ਜੀ ਮਹਾਰਾਜ ਦੇ ਦਰਸ਼ਨ ਲਈ ਆਏ। ਪਰਸਪਰ ਬੜੇ ਪ੍ਰੇਮ ਦੇ ਬਚਨ ਬਿਲਾਸ ਹੋਏ। ਇਸ ਪ੍ਰੇਮ ਦੀ ਲਹਿਰ ਵਿੱਚ ਹੱਥ ਜੋੜ ਬੜੀ ਅਧੀਨਗੀ ਸਹਿਤ ਇਹਨਾਂ ਸੱਜਣਾਂ ਨੇ ਬੇਨਤੀ ਕੀਤੀ, ਮਹਾਰਾਜ ਜੀ, ਪੰਥ ਵਿੱਚ ਬੜੀ ਫੁੱਟ ਪੈ ਗਈ ਹੈ। ਹਜੂਰ ਮਿਹਰ ਕਰਕੇ ਇਸ ਵੈਰਨ ਦੇ ਦੂਰ ਕਰਨ ਦਾ ਕੋਈ ਇਲਾਜ ਦੱਸੋ। ਸੰਤ ਜੀ ਮਹਾਰਾਜ ਨੇ ਫਰਮਾਇਆ, ਭਾਈ, ਅਸੀਂ ਕੁਝ ਨਹੀਂ ਜਾਣਦੇ, ਤੁਸੀਂ ਆਪ ਸਿਆਣੇ ਹੋ। ਇਹ ਸੁਣ ਅਕਾਲੀ ਸਿੰਘਾਂ ਨੇ ਫੇਰ ਬੜੀ ਨਿਮਰਤਾ ਭਰੀ ਬੇਨਤੀ ਕੀਤੀ, ਆਪ ਜਾਣੀ ਜਾਣ ਹੋ, ਜ਼ਰੂਰ ਕਿਰਪਾ ਕਰੋ। ਸੰਤ ਜੀ ਮਹਾਰਾਜ ਨੇ ਆਖਿਆ, ਭਾਈ, ਸਾਰੇ ਧੜਿਆਂ ਦੇ ਆਗੂ ਅਕਾਲ ਤਖਤ ਸਾਹਿਬ ਤੇ ਆ ਕੇ ਮਿਲ ਕੇ ਕੀਰਤਨ ਕਰਨ, ਸ਼ਬਦ ਆਪੇ ਹੀ ਮਿਲਾ ਦੇਵੇਗਾ। ਪ੍ਰੇਮੀਆਂ ਨੇ ਫੇਰ ਬੇਨਤੀ ਕੀਤੀ, ਸੱਚੇ ਪਾਤਸ਼ਾਹ, ਵਿਹਾਰ ਦੀ ਜੁਗਤ ਦੱਸੋ, ਜਿਸ ਕਰਕੇ ਪੰਥ ਇੱਕ ਰਸਤੇ ਪੈ ਜਾਵੇ। ਸੰਤ ਜੀ ਮਹਾਰਾਜ ਨੇ ਫਰਮਾਇਆ, ਭਾਈ, ਤੁਹਾਡਾ ਹੀ ਦੁੱਧ ਤੇ ਤੁਹਾਡੀ ਹੀ ਖੰਡ, ਅਸੀਂ ਤਾਂ ਉਂਗਲ ਫੇਰਨ ਜਾਣਦੇ ਹਾਂ। ਇਹ ਕਹਿ ਕੇ ਸੰਤ ਜੀ ਆਪਣੇ ਰੰਗ ਵਿੱਚ ਆ ਗਏ ਅਤੇ ਬੜੇ ਜੋਸ਼ ਨਾਲ ਆਖਿਆ, ਜਿਸ ਦਿਨ ਗੁਰੂ ਖਾਲਸਾ ਆਪਣੇ 5 ਆਗੂ ਤੇ ਇਹਨਾਂ ਦਾ ਇੱਕ ਸਾਖੀ ਚੁਣ ਲਵੇਗਾ ਅਤੇ ਇਹਨਾਂ ਦੀ ਆਗਿਆ ਵਿੱਚ ਚੱਲੇਗਾ, ਜਿਸ ਕੰਮ ਨੂੰ ਹੱਥ ਪਾਵੇਗਾ ਉਹ ਫਤਿਹ ਹੋ ਜਾਵੇਗਾ। ਚੁਣਨ ਵੇਲੇ ਕਿਸੇ ਦਾ ਲਿਹਾਜ਼ ਨਾ ਹੋਵੇ, ਸਿੱਧੀ ਸਪਸ਼ਟ ਗੱਲ ਜੋ ਦਿਲ ਵਿੱਚ ਹੋਵੇ ਆਖੀ ਜਾਵੇ। ਪਰ ਜਦ ਇੱਕ ਵਾਰੀ ਪੰਥ ਦੇ ਮੁਖੀ ਚੁਣੇ ਜਾਣ, ਫੇਰ ਭਾਵੇਂ ਉਹ ਮਿੱਟੀ ਦਾ ਮਾਧੋ ਵੀ ਹੋਣ, ਜਦ ਤੀਕਰ ਉਹਨਾਂ ਦਾ ਸਰੀਰ ਹੈ ਤੇ ਗੁਰੂ ਦੀ ਰਹਿਤ ਵਿੱਚ ਪ੍ਰਪੱਕ ਹਨ, ਉਹਨਾਂ ਦੀ ਆਗਿਆ ਮੰਨੀ ਜਾਵੇ। ਇਹ ਨਾ ਹੋਵੇ ਕਿ ਅੱਜ ਟੀਸੀ ਚਾੜ ਦਿੱਤਾ ਅਤੇ ਕੱਲ ਸਿਰ ਦੇ ਭਾਰ ਹੇਠਾਂ ਮਾਰਿਆ। ਇਹ ਬਚਨ ਸੁਣ ਅਕਾਲੀ ਸਿੰਘਾਂ ਦੀ ਨਿਸ਼ਾ ਹੋ ਗਈ ਤੇ ਉਹ ਕੁਝ ਚਿਰ ਹੋਰ ਸਤਸੰਗ ਦੇ ਲਾਭ ਲੈ ਕੇ ਵਿਦਾ ਹੋਏ। ਇੱਕ ਵੇਰਾ ਭਾਈ ਕੁੰਦਨ ਸਿੰਘ ਦੇ ਭਾਣਜੇ ਨਗੀਨਾ ਸਿੰਘ ਦੇ ਪੁੱਤਰ ਦੀਦਾਰ ਸਿੰਘ ਦਾ ਆਨੰਦ ਕਾਰਜ ਸੀ। ਸੰਤ ਅਤਰ ਸਿੰਘ ਜੀ ਮਹਾਰਾਜ ਜੀ ਵੀ ਇਸ ਸਮੇਂ ਇੱਥੇ ਪੁੱਜੇ ਸਨ। ਸੰਤਾਂ ਤੋਂ ਬਿਨਾਂ ਸ਼੍ਰੋਮਣੀ ਅਕਾਲੀ ਦਲ ਦੇ 25 ਲੀਡਰਾਂ ਤੇ ਹੋਰ ਲਗਭਗ 100 ਦੇ ਕਰੀਬ ਸਿੰਘਾਂ ਨੇ ਇਸ ਵਿੱਚ ਸ਼ਮੂਲੀਅਤ ਕੀਤੀ। ਸਰਦਾਰਾਂ ਵੱਲੋਂ ਬੇਨਤੀ ਕੀਤੀ ਸੀ ਕਿ ਪਿੰਡ ਵਿੱਚ 3 ਦਿਨ ਆਪਣੇ ਘਰ ਕੋਈ ਅੱਗ ਨਾ ਬਾਲੇ ਤੇ ਪ੍ਰਸ਼ਾਦ ਪਾਣੀ ਇਹਨਾਂ ਕੋਲੋਂ ਹੀ ਛਕੇ। ਬਹੁਤ ਹੀ ਸੋਹਣਾ ਪ੍ਰਬੰਧ ਸੀ। ਤਰ੍ਹਾਂ ਤਰ੍ਹਾਂ ਦੇ ਖਾਣੇ ਤਿਆਰ ਕੀਤੇ ਗਏ ਤੇ ਥਾਂ ਥਾਂ ਸੇਵਾ ਲਈ ਸੇਵਾਦਾਰ ਲਾਏ ਗਏ। ਅਖੰਡ ਪਾਠ ਦੇ ਭੋਗ ਪਿੱਛੋਂ ਆਸਾ ਜੀ ਦੀ ਵਾਰ ਦਾ ਕੀਰਤਨ ਹੋਇਆ। ਇਸ ਸਮੇਂ 100 ਸਾਲ ਦੇ ਇੱਕ ਬਿਰਧ ਨੇ ਉੱਠ ਕੇ ਸੰਤ ਜੀ ਮਹਾਰਾਜ ਨੂੰ ਬੇਨਤੀ ਕੀਤੀ ਕਿ ਮਹਾਰਾਜ, ਇਹੋ ਜਿਹਾ ਮੈਂ ਵਿਆਹ ਅੱਗੇ ਨਹੀਂ ਵੇਖਿਆ। ਆਪ ਦੇ ਦਰਸ਼ਨ ਹੋਏ ਤੇ ਵੰਨ ਸਵੰਨੇ ਪਦਾਰਥ ਛਕੇ, ਪਰ ਇੱਕ ਮਹਾਨ ਪਾਪ ਹੋਇਆ ਹੈ। ਇੱਕ ਹੀ ਰਾਤ ਵਿੱਚ 25 ਬੱਕਰੇ ਝਟਕਾਏ ਗਏ। ਸਾਰੀ ਰਾਤ ਮਾਸ ਵੀ ਪੱਕਦਾ ਤੇ ਵਰਤਦਾ ਰਿਹਾ। ਸੰਤ ਜੀ ਇਹ ਸੁਣ ਕੇ ਹੈਰਾਨ ਹੋ ਗਏ ਅਤੇ ਬਚਨ ਕੀਤਾ ਕਿ ਦੀਵਾਨ ਸਮਾਪਤ ਕਰ ਦਿਓ। 5 ਪੌੜੀਆਂ ਆਨੰਦ ਸਾਹਿਬ ਦੀਆਂ ਪਾਠ ਕਰਕੇ ਦੇਗ ਵਰਤਾ ਦਿਓ। ਜੋ ਪ੍ਰਸ਼ਾਦ ਮਹਾਰਾਜ ਦੀ ਤਾਬਿਆ ਵਿੱਚ ਰੱਖਿਆ ਸੀ, ਸੰਤ ਜੀ ਲੈ ਕੇ ਆਪਣੇ ਸਥਾਨ ਤੇ ਬਾਗ ਵਿੱਚ ਚਲੇ ਗਏ। ਇਸ ਸਮੇਂ ਸੰਤ ਜੀ ਦੇ ਨਾਲ ਸਮੇਤ ਸੰਤ ਬਿਸ਼ਨ ਸਿੰਘ ਹੋਰਾਂ ਦੇ 25 ਸਿੰਘ ਜਥੇ ਵਿੱਚ ਸਨ। ਸੰਤ ਜੀ ਦੀ ਨਾਰਾਜ਼ਗੀ ਦੇਖ ਕੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ, ਜਿਨ੍ਹਾਂ ਦੇ ਲੀਡਰ ਮਾਸਟਰ ਮੋਤਾ ਸਿੰਘ ਸਨ, ਸੰਤ ਜੀ ਨੂੰ ਬੇਨਤੀ ਕੀਤੀ ਕਿ ਮਹਾਰਾਜ, ਆਪ ਸਾਡੇ ਮਾਸ ਖਾਣ ਤੇ ਨਾਰਾਜ਼ ਹੋ, ਉੱਠ ਕੇ ਚੱਲੇ ਆਏ ਹੋ। ਸੰਤ ਜੀ ਨੇ ਕਿਹਾ ਕਿ ਸਾਡੀ ਤਾਂ ਕੋਈ ਨਾਰਾਜ਼ਗੀ ਨਹੀਂ, ਪਰ ਇਸ ਮਹਾਨ ਜੱਗ ਵਿੱਚ ਪਾਪ ਨਹੀਂ ਹੋਣਾ ਚਾਹੀਦਾ ਸੀ। ਅੱਗੋਂ ਮਾਸਟਰ ਜੀ ਨੇ ਬੇਨਤੀ ਕੀਤੀ, ਜੇਕਰ ਅਸੀਂ ਮਾਸ ਨਾ ਖਾਈਏ ਤਾਂ ਵੈਰੀ ਨਾਲ ਲੋਹਾ ਕਿਵੇਂ ਲੈ ਸਕਦੇ ਹਾਂ। ਇਸ ਉੱਪਰ ਸੰਤ ਜੀ ਨੇ ਫਰਮਾਇਆ, ਇਹ ਵਹਿਮ ਹੈ।
ਤੁਸੀਂ 5 ਸਿੰਘ ਤਲਵਾਰਾਂ ਲੈ ਕੇ ਤਿਆਰ ਹੋ ਜਾਓ। ਤੇ ਨਾਲ ਹੀ ਸੰਤ ਬਿਸ਼ਨ ਸਿੰਘ ਹੋਰਾਂ ਨੂੰ ਖੜਾ ਕਰ ਲਿਆ। ਇਹਨਾਂ ਨੂੰ ਆਪ ਜਾਣਦੇ ਹੋ, ਇਹ ਖੇਤੀ ਕਰਦੇ ਹਨ। ਇਹ ਸੁੱਕੀ ਰੋਟੀ ਉਹ ਵੀ ਰੱਜ ਕੇ ਨਹੀਂ ਛਕਦੇ, ਪਰ ਨਾਮ ਜਪਦੇ ਹਨ। ਇਹ ਤੁਹਾਡੀਆਂ 5 ਤਲਵਾਰਾਂ ਖੋਹ ਲੈਣਗੇ। ਸੰਤ ਜੀ ਦਾ ਹੁਕਮ ਸੁਣ ਕੇ ਸੰਤ ਬਿਸ਼ਨ ਸਿੰਘ ਜੀ ਖਲੋ ਗਏ। ਉਹਨਾਂ ਦੇ ਚਿਹਰੇ ਤੇ ਐਸੀ ਲਾਲੀ ਚਮਕਣ ਲੱਗੀ ਜਿਹੜੀ ਝੱਲੀ ਨਹੀਂ ਸੀ ਜਾਂਦੀ। ਇਹ ਵੇਖ ਕੇ ਅਕਾਲੀ ਲੀਡਰ ਚਰਨਾਂ ਤੇ ਟਹਿ ਪਏ ਅਤੇ ਖਿਮਾ ਮੰਗੀ। ਇਸ ਸਮੇਂ ਸਰਦਾਰ ਕੁੰਦਨ ਸਿੰਘ ਨੂੰ 1 ਲੱਖ ਜਪਜੀ ਸਾਹਿਬ ਦਾ ਪਾਠ ਤੇ ਸਰਦਾਰ ਨਗੀਨਾ ਸਿੰਘ ਨੂੰ 1.25 ਲੱਖ ਮੂਲ ਮੰਤਰ ਦਾ ਪਾਠ ਕਰਨ ਦਾ ਦੰਡ ਲਾਇਆ। ਬਾਬਾ ਸਾਵਣ ਸਿੰਘ ਜੀ ਦੀ ਸੇਵਾ। ਇੱਕ ਦਿਨ ਸ਼ਾਮ ਦੇ ਵੇਲੇ ਬਾਬਾ ਸਾਵਣ ਸਿੰਘ, ਜਿਨ੍ਹਾਂ ਦਾ ਨਾਮ ਨਗਰਾਂ ਵਿੱਚ ਬਾਬਾ ਰੱਬ ਪੈ ਗਿਆ, ਸੰਤ ਜੀ ਮਹਾਰਾਜ ਦੇ ਦਰਸ਼ਨ ਲਈ ਆਏ। ਇਹ ਸੱਜਣ ਬਾਲ ਜਤੀ ਸਨ। 20 ਕੁ ਸਾਲਾਂ ਤੋਂ ਗੁਰੂ ਕੇ ਲੰਗਰ ਦੇ ਝੋਲੇ ਦੀ ਸੇਵਾ ਵਿੱਚ ਡਟੇ ਹੋਏ ਸਨ। ਇਹ ਗੁਰਸਾਗਰ ਸਾਹਿਬ ਮਸਤੂਆਣੇ ਤੋਂ ਬਾਹਰ ਇੱਕ ਛਪੜੀ ਵਿੱਚ ਵਿਰਕਤ ਰਹਿੰਦੇ। ਇੱਕ ਸਲੰਗ, 1.25 ਮਣ ਪੱਕੇ ਦਾ ਝੋਲਾ, ਤੋੜਾ, ਮਿੱਟੀ ਦਾ ਪਿਆਲਾ ਤੇ ਕੁੰਡੀ ਇਹਨਾਂ ਦੀ ਜਾਇਦਾਦ ਸੀ। ਗੁਰਦੁਆਰੇ ਸਾਹਿਬ ਦੇ ਖਜ਼ਾਨੇ ਤੋਂ ਕੋਈ ਮੰਗ ਨਹੀਂ ਸੀ ਕਰਦੇ। ਆਪਣੀ ਕਿਰਿਆ ਸੁਤੇ ਸਿੱਧ ਹੀ ਕਰਤਾਰ ਦੇ ਆਸਰੇ ਤੋਰਦੇ ਅਤੇ ਕਦੀ ਰੋਜ਼ ਕਦੀ ਦੂਜੇ ਦਿਨ 1.25 ਮਣ ਪੱਕਾ ਆਟਾ ਲੰਗਰ ਵਿੱਚ ਹਾਜ਼ਰ ਕਰਦੇ। ਮੋਢੇ ਤੇ ਸਲੰਗ ਅਤੇ ਉਸ ਤੇ ਝੋਲਾ ਲਟਕਾ ਜਿੱਧਰ ਜਾਂਦੇ ਮਾਈ ਭਾਈ ਹੱਥੀਂ ਛਾਵਾਂ ਕਰਦੇ। ਕੁਝ ਚਿਰ ਬਾਬਾ ਜੀ ਸੰਤ ਜੀ ਮਹਾਰਾਜ ਦੇ ਪਾਸ ਬੈਠੇ ਦਰਸ਼ਨ ਕਰਦੇ ਰਹੇ। ਫਿਰ ਹੱਥ ਜੋੜ ਬੇਨਤੀ ਕੀਤੀ, ਸੱਚੇ ਪਾਤਸ਼ਾਹ, ਬਿਰਧ ਹੋ ਗਏ ਹਾਂ, ਸੇਵਾ ਤੋਂ ਛੁੱਟੀ ਬਖਸ਼ੋ। ਸੰਤ ਜੀ ਮਹਾਰਾਜ ਨੇ ਹੱਸ ਕੇ ਆਖਿਆ, ਗੁਰਮੁਖ ਬੁੱਢੇ ਕਦੀ ਵੀ ਨਹੀਂ ਹੁੰਦੇ। ਤੁਸੀਂ ਤਕੜੇ ਹੋਵੋ, ਸੇਵਾ ਨਹੀਂ ਛੱਡਣੀ। ਕਬੀਰ ਜੈਸੀ ਉਪਜੀ ਪੇੜ ਤੇ, ਜੋ ਤੈਸੀ ਨਿਭੈ ਓੜ। ਹੀਰਾ ਕਿਸ ਕਾ ਬਾਪੁਰਾ, ਪੁਜਹਿ ਨ ਰਤਨ ਕਰੋੜ। ਇਹ ਹੁਕਮ ਸੁਣ ਬਾਬਾ ਸਾਵਣ ਸਿੰਘ ਨੇ ਸਿਰ ਨਿਵਾਇਆ ਅਤੇ ਆਖਿਆ, 7 ਬਚਨ। ਫਿਰ ਸੰਤ ਜੀ ਮਹਾਰਾਜ ਨੇ ਹੱਸ ਕੇ ਬਾਬਾ ਸਾਵਣ ਸਿੰਘ ਨੂੰ ਆਖਿਆ, ਦੇਖੋ ਭਾਈ ਸਾਵਣ ਸਿੰਘ ਜੀ, ਅਸੀਂ ਤੇਜਾ ਸਿੰਘ ਨੂੰ ਵਿਰਕਤ ਬਣਾ ਲਿਆ ਹੈ। ਇਹ ਸੁਣ ਭਾਈ ਸਾਵਣ ਸਿੰਘ ਜੀ ਬੜੇ ਹੀ ਪ੍ਰਸੰਨ ਹੋਏ ਅਤੇ ਦਾਸ ਵੱਲ ਪੂਰੇ ਪ੍ਰੇਮ ਤੇ ਫਕੀਰ ਦੀ ਅਸੀਸ ਭਰੀ ਨਿਗਾਹ ਨਾਲ ਦੇਖਿਆ। ਦਮਦਮੇ ਸਾਹਿਬ ਦੇ ਲੰਗਰ ਦੇ ਪ੍ਰਬੰਧ ਦਾ ਸੰਤ ਜੀ ਮਹਾਰਾਜ ਨੂੰ ਖਾਸ ਖਿਆਲ ਸੀ। ਇਸ ਦਾ ਪੂਰਾ ਕਰਨ ਹਿੱਤ ਸੰਤ ਭਾਈ ਗੁਲਾਬ ਸਿੰਘ ਨੂੰ ਦਮਦਮੇ ਸਾਹਿਬ ਤੋਂ ਸੱਦਿਆ ਗਿਆ। ਸਰਦਾਰ ਧਰਮ ਸਿੰਘ ਵੀ ਸੰਤ ਜੀ ਮਹਾਰਾਜ ਦਾ ਹੁਕਮ ਮੰਨ ਰਾਮਨਗਰ ਸਿਵੀਆਂ ਆ ਪੁੱਜੇ। 50,000 ਰੁਪਏ ਦੀ ਜ਼ਮੀਨ ਲੈਣ ਦਾ ਗੁਰਮਤਾ ਪੱਕਾ ਹੋ ਗਿਆ ਅਤੇ ਸੰਤ ਗੁਲਾਬ ਸਿੰਘ ਨੂੰ ਹੁਕਮ ਮਿਲਿਆ ਕਿ ਉਹ ਚੰਗੀ ਜ਼ਮੀਨ ਦੇਖ ਲੈਣ ਅਤੇ ਸਰਦਾਰ ਧਰਮ ਸਿੰਘ ਪਾਸ ਜੋ ਦਮੜਾ ਹੈ ਉਸ ਦੇ ਨਾਲ ਜ਼ਮੀਨ ਖਰੀਦ ਲੈਣ। ਭਾਈ ਗੁਰਬਖਸ਼ ਸਿੰਘ, ਜਿਹੜੇ ਕਿ ਬਾਲੇਵਾਲ ਸੰਤ ਜੀ ਮਹਾਰਾਜ ਦੀ ਸੇਵਾ ਵਾਸਤੇ ਹਾਜ਼ਰ ਹੋਏ ਸਨ, ਬੜੇ ਪ੍ਰੇਮ ਅਤੇ ਨਿਸ਼ਕਾਮਤਾ ਨਾਲ ਸੰਤ ਜੀ ਮਹਾਰਾਜ ਦੀ ਚਰਨ ਦੀਆਂ ਪੱਟੀਆਂ ਸਾਬਣ ਨਾਲ ਧੋ ਕੇ ਨਿਤ ਨੇਮ ਨਾਲ ਸਾਫ਼ ਕਰਦੇ। ਸਾਰਾ ਦਿਨ ਇਸੇ ਲਗਨ ਵਿੱਚ ਲੱਗੇ ਰਹਿੰਦੇ। ਇਸ ਇੱਕ ਰਸ ਸੇਵਾ ਦਾ ਉਹਨਾਂ ਨੂੰ ਇਹ ਫਲ ਮਿਲਿਆ ਕਿ ਉਹ ਮਸਤੀ ਵਿੱਚ ਆਪਣੇ ਆਪ ਤੋਂ ਬਾਹਰ ਹੋ ਗਏ। ਕੱਪੜੇ ਫਾੜ ਜੰਗਲਾਂ ਵਿੱਚ ਨਿਕਲ ਜਾਂਦੇ ਅਤੇ ਸੰਗਤ ਦੇ ਸਰੀਰ ਪ੍ਰੇਮ ਨਾਲ ਉਹਨਾਂ ਨੂੰ ਮੋੜ ਕੇ ਲਿਆਉਂਦੇ। ਬ੍ਰਹਮ ਗਿਆਨ ਦਾ ਉਪਦੇਸ਼। ਇਹਨਾਂ ਦਿਨਾਂ ਵਿੱਚ ਸੰਤ ਜੀ ਮਹਾਰਾਜ ਨੇ ਉਪਦੇਸ਼ ਦਾ ਖਜ਼ਾਨਾ ਖੋਲ ਦਿੱਤਾ। ਕਈ ਵਾਰੀ ਠੋਕਰ ਮਾਰ ਕੇ ਪ੍ਰਸ਼ਨ ਕਰਨ ਦਾ ਹੁਕਮ ਦਿੰਦੇ ਅਤੇ ਆਖਦੇ, ਭਾਈ ਜੋ ਕੁਝ ਪੁੱਛਣਾ ਹੈ ਪੁੱਛ ਲਵੋ, ਸਾਰੇ ਸ਼ੰਕੇ ਮਿਟਾ ਲਵੋ। ਫੇਰ ਪਿੱਛੋਂ ਕੋਈ ਇਹ ਨਾ ਆਖੇ ਕਿ ਕਿਹਦੇ ਪਾਸ ਰਹੇ ਸਨ, ਕਿਸੇ ਗੱਲ ਦਾ ਚੱਜ ਵੀ ਨਹੀਂ ਸਿੱਖਿਆ। ਗਿਆਨ ਚਰਚਾ ਵਿੱਚ ਕਈ ਅਦੁੱਤੀਆਂ ਸਾਖੀਆਂ ਸੁਣਾਉਂਦੇ। ਇਹਨਾਂ ਦਿਨਾਂ ਵਿੱਚ ਰਾਗ ਸਿੱਖਣ ਦਾ ਉਪਦੇਸ਼ ਵੀ ਕਰਦੇ। ਕਈ ਵਾਰੀ ਮੌਜ ਵਿੱਚ ਆ ਕੇ ਆਪ ਰਾਗ ਅਲਾਪਦੇ ਅਤੇ ਸੰਗਤ ਦੇ ਸਰੀਰਾਂ ਨੂੰ ਮਗਰ ਲੱਗਣ ਲਈ ਆਖਦੇ। ਜਗਿਆਸੂ ਦੀ ਆਦਤ ਤੋਂ ਹੀ ਪ੍ਰੀਖਿਆ ਤੁਰੀ ਆਈ ਹੈ।
ਨਾਲ ਦੇ ਸਾਥੀ ਸਦਾ ਹੀ ਮਨ ਬਚਨ ਕਰਮ ਦੁਆਰਾ ਠੋਕਰਾਂ ਮਾਰਦੇ ਰਹਿੰਦੇ ਹਨ। ਇਸ ਪ੍ਰੀਖਿਆ ਦੀ ਕਸਵੱਟੀ ਨੇ ਰਾਮਨਗਰ ਸਿਵੀਆਂ ਵਿੱਚ ਕੁਝ ਭੈੜੀ ਜਿਹੀ ਸ਼ਕਲ ਫੜ ਲਈ। ਦਾਸ ਨੇ ਇੱਕ ਦਿਨ ਅੰਮ੍ਰਿਤ ਵੇਲੇ ਸੰਤ ਜੀ ਮਹਾਰਾਜ ਅੱਗੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਇਕਾਂਤ ਸਿਮਰਨ ਦੀ ਆਗਿਆ ਬਖਸ਼ੋ। ਅੰਤਰਜਾਮੀ ਸੰਤ ਜੀ ਮਹਾਰਾਜ ਨੇ ਫਰਮਾਇਆ, ਭਾਈ ਸੰਗਤ ਦੇ ਬਚਨ ਕੁਬਚਨ ਸਹਾਰ ਕੇ ਨਾਲ ਨਾਲ ਮਨ ਦੀ ਪ੍ਰੀਖਿਆ ਹੁੰਦੀ ਰਹਿੰਦੀ ਹੈ। ਇੱਕ ਦਿਨ ਇਸੇ ਪ੍ਰਥਾਏ ਇੱਕ ਖਾਸ ਰੰਗ ਵਿੱਚ ਆ ਕੇ ਆਖਿਆ, ਭਾਈ ਤੇਜਾ ਸਿੰਘ ਤੁਸੀਂ ਬੜੇ ਇਮਤਿਹਾਨ ਪਾਸ ਕੀਤੇ ਹਨ, ਪਰ ਬ੍ਰਹਮ ਵਿਦਿਆ ਦਾ ਇਮਤਿਹਾਨ ਉਸ ਦਿਨ ਪਾਸ ਹੁੰਦਾ ਹੈ ਜਦ ਪਿੱਛੋਂ ਆ ਕੇ ਕੋਈ ਇਸ ਨੂੰ ਲੱਤ ਮਾਰੇ ਤੇ ਇੱਧਰ ਉਧਰ ਧਿਆਨ ਵੀ ਨਾ ਕਰੇ, ਜਾਂ ਕੋਈ ਸਾਹਮਣੇ ਆ ਕੇ ਆਖੇ ਤੂੰ ਬੜਾ ਕੰਜਰ ਹੈ, ਹੱਥ ਜੋੜ ਕੇ ਆਖੇ ਬੜੀ ਕਿਰਪਾ ਕੀਤੀ, ਦੱਸ ਦਿੱਤਾ। ਕਥਾ ਕੀਰਤਨ ਕਰਦੇ ਕਰਦੇ ਜੋਗ ਵਿਸ਼ਿਸ਼ਟ ਦਾ ਭੋਗ ਨੇੜੇ ਆ ਗਿਆ। ਸੰਤ ਜੀ ਮਹਾਰਾਜ ਨੇ ਫਰਮਾਇਆ, ਭਾਈ ਸਾਰੀ ਜੋਗ ਵਿਸ਼ਿਸ਼ਟ ਇਸ ਗੱਲ ਵਿੱਚ ਹੀ ਪੂਰੀ ਹੋ ਜਾਂਦੀ ਹੈ, ਗੁਰਸਾਖੀ ਜੋਤ ਪ੍ਰਗਟ ਹੋਏ। ਫੇਰ ਦਾਸ ਵੱਲ ਕਿਰਪਾ ਦ੍ਰਿਸ਼ਟੀ ਨਾਲ ਵੇਖ ਕੇ ਸ਼ਬਦ ਦੀ ਤੁਕ ਉਚਾਰੀ, ਗੁਰ ਸਾਖੀ ਅੰਤਰ ਜਾਗੀ ਤਾਂ ਚੰਚਲ ਮਤ ਤਿਆਗੀ, ਗੁਰ ਸਾਖੀ ਕਾ ਉਜਿਆਰਾ ਤਾਂ ਮਿਟਿਆ ਸਗਲ ਅੰਧਿਆਰਾ। ਸਵੇਰੇ ਸ਼ਾਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਅਤੇ ਸੁਖਾਸਨ ਦੀ ਸੇਵਾ ਦਾਸ ਦੀ ਲੱਗੀ ਹੋਈ ਸੀ। ਇੱਕ ਦਿਨ ਸ਼ਾਮ ਦੇ ਦੀਵਾਨ ਦੇ ਮਗਰੋਂ ਸਾਰੀ ਸੰਗਤ ਸਿਵੀਆ ਪ੍ਰਸ਼ਾਦ ਛਕਣ ਲਈ ਗਈ। ਭਾਈ ਖੁਸ਼ਹਾਲ ਸਿੰਘ ਸੰਤ ਜੀ ਮਹਾਰਾਜ ਦੀ ਅਰਦਲ ਵਿੱਚ ਬੈਠੇ ਰਹੇ। ਦਾਸ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੁਖਾਸਨ ਕਰ ਰਿਹਾ ਸੀ। ਸੰਤ ਜੀ ਮਹਾਰਾਜ ਮੌਜ ਵਿੱਚ ਆਏ ਅਤੇ ਭਾਈ ਖੁਸ਼ਹਾਲ ਸਿੰਘ ਨੂੰ ਕਹਿਣ ਲੱਗੇ ਕਿ ਇਹ ਕਾਨੜੇ ਦਾ ਵਕਤ ਹੈ, ਅਸੀਂ ਲਾਭ ਕਰਦੇ ਹਾਂ, ਪਿੱਛੋਂ ਤੂੰ ਕਰੀ। ਇਹ ਕਹਿ ਕੇ ਸੰਤ ਜੀ ਮਹਾਰਾਜ ਨੇ ਬੜੀ ਪ੍ਰੇਮ ਭਰੀ ਅਤੇ ਮਧੁਰ ਧੁਨ ਵਿੱਚ ਕਾਨੜਾ ਅਲਾਪਿਆ। ਫੇਰ ਆਖਿਆ, ਅੱਛਾ ਭਾਈ ਖੁਸ਼ਹਾਲ ਸਿੰਘ ਹੁਣ ਤੁਸੀਂ ਅਲਾਪੋ। ਭਾਈ ਖੁਸ਼ਹਾਲ ਸਿੰਘ ਨੇ ਯਤਨ ਕੀਤਾ ਪਰ ਪੂਰਾ ਨਾ ਉਤਰਿਆ। ਦਾਸ ਦੇ ਹੱਥ ਤਾਂ ਸੱਚੇ ਪਾਤਸ਼ਾਹ ਜੀ ਦੀ ਸੇਵਾ ਵਿੱਚ ਲੱਗੇ ਹੋਏ ਸਨ, ਪਰ ਚਿੱਤ ਦੁਆਰਾ ਕਾਨੜਾ ਦੇ ਲਾਪ ਦਾ ਸਾਧਨ ਕਰਦਾ ਰਿਹਾ। ਜਦ ਬਾਹਰ ਨਿਕਲਿਆ ਤਾਂ ਸੰਤ ਜੀ ਮਹਾਰਾਜ ਨੇ ਫਰਮਾਇਆ, ਭਾਈ ਤੇਜਾ ਸਿੰਘ ਤੁਸੀਂ ਕਾਨੜਾ ਲਾਪੋ। ਦਾਸ ਨੇ ਯਤਨ ਕੀਤਾ, ਕੁਝ ਸੂਤ ਬੈਠ ਗਿਆ। ਸੰਤ ਜੀ ਮਹਾਰਾਜ ਹੱਸ ਪਏ ਅਤੇ ਆਖਿਆ, ਭਾਈ ਪਾਸ ਸੰਤ ਆਤਮਾ ਹਨ, ਸਰੀਰ ਨਹੀਂ। ਮਾਘੀ ਤੋਂ 2-4 ਦਿਨ ਪਿੱਛੋਂ ਸਰਦਾਰ ਗੋਬਿੰਦਰ ਸਿੰਘ ਜੀ ਸੰਗਰੂਰ ਤੋਂ ਮੋਟਰ ਲੈ ਕੇ ਆ ਹਾਜ਼ਰ ਹੋਏ ਅਤੇ ਸੰਤਾਂ ਨੂੰ ਆਪਣੇ ਨਾਲ ਲਿਜਾਣ ਲਈ ਬੇਨਤੀ ਕੀਤੀ। ਸੰਤ ਜੀ ਮਹਾਰਾਜ ਨੇ ਫਰਮਾਇਆ, ਭਾਈ ਤੁਹਾਡਾ ਪ੍ਰੇਮ ਲੈਣ ਲਈ ਤਾਂ ਅਸੀਂ ਤਿਆਰ ਹਾਂ, ਪਰ ਸਾਨੂੰ ਆਪਰੇਸ਼ਨ ਦੀ ਕੋਈ ਲੋੜ ਨਹੀਂ, ਅਸੀਂ ਰੋਗ ਹਾਂ। ਇਹ ਸਰੀਰ ਦੀ ਖੇਲ ਅਕਾਲ ਪੁਰਖ ਦੀ ਰਜਾ ਵਿੱਚ ਵਰਤ ਰਹੀ ਹੈ, ਅਸੀਂ ਇਸ ਤੋਂ ਪਰੇ ਹਾਂ। ਇਹ ਬਚਨ ਬਿਲਾਸ ਕਰਕੇ ਸੰਤ ਜੀ ਮਹਾਰਾਜ ਸਰਦਾਰ ਗੋਬਿੰਦਰ ਸਿੰਘ ਦੇ ਨਾਲ ਸੰਗਰੂਰ ਉਹਨਾਂ ਦੇ ਘਰ ਆ ਗਏ। 2-4 ਦਿਨ ਉੱਥੇ ਆਰਾਮ ਕੀਤਾ ਤੇ ਕਿਸੇ ਨੂੰ ਵੀ ਆਪਰੇਸ਼ਨ ਵਾਸਤੇ ਆਖਣ ਦਾ ਹੀਆ ਨਾ ਪਿਆ। ਫਿਰ ਡਾਕਟਰ ਅਤੇ ਜੀਂਦ ਦਾ ਚੀਫ ਮਿਨਿਸਟਰ ਢਿੰਗੜਾ ਬੜਾ ਜ਼ੋਰ ਪਾਉਣ ਲੱਗੇ ਕਿ ਆਪਰੇਸ਼ਨ ਜ਼ਰੂਰ ਕਰਨਾ ਚਾਹੀਦਾ ਹੈ। ਸੰਤ ਜੀ ਮਹਾਰਾਜ ਦੇ ਸੇਵਕ ਅਤੇ ਗੋਬਿੰਦਰ ਸਿੰਘ ਨੇ ਵੀ ਆਪਰੇਸ਼ਨ ਲਈ ਬੇਨਤੀ ਕੀਤੀ। ਸੰਤ ਜੀ ਮਹਾਰਾਜ ਨੇ ਆਖਿਆ, ਭਾਈ ਅਸੀਂ ਇੱਕ ਵਾਰੀ ਜੋ ਕਹਿ ਚੁੱਕੇ ਹਾਂ ਕਿ ਅਸੀਂ ਰੋਗ ਹਾਂ, ਸਾਨੂੰ ਆਪਰੇਸ਼ਨ ਦੀ ਕੋਈ ਲੋੜ ਨਹੀਂ, ਪਰ ਗੁਰੂ ਮਹਾਰਾਜ ਦਾ ਹੁਕਮ ਹੈ, ਮਾਇਆ ਧਾਰੀ ਅਤ ਅੰਨਾ ਬੋਲਾ। ਇਹ ਪ੍ਰੇਮੀ ਸੰਤ ਜੀ ਮਹਾਰਾਜ ਦੀ ਰਮਜ ਨੂੰ ਨਾ ਸਮਝ ਸਕੇ ਅਤੇ ਨਾਲ ਦੇ ਸੇਵਕ ਵੀ ਮਾਇਆ ਧਾਰੀ ਦੇ ਲਿਹਾਜ਼ ਵਿੱਚ ਲਪੇਟੇ ਗਏ। ਕਿਸੇ ਨੇ ਸੰਤ ਜੀ ਮਹਾਰਾਜ ਦੇ ਬਚਨ ਦੀ ਕੀਮਤ ਨਾ ਜਾਣੀ। ਦੂਜੇ ਦਿਨ ਡਾਕਟਰ ਆਪਣਾ ਚੀਰ ਫਾੜ ਦਾ ਸਾਰਾ ਸਮਾਨ ਲੈ ਕੇ ਆ ਗਿਆ। ਸੇਵਕਾਂ ਨੇ ਵੀ ਨਾ ਮੋੜਿਆ ਤੇ ਮਹਾਂਪੁਰਸ਼ਾਂ ਦੀ ਮਰਜ਼ੀ ਦੇ ਵਿਰੁੱਧ ਆਪਰੇਸ਼ਨ ਦੀ ਤਿਆਰੀ ਸ਼ੁਰੂ ਹੋ ਗਈ। ਹੁਣ ਡਾਕਟਰ ਸੰਤ ਜੀ ਮਹਾਰਾਜ ਨੂੰ ਪੁੱਛਣ ਲੱਗਾ ਕਿ ਤੁਹਾਨੂੰ ਕਲੋਰੋਫਾਰਮ ਸੁੰਘਾਈਏ। ਸੰਤ ਜੀ ਮਹਾਰਾਜ ਨੇ ਫਰਮਾਇਆ, ਜੇ ਤੁਸੀਂ ਨਹੀਂ ਮੁੜਨਾ
ਅਤੇ ਜ਼ਰੂਰ ਹੀ ਇਹ ਖੇਲ ਕਰਨੀ ਹੈ, ਤਾਂ ਸਰੀਰ ਹਾਜ਼ਰ ਹੈ। ਜਿਸ ਤਰ੍ਹਾਂ ਮਰਜ਼ੀ ਹੈ ਕਰੀ ਜਾਓ, ਸਾਨੂੰ ਕਲੋਰੋਫਾਰਮ ਦੀ ਕੋਈ ਲੋੜ ਨਹੀਂ। ਸੇਵਕਾਂ ਨੂੰ ਸੰਤ ਜੀ ਮਹਾਰਾਜ ਨੇ ਬੜੇ ਜ਼ੋਰਦਾਰ ਲਫ਼ਜ਼ਾਂ ਵਿੱਚ ਆਖਿਆ ਕਿ ਉਹ ਆਪਰੇਸ਼ਨ ਨਾ ਹੋਣ ਦੇਣ। ਦੇਹ ਨੂੰ ਅਕਾਰਥ ਕਹਾਉਣਾ ਠੀਕ ਨਹੀਂ, ਪਰ ਇਹ ਸਾਰੇ ਪ੍ਰੇਮੀ ਮਾਇਆ ਦੇ ਅਸਰ ਹੇਠਾਂ ਆ ਗਏ। ਬਿਟ ਬਿਟ ਇੱਕ ਦੂਜੇ ਦੇ ਮੂੰਹ ਵੱਲ ਵੇਖੀ ਗਏ। ਮਹਾਂਪੁਰਖਾਂ ਦਾ ਬਚਨ ਨਾ ਮੰਨਿਆ। ਨਸ਼ਤਰਾਂ ਦੀ ਖੇਡ ਸ਼ੁਰੂ ਹੋ ਗਈ। ਸੰਤ ਜੀ ਮਹਾਰਾਜ ਅਡੋਲ ਆਪਣੇ ਰੰਗ ਵਿੱਚ ਮਸਤ ਰਹੇ। ਜਦ ਆਪਰੇਸ਼ਨ ਹੋ ਚੁੱਕਾ, ਤਦ ਸੰਤ ਜੀ ਮਹਾਰਾਜ ਨੇ ਸੇਵਕਾਂ ਨੂੰ ਫਰਮਾਇਆ ਕਿ ਅਸੀਂ ਹੁਣ ਅੰਤਰ ਧਿਆਨ ਹੋਣ ਲੱਗੇ ਹਾਂ। ਬਦੇਹ ਮੁਕਤ ਤੁਰਿਆਤੀਤ, ਤੁਸਾਂ ਕਿਸੇ ਨੇ ਸਾਨੂੰ ਖਵਾਉਣ ਪਿਆਉਣ ਲਈ ਨਾ ਛੇੜਨਾ। ਅਸੀਂ ਆਪਣੀ ਮੌਜ ਵਿੱਚ ਮਸਤ ਰਹਾਂਗੇ ਅਤੇ ਜੋ ਕਰਤਾਰ ਦਾ ਹੁਕਮ ਹੈ ਸਹਿਜ ਸੁਭਾਏ ਆਪਣੇ ਸਮੇਂ ਸਿਰ ਵਰਤ ਜਾਵੇਗਾ। ਜ਼ਬਾਨੀ ਬੇਬੇ ਰਤਨ ਕੌਰ ਜੀ ਅਤੇ ਭਾਈ ਰਾਮ ਸਿੰਘ ਜੀ ਗੜਵਈ। ਜਦ ਆਪਰੇਸ਼ਨ ਦੀ ਖਬਰ ਸੰਤ ਭਾਈ ਗੁਲਾਬ ਸਿੰਘ ਨੂੰ ਗੁਰੂ ਕਾਂਛੀ ਦਮਦਮਾ ਸਾਹਿਬ ਪੁੱਜੀ, ਤਦ ਇਹ ਵਾਹੋ ਦਾਹੀ ਸੰਗਰੂਰ ਅੱਪੜੇ। ਅੱਗੇ ਸੰਤ ਜੀ ਮਹਾਰਾਜ ਆਪਣੇ ਆਪ ਨੂੰ ਸੰਕੋਚ ਕੇ ਮੌਜ ਵਿੱਚ ਪਏ ਸਨ, ਕਿਸੇ ਨਾਲ ਗੱਲ ਨਹੀਂ ਸੀ ਕਰਦੇ। ਸੰਤ ਭਾਈ ਗੁਲਾਬ ਸਿੰਘ ਮੱਥਾ ਟੇਕ ਇੱਕ ਟੰਗ ਤੇ ਖੜੇ ਹੋ ਗਏ ਅਤੇ ਚੁਪੀਤੇ ਅਰਦਾਸ ਵਿੱਚ ਜੁਟ ਗਏ। 10 ਕੁ ਮਿੰਟ ਮਗਰੋਂ ਸੰਤ ਜੀ ਮਹਾਰਾਜ ਨੇ ਨੇਤਰ ਖੋਲ੍ਹੇ ਅਤੇ ਭਾਈ ਗੁਲਾਬ ਸਿੰਘ ਜੀ ਨੂੰ ਫਰਮਾਇਆ, ਜੋ ਹੋਣਾ ਸੀ ਸੋ ਹੋ ਗਿਆ ਹੈ, ਤੁਸੀਂ ਦਮਦਮਾ ਸਾਹਿਬ ਜਾ ਕੇ ਸੇਵਾ ਕਰੋ। ਹੁਕਮ ਮੰਨ ਭਾਈ ਗੁਲਾਬ ਸਿੰਘ ਉਸੇ ਵੇਲੇ ਵਾਪਸ ਮੁੜ ਗਏ। ਆਪਰੇਸ਼ਨ ਤੋਂ ਇੱਕ ਦਿਨ ਪਹਿਲਾਂ ਸੰਤ ਜੀ ਮਹਾਰਾਜ ਦਾ ਇੱਕ ਸਹਿਜਧਾਰੀ ਪ੍ਰੇਮੀ, ਜਿਹੜਾ ਕਿ ਜੰਮੂ ਰਾਏ ਬਹਾਦਰ ਮੱਖਣ ਲਾਲ ਚੀਫ ਇੰਜੀਨੀਅਰ ਹੇਠਾਂ ਠੇਕੇਦਾਰ ਸੀ, ਸੰਤ ਜੀ ਮਹਾਰਾਜ ਨੂੰ ਸੰਗਰੂਰ ਮਿਲਣ ਆਇਆ। ਪ੍ਰੇਮ ਦੇ ਬਚਨ ਬਿਲਾਸ ਕਰਦਿਆਂ ਸੰਤ ਜੀ ਨੇ ਫਰਮਾਇਆ, ਅਸੀਂ 7 ਦਿਨਾਂ ਨੂੰ ਸਰੀਰ ਛੱਡ ਦੇਣਾ ਹੈ, ਅੱਗੇ ਬਹੁਤ ਕੰਮ ਕਰਨਾ ਹੈ। ਜਿਸ ਵੇਲੇ ਦਾਸ ਤੰਦਲਿਆਂ ਵਾਲੇ ਸੀ, ਅਖਬਾਰ ਵਿੱਚ ਸੰਤ ਜੀ ਮਹਾਰਾਜ ਦੇ ਸੰਗਰੂਰ ਆਉਣ ਅਤੇ ਆਪਰੇਸ਼ਨ ਕਰਾਉਣ ਦਾ ਸਮਾਚਾਰ ਪੜ੍ਹਿਆ। ਚਿੱਤ ਵਿੱਚ ਜਿਹੜੀ ਗੱਲ ਸੰਤ ਜੀ ਮਹਾਰਾਜ ਦੇ 1.25 ਮਹੀਨੇ ਪਹਿਲੇ ਆਖੀ ਸੀ, ਖੜਕ ਗਈ ਕਿ ਹੁਣ ਆਪਣਾ ਭਾਣਾ ਵਰਤਾ ਰਹੇ ਹਨ। ਦਰਸ਼ਨ ਦੀ ਖਿੱਚ ਬਹੁਤ ਸੀ, ਪਰ ਹੁਕਮ ਸੀ ਸੱਦੇ ਬਿਨਾਂ ਨਹੀਂ ਆਉਣਾ। ਆਪਣੀ ਸੇਵਾ ਵਿੱਚ ਜੁਟੇ ਰਹਿਣਾ, ਆਗਿਆ ਪਾਲਣ ਹਿਤ ਮਨ ਨੂੰ ਰੋਕ। ਜੜ੍ਹਾਂ ਵਾਲੇ ਲਾਇਲਪੁਰ ਹੁੰਦਾ ਹੋਇਆ ਦਾਸ ਅੰਮ੍ਰਿਤਸਰ ਸਾਹਿਬ ਪੁੱਜਾ। ਇਸੇ ਸ਼ਾਮ ਭਾਈ ਚਰਨਜੀਤ ਸਿੰਘ MSc ਸੰਗਰੂਰ ਤੋਂ ਅੰਮ੍ਰਿਤਸਰ ਸਾਹਿਬ ਪੁੱਜੇ ਤੇ ਸਿੱਧਾ ਭਾਈ ਦੀਦਾਰ ਸਿੰਘ ਦੇ ਡੇਰੇ ਆ ਗਏ। ਦਾਸ ਨੂੰ ਬੜੇ ਪ੍ਰੇਮ ਨਾਲ ਮਿਲੇ। ਸੰਤ ਜੀ ਮਹਾਰਾਜ ਦੇ ਆਪਰੇਸ਼ਨ ਦੀ ਖਬਰ ਸੁਣਾਈ ਅਤੇ ਦੱਸਿਆ ਕਿ ਸਾਨੂੰ ਅੰਦਰ ਜਾਣ ਦਾ ਹੁਕਮ ਬੰਦ ਕਰ ਦਿੱਤਾ ਸੀ। ਇਸ ਲਈ ਸਿਵਾਏ 4 ਆਦਮੀਆਂ ਦੇ ਭਾਈ ਬਿਸ਼ਨ ਸਿੰਘ, ਰਾਮ ਸਿੰਘ ਗੜਵਈ, ਈਸ਼ਰ ਸਿੰਘ, ਨਿਹਾਲ ਸਿੰਘ, ਕੋਈ ਕਿਧਰੇ ਚਲਾ ਗਿਆ, ਕੋਈ ਕਿਧਰੇ। ਮੈਂ ਇੱਥੇ ਆ ਪੁੱਜਾ ਹਾਂ। ਕੁਦਰਤੀ ਤੁਹਾਡਾ ਮੇਲ ਹੋ ਗਿਆ। ਤੁਸੀਂ ਸੰਗਰੂਰ ਜਾਓ ਅਤੇ ਸੰਤ ਜੀ ਮਹਾਰਾਜ ਦੀ ਪੂਰੀ ਖਬਰ ਮਾਲੂਮ ਕਰੋ। ਤੁਹਾਨੂੰ ਕੋਈ ਡਾਕਟਰ ਜਾਂ ਸਰਦਾਰ ਨਹੀਂ ਰੋਕ ਸਕੇਗਾ। ਇਹ ਸਾਰੀ ਵਾਰਤਾ ਸੁਣ ਕੇ ਦਾਸ ਦੇ ਹਿਰਦੇ ਵਿੱਚ ਸੰਗਰੂਰ ਜਾਣ ਦੀ ਖਿੱਚ ਤਾਂ ਬੜੀ ਹੀ ਤੀਬਰ ਹੋ ਗਈ, ਪਰ ਸੰਤ ਜੀ ਮਹਾਰਾਜ ਦਾ ਹੁਕਮ ਸਾਹਮਣੇ ਆ ਖੜਾ ਹੋਇਆ। ਦਾਸ ਨੇ ਭਾਈ ਚਰਨਜੀਤ ਸਿੰਘ ਨੂੰ ਆਖਿਆ ਕਿ ਤੁਸੀਂ ਗੁਰਬਾਣੀ ਅਤੇ ਸਿੱਖ ਇਤਿਹਾਸ ਤੋਂ ਚੰਗੀ ਤਰ੍ਹਾਂ ਜਾਣੂ ਹੋ, ਦੱਸੋ ਹੁਕਮ ਵੱਡਾ ਹੈ ਕਿ ਦਰਸ਼ਨ। ਆਖਰ ਇਹ ਗੁਰਮਤਾ ਹੋਇਆ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਵਾਕ ਲਿਆ ਜਾਵੇ। ਛੋਟੀ ਬੀੜ ਦੀਆਂ ਸੈਂਚੀਆਂ ਡੇਰੇ ਵਿੱਚ ਮੌਜੂਦ ਸਨ। ਉਥੋਂ ਸੈਂਚੀ ਲੈ ਭਾਈ ਚਰਨਜੀਤ ਸਿੰਘ ਨੇ ਖੋਲੀ। ਗੁਰੂ ਮਹਾਰਾਜ ਦੀ ਆਗਿਆ ਹੁਕਮ ਮੰਨਣ ਦੀ ਨਿਕਲੀ। ਹੁਕਮ ਮੰਨਿਆ ਹੋਵੇ ਪਰਵਾਨ, ਤਾ ਖਸਮੈ ਕਾ ਮਹਿਲ ਪਾਏ ਸੀ। ਆਖਰ ਇਹ ਵਿਚਾਰ ਠਹਿਰੀ ਕਿ ਸੋਢੀ ਚਰਨ ਸਿੰਘ MSc ਸੰਗਰੂਰ ਜਾ ਕੇ ਸੰਤ ਜੀ ਮਹਾਰਾਜ ਦੀ ਖਬਰ ਲਿਆਉਣ ਅਤੇ ਦਾਸ ਹੁਕਮ ਦੀ ਪਾਲਣਾ ਕਰਨ ਹਿਤ ਅੰਮ੍ਰਿਤਸਰ ਹੀ ਠਹਿਰੇ। ਸਾਰੀ ਰਾਤ ਸੰਤ ਜੀ ਮਹਾਰਾਜ ਦੇ ਚੋਜ ਦਾ ਨਕਸ਼ਾ ਦਾਸ ਦੇ ਹਿਰਦੇ ਵਿੱਚ ਵਸਿਆ ਰਿਹਾ। 2 ਵਜੇ ਉੱਠ ਸ੍ਰੀ ਦਰਬਾਰ ਸਾਹਿਬ ਜਾ ਸੋਧਾਸਰ ਵਿੱਚ ਇਸ਼ਨਾਨ ਕੀਤਾ ਤੇ ਨੇਮ ਦੇ ਕੀਰਤਨ ਵਿੱਚ ਜੁੜ ਗਿਆ। ਭੋਗ ਤੋਂ 5 ਕੁ ਸਲੋਕ ਪਹਿਲਾਂ ਵੈਰਾਗ ਨੇ ਉਛਾਲਤ ਮਾਰਿਆ।
ਨੇਤਰਾਂ ਵਿੱਚੋਂ ਜਲ ਨਾ ਥੰਮਿਆ ਗਿਆ। ਬੜੀ ਅਧੀਨਗੀ ਸਹਿਤ ਮਨ ਦੁਆਰਾ ਸੰਤ ਜੀ ਮਹਾਰਾਜ ਦੇ ਚਰਨਾਂ ਵਿੱਚ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਹਜੂਰ ਦੀ ਬੜੀ ਲੋੜ ਹੈ, 40 ਸਾਲ ਹੋਰ ਸਰੀਰ ਰੱਖੋ। ਉਸ ਵੇਲੇ ਜਵਾਬ ਮਿਲ ਗਿਆ ਨਹੀਂ। ਫੇਰ ਅਰਜ਼ ਕੀਤੀ, ਹਜੂਰ 11 ਸਾਲ ਜ਼ਰੂਰ ਦਰਸ਼ਨ ਦਿਓ। ਉੱਤਰ ਆਇਆ ਨਹੀਂ। ਅਤੀ ਅਧੀਨ ਹੋ ਕੇ ਤੀਜੀ ਵਾਰ ਪੁਕਾਰ ਕੀਤੀ, ਮਹਾਰਾਜ ਜੀ ਦਰਸ਼ਨ ਤੇ ਹੋ ਜਾਣ। ਹੁਕਮ ਹੋਇਆ, ਹਾਂ ਦਰਸ਼ਨ ਹੋ ਜਾਣਗੇ। ਥੋੜੇ ਹੀ ਚਿਰ ਮਗਰੋਂ ਆਸਾ ਜੀ ਦੀ ਵਾਰ ਦਾ ਭੋਗ ਪਿਆ। ਅਰਦਾਸੇ ਦੇ ਮਗਰੋਂ ਦਾਸ ਡੇਰੇ ਵਾਪਸ ਆ ਗਿਆ। ਮੂੰਹ ਹੱਥ ਧੋ ਦਸਤਾਰ ਸਜਾਉਣ ਲੱਗਾ ਹੀ ਸੀ ਕਿ ਸੱਜੀ ਅੱਖ ਬੁਰੀ ਤਰ੍ਹਾਂ ਉਂਗਲ ਨਾਲ ਚੁੱਭ ਗਈ। ਉਸੇ ਵੇਲੇ ਇਹ ਤੁਕ ਯਾਦ ਆਈ, ਮਿਤ ਪੈਜੈ ਮਿਤ ਬਿਗਸੈ, ਜਿਸ ਮਿਤ ਕੀ ਪੈਜ ਭਾਵੈ। ਤੁਸੀਂ ਵਿਚਾਰ ਦੇਖੋ ਪੁੱਤ ਭਾਈ, ਹਰ ਸਤਿਗੁਰੂ ਪੈ ਨਾਵੈ। ਮਨ ਨੂੰ ਧਿਰਕਾਰ ਕੀਤੀ ਕਿ ਤੂੰ ਰੋਇਆ ਕਿਉਂ। ਸੰਤ ਜੀ ਮਹਾਰਾਜ ਤਾਂ ਅਕਾਲ ਪੁਰਖ ਦੀ ਰਜਾ ਵਿੱਚ ਆਪਣੇ ਖੇਲ ਵਰਤਾ ਰਹੇ ਹਨ। ਦਸਤਾਰਾ ਸਜਾ ਭਾਈ ਜਗਤ ਸਿੰਘ ਜੀ ਛਾਬੜੇ ਨੂੰ ਨਾਲ ਲੈ ਹਰਿਮੰਦਰ ਸਾਹਿਬ ਦੀ ਬਾਹਰਲੀ ਪਰਿਕਰਮਾ ਵਿੱਚੋਂ ਲੰਘਦਾ ਹੋਇਆ ਦਾਸ ਚੌਲ ਮੰਡੀ ਵੱਲ ਜਾ ਰਿਹਾ ਸੀ ਕਿ ਦਾਸ ਨੂੰ ਉਹ ਪ੍ਰੇਮੀ ਸਿੱਖ ਮਿਲਿਆ ਜੋ ਇਹਨਾਂ ਦਿਨਾਂ ਵਿੱਚ ਹਰ ਕੀ ਪੌੜੀ ਉੱਤੇ ਖਲੋ ਕੇ ਇਹ ਗੁਰੂ ਕਾ ਸਨੇਹ ਸੁਣਾਇਆ ਕਰਦਾ ਸੀ। ਸਾਧ ਸੰਗਤ ਜੀ, ਨਿਤਨੇਮ ਬਾਣੀ ਪੜਿਆ ਕਰੋ। ਆਪਸ ਵਿੱਚ ਫਤਿਹ ਬੁਲਾਈ। ਪ੍ਰੇਮ ਸੁਤੇ ਸਿੱਧ ਹੀ ਬੋਲ ਉਠਿਆ, ਸੰਤ ਜੀ ਮਹਾਰਾਜ ਨੇ ਬੜੀ ਸੇਵਾ ਕੀਤੀ ਹੈ, ਅਨੇਕਾਂ ਸੰਗਤਾਂ ਨੂੰ ਤਾਰਿਆ ਹੈ। ਹੁਣ ਗੁਰੂ ਨਾਨਕ ਦੇਵ ਜੀ ਦੀ ਗੋਦ ਜਾਣ ਦੀ ਤਿਆਰੀ ਹੈ। ਇਹ ਸੁਨੇਹਾ ਸੁਣ ਕੇ ਦਰਸ਼ਨ ਦੀ ਖਿੱਚ ਹੋਰ ਤੀਬਰ ਹੋ ਗਈ। ਪਰ ਮਹਾਂਪੁਰਖਾਂ ਨੇ ਆਪਣੇ ਹੁਕਮ ਦੀ ਪਾਲਣਾ ਵਾਲੀ ਅਜੇ ਮਨ ਦੀ ਪ੍ਰੀਖਿਆ ਪੂਰੀ ਕਰਨੀ ਸੀ। ਦਾਸ ਚੌਲ ਮੰਡੀ ਗਿਆ ਤੇ ਬਾਬਾ ਹਰਨਾਮ ਸਿੰਘ ਨਾਲ ਮਿਲ ਕੇ ਗੁਰੂ ਕਾਂਛੀ ਦਮਦਮਾ ਸਾਹਿਬ ਲਈ 217 ਰੁਪਏ ਉਗਰਾਹੀ ਕੀਤੀ। ਉਸ ਵੇਲੇ ਭਾਈ ਜਗਤ ਸਿੰਘ ਜੀ ਛਾਬੜਾ ਨੂੰ ਫੜਾ ਦਿੱਤੀ ਤੇ ਕਿਹਾ, ਡਾਕਖਾਨੇ ਜਾ ਕੇ ਭਾਈ ਗੁਲਾਬ ਸਿੰਘ ਦੇ ਨਾਮ ਮਨੀ ਆਰਡਰ ਕਰਾ ਦੇਵੋ। ਭਾਈ ਜਗਤ ਸਿੰਘ ਤਾਂ ਅੱਗੇ ਲੰਘ ਆਏ। ਦਾਸ ਹੌਲੀ ਹੌਲੀ ਡੇਰੇ ਵੱਲ ਤੁਰ ਪਿਆ। ਜਦੋਂ ਅਕਾਲ ਤਖਤ ਸਾਹਿਬ ਦੀ ਪਿਛਲੀ ਗਲੀ ਵਿੱਚ ਬਾਬਾ ਗੁਰਬਖਸ਼ ਸਿੰਘ ਜੀ ਸ਼ਹੀਦ ਦੇ ਬੁੰਗੇ ਦੇ ਸਾਹਮਣੇ ਜਦੋਂ ਮੈਂ ਪੁੱਜਾ ਤਦ ਅੰਦਰ ਜਾਣ ਦੀ ਬੜੀ ਡਾਢੀ ਖਿੱਚ ਹੋਈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਰਿਕਰਮਾ ਕਰ ਵਾਕ ਲਿਆ। ਸ਼ਬਦ ਵਿੱਚ ਇਹ ਤੁਕ ਆਈ, ਪੂਰਨ ਭਈ ਸੇਵ। ਅੰਮ੍ਰਿਤ ਵੇਲੇ ਸੰਤ ਜੀ ਮਹਾਰਾਜ ਖੇਲ ਵਰਤਾ ਚੁੱਕੇ ਸਨ। ਗੁਰਮੁਖ ਪ੍ਰੇਮੀ ਦਾ ਸੁਨੇਹਾ ਪੁੱਜ ਚੁੱਕਾ ਸੀ। ਹੁਣ ਤੀਜੀ ਵਾਰੀ ਗੁਰਬਾਣੀ ਨੇ ਆਗਿਆ ਦੇ ਦਿੱਤੀ। ਨਿਸ਼ਚਾ ਪ੍ਰਪੱਕ ਹੋ ਗਿਆ ਕਿ ਦਰਸ਼ਨ ਲਈ ਹੁਕਮ ਮਿਲ ਗਿਆ ਹੈ। ਡੇਰੇ ਪਹੁੰਚ ਤੁਰਨ ਦੀ ਤਿਆਰੀ ਕੀਤੀ। ਸੁਤੇ ਸਹਿਜ ਚਿੱਤ ਵਿੱਚ ਖਿਆਲ ਆਇਆ ਕਿ ਦਿਨ ਵੀਰਵਾਰ ਦਾ ਹੈ। ਇਸ ਦਿਨ ਹਰ ਵਾਰੀ ਸਰਦਾਰ ਬਹਾਦਰ ਧਰਮ ਸਿੰਘ ਪੀਪਲਜ਼ ਬੈਂਕ ਲਾਹੌਰ ਦੀ ਇਕੱਤਰਤਾ ਵਿੱਚ ਆਉਂਦੇ ਹਨ। ਉਹਨਾਂ ਨੂੰ ਵੀ ਨਾਲ ਲੈ ਚੱਲੀਏ, ਉਹ ਵੀ ਦਰਸ਼ਨ ਕਰ ਲੈਣਗੇ। ਅਤੇ ਗੁਰੂ ਕਾਂਛੀ ਸੰਗਤ ਦੀ 50,000 ਦੀ ਇਮਾਨਤ ਜੋ ਉਹਨਾਂ ਦੇ ਪਾਸ ਹੈ, ਉਸ ਨੂੰ ਸੰਤ ਗੁਲਾਬ ਸਿੰਘ ਪ੍ਰਬੰਧਕ ਗੁਰੂ ਕਾਂਛੀ ਦੇ ਨਾਮ ਕਰ ਦੇਣਗੇ। ਉਸੇ ਵੇਲੇ ਟਾਂਗੇ ਚੜ੍ਹ ਸਟੇਸ਼ਨ ਤੇ ਪੁੱਜ ਲਾਹੌਰ ਦਾ ਟਿਕਟ ਲੈ ਲਿਆ। ਲਾਹੌਰ ਪਹੁੰਚ ਸਿੱਧਾ ਸੈਂਕੜ ਕਲਾਸ ਦੇ ਵੇਟਿੰਗ ਰੂਮ ਵਿੱਚ ਚਲਾ ਗਿਆ। ਸਰਦਾਰ ਧਰਮ ਸਿੰਘ ਆਪਣਾ ਅਸਬਾਬ ਇੱਥੇ ਹੀ ਰੱਖਦੇ ਤੇ ਬੈਂਕ ਦੀ ਮੀਟਿੰਗ ਕਰ ਮੁੜ ਆਉਂਦੇ। 5 ਵਜੇ ਸਿੰਘ ਨੂੰ ਸੰਤ ਜੀ ਮਹਾਰਾਜ ਦੀ ਵਿਥਿਆ ਸੁਣਾਈ ਅਤੇ ਬੇਨਤੀ ਕੀਤੀ ਕਿ ਹੁਣ ਦਰਸ਼ਨ ਮੇਲਾ ਜ਼ਰੂਰ ਹੀ ਕਰਨਾ ਲੋੜੀਂਦਾ ਹੈ। ਸਰਦਾਰ ਬਹਾਦਰ ਧਰਮ ਸਿੰਘ ਤਿਆਰ ਹੋ ਗਏ ਤੇ ਰਾਏ ਬਹਾਦਰ ਨਰੈਣ ਸਿੰਘ ਕਹਿਣ ਲੱਗੇ ਕਿ ਮੈਂ ਵੀ ਚੱਲਾਂਗਾ। ਅਜੇ ਗੁਰਮਤਾ ਕੀਤਿਆਂ ਅੱਧਾ ਕੁ ਘੰਟਾ ਹੀ ਹੋਇਆ ਸੀ ਕਿ ਪ੍ਰੇਮੀ ਨੇ ਸਰਦਾਰ ਧਰਮ ਸਿੰਘ ਨੂੰ ਡਾਕਟਰ ਦੀਵਾਨ ਸਿੰਘ ਦੀ ਤਾਰ ਲਿਆ ਦਿੱਤੀ। ਇਸ ਵਿੱਚ ਲਿਖਿਆ ਸੀ ਕਿ ਤੁਸੀਂ ਮੈਨੂੰ ਉਡੀਕੋ, ਅਸੀਂ ਇਕੱਠੇ ਸੰਗਰੂਰ ਦਰਸ਼ਨ ਲਈ ਚੱਲਾਂਗੇ। ਪਰ ਕਰਤਾਰ ਨੂੰ ਹੁਣ ਹੋਰ ਦੇਰੀ ਨਹੀਂ ਸੀ ਭਾਉਂਦੀ। ਕੁਦਰਤੀ ਰਾਏ ਬਹਾਦਰ ਮੱਖਣ ਲਾਲ ਚੀਫ ਇੰਜੀਨੀਅਰ ਜੰਮੂ ਕਸ਼ਮੀਰ ਸੈਕੰਡ ਕਲਾਸ ਵੇਟਿੰਗ ਰੂਮ ਦੇ ਸਾਹਮਣੇ ਬੈਂਚ ਤੇ ਆ ਬੈਠੇ। ਦਾਸ ਪਲੇਟਫਾਰਮ ਤੇ ਖੜਾ ਸੀ। ਉਹਨਾਂ ਨੂੰ ਪਛਾਣ ਲਿਆ ਤੇ ਉਸੇ ਵੇਲੇ ਫਤਿਹ ਬੁਲਾਈ ਤੇ ਉਹਨਾਂ ਦੇ ਪਾਸ ਬੈਂਚ ਤੇ ਬਹਿ ਗਿਆ। ਰਾਏ ਸਾਹਿਬ ਨੇ ਸੁਣਾਇਆ ਕਿ 2-4 ਦਿਨ ਹੋਏ ਸਾਡੇ ਪਾਸ ਸੰਗਰੂਰ ਤੋਂ
ਇੱਕ ਸਹਿਜਧਾਰੀ ਠੇਕੇਦਾਰ ਜੰਮੂ ਪੁੱਜਾ। ਉਸ ਨੇ ਆਖਿਆ ਕਿ ਮੈਂ ਸੰਤ ਜੀ ਮਹਾਰਾਜ ਦਾ ਦਰਸ਼ਨ ਕਰਨ ਸੰਗਰੂਰ ਗਿਆ ਸੀ। ਸੰਤ ਜੀ ਨੇ ਫਰਮਾਇਆ ਕਿ ਅਸੀਂ 7 ਦਿਨ ਮਗਰੋਂ ਸਰੀਰ ਛੱਡ ਦੇਣਾ ਹੈ, ਅਸਾਂ ਅੱਗੇ ਬਹੁਤ ਕੰਮ ਕਰਨਾ ਹੈ। ਇਹ ਗੱਲ ਸੁਣਦੇ ਸਾਰ ਹੀ ਦਾਸ ਨੇ ਸਰਦਾਰ ਧਰਮ ਸਿੰਘ ਨੂੰ ਕਿਹਾ ਕਿ ਹੁਣ ਵਕਤ ਗਵਾਉਣ ਦਾ ਨਹੀਂ, ਚੱਲੋ ਪਹਿਲੀ ਗੱਡੀ ਚੜ੍ਹ ਚੱਲੀਏ। ਸੰਗਰੂਰ 2 ਗੱਡੀਆਂ ਜਾਂਦੀਆਂ ਸਨ, ਇੱਕ ਲੁਧਿਆਣਾ ਧੂਰੀ ਦੇ ਰਸਤੇ ਅਤੇ ਦੂਜੀ ਜਾਖਲ ਦੇ ਰਸਤੇ। ਜਾਖਲ ਵਾਲੀ ਗੱਡੀ ਸੰਗਰੂਰ 2 ਘੰਟੇ ਪਹਿਲਾਂ ਪੁੱਜਦੀ ਸੀ। ਉਸੇ ਵੇਲੇ ਸਰਦਾਰ ਧਰਮ ਸਿੰਘ ਨੇ 3 ਸੈਂਕੜ ਕਲਾਸ ਦੇ ਟਿਕਟ ਮੰਗਵਾ ਲਏ। ਦੂਜੇ ਦਿਨ ਸਵੇਰੇ 7 ਵਜੇ ਸੰਗਰੂਰ ਪੁੱਜ ਗਏ। ਦਾਸ ਉਹਨਾਂ ਦਿਨਾਂ ਵਿੱਚ ਛੋਟੀ ਬੀੜ ਤੋਂ ਪਾਠ ਕਰਦਾ ਸੀ। ਬੀੜ ਨਾਲ ਸੀ। ਅਤੀ ਵੈਰਾਗ ਵਿੱਚ ਬੀੜ ਦਾ ਇੱਕ ਭਾਗ ਖੋਲਿਆ ਤਾਂ ਮਾਰੂ ਸੋਹਲੇ ਦਾ ਸ਼ਬਦ ਨਿਕਲਿਆ। ਏ ਮਹੱਲਾ ਪੰਜਵਾ। ਏਕ ਓੰਕਾਰ ਸਤਿਗੁਰ ਪ੍ਰਸਾਦ। ਸੰਗੀ ਜੋਗੀ ਨਾਰ ਲਪਟਾਣੀ, ਉਰਜ ਰਹੇ ਰੰਗ ਰਸ ਮਾਣੀ। ਕਿਰਤ ਸੰਜੋਗੀ ਭਏ ਇਕਤਰਾ, ਕਰਤੇ ਭੋਗ ਬਿਲਾਸਾ ਹੈ। ਜੋ ਪਿਰ ਕਰੈ ਸੋ ਧਨ ਤਤ ਮਾਨੈ, ਪਿਰ ਧਨਹਿ ਸਿਗਾਰ ਰੱਖੈ ਸੰਗਾਨੈ। ਮਿਲ ਇਕੱਤਰ ਵਸਹਿ ਦਿਨ ਰਾਤੀ, ਪ੍ਰਯੋ ਦੇ ਧਨਹਿ ਦਿਲਾਸਾ ਹੈ। ਧਨ ਮੰਗੈ ਪ੍ਰਯੋ ਬਹੁ ਬਿਦ ਧਾਵੈ, ਜੋ ਪਾਵੈ ਸੋ ਆਨ ਦਿਖਾਵੈ। ਏਕ ਵਸਤ ਕੋ ਪਹੁੰਚ ਨ ਸਾਕੈ, ਧਨ ਰਹਿਤੀ ਭੂਖ ਪਿਆਸਾ ਹੈ। ਧਨ ਕਰੈ ਬਿਨਉ ਦਉ ਕਰ ਜੋਰੈ, ਪ੍ਰਯ ਪਰਦੇਸ ਨ ਜਾਹੋ ਵਸੋ ਕਰ ਮੇਰੈ। ਐਸਾ ਬਣਜ ਕਰੋ ਗ੍ਰਹਿ ਭੀਤਰ, ਜਿਤ ਉਤਰੈ ਭੂਖ ਪਿਆਸਾ ਹੈ। ਸਗਲੇ ਕਰਮ ਧਰਮ ਜੁਗ ਸਾਧਾ, ਬਿਨ ਹਰ ਰਸ ਸੁਖ ਤਿਲ ਨਹੀਂ ਲਾਧਾ। ਭਈ ਕਿਰਪਾ ਨਾਨਕ ਸਤ ਸੰਗੇ, ਤਉ ਧਨ ਪਿਰ ਆਨੰਦ ਉਲਾਸਾ ਹੈ। ਧਨ ਅੰਧੀ ਪਿਰ ਚਪਲ ਸਿਆਨਾ, ਪੰਚ ਤਤ ਕਾ ਰਚਨ ਰਚਾਨਾ। ਜਿਸ ਵਖਰ ਕਉ ਤੁਮ ਆਏ ਹੋ, ਸੋ ਪਾਇਓ ਸਤਿਗੁਰ ਪਾਸਾ ਹੈ। ਧਨ ਕਹੈ ਤੂੰ ਵਸ ਮੈਂ ਨਾਲੇ, ਪ੍ਰਿਯ ਸੁਖ ਵਾਸੀ ਬਾਲ ਗੋਪਾਲੇ। ਤੁਝੈ ਬਿਨਾ ਹੋ ਕਿਤ ਹੀ ਨਾ ਲੇਖੈ, ਵਚਨ ਦੇਹ ਛੋੜ ਨ ਜਾਸਾ ਹੈ। ਫਿਰ ਕਹਿਆ ਹੋ ਹੁਕਮੀ ਬੰਦਾ, ਉਹ ਭਾਰੋ ਠਾਕੁਰ ਜਿਸ ਕਾਣ ਨ ਛੰਦਾ। ਜਿਚਰ ਰਾਖੈ ਤਿਚਰ ਤੁਮ ਸੰਗ ਰਹਿਣਾ, ਜਾਂ ਸੱਦੇ ਤਾਂ ਊਠ ਸਿਧਾਸਾ ਹੈ। ਜੋ ਪ੍ਰੇ ਬਚਨ ਕਹੇ ਧਨ ਸਾਚੇ, ਧਨ ਕਛੂ ਨ ਸਮਝੈ ਚੰਚਲ ਕਾਚੇ। ਬਹੁਰ ਬਹੁਰ ਪਿਰ ਹੀ ਸੰਗ ਮੰਗੈ, ਉਹ ਬਾਤ ਜਾਣੈ ਕਰ ਹਾਸਾ ਹੈ। ਆਈ ਆਗਿਆ ਪਿਰਹੁ ਬੁਲਾਇਆ, ਨਾ ਧਨ ਪੁੱਛੀ ਨਾ ਮਤਾ ਪਕਾਇਆ। ਊਠ ਸਿਧਾਇਓ ਛੂਟਰ ਮਾਟੀ, ਦੇਖ ਨਾਨਕ ਮਿਥਨ ਮੁਹਾਸਾ ਹੈ। ਰੇ ਮਨ ਲੋਭੀ ਸੁਣ ਮਨ ਮੇਰੇ, ਸਤਿਗੁਰ ਸੇਵ ਦਿਨ ਰਾਤ ਸਦੇਰੇ। ਜਿਨ ਸਤਿਗੁਰ ਪਚ ਮੂਏ ਸਾਕਤ, ਨਿਗੁਰੇ ਗਲ ਜਮ ਫਾਸਾ ਹੈ। ਮਨ ਮੁਖ ਆਵੈ ਮਨ ਮੁਖ ਜਾਵੈ, ਮਨ ਮੁਖ ਫਿਰ ਫਿਰ ਚੋਟਾ ਖਾਵੈ। ਜਿਤਨੇ ਨਰਕ ਸੇ ਮਨ ਮੁਖ ਭੋਗੈ, ਗੁਰਮੁਖ ਲੇਫ ਨ ਮਾਸਾ ਹੈ। ਗੁਰਮੁਖ ਸੋਏ ਜੇ ਹਰ ਜੀਉ ਭਾਇਆ, ਤਿਸ ਕੌਣ ਮਿਟਾਵੈ ਜੇ ਪ੍ਰਭ ਪਹਿਰਾਇਆ। ਸਦਾ ਆਨੰਦ ਕਰੇ ਆਨੰਦੀ, ਜਿਸ ਸਿਰ ਪਾਉ ਪਿਆ ਗਲ ਖਾਸਾ ਹੈ। ਹਉ ਬਲਿਹਾਰੀ ਸਤਿਗੁਰ ਪੂਰੇ, ਸਰਨ ਕੇ ਦਾਤੇ ਬਚਨ ਕੇ ਸੂਰੇ। ਐਸਾ ਪ੍ਰਭ ਮਿਲਿਆ ਸੁਖ ਦਾਤਾ,
ਵਿਛੜ ਨਾ ਕਤਹੀ ਜਾਸਾ ਹੈ। ਗੁਣ ਨਿਧਾਨ ਕਿਛ ਕੀਮ ਨ ਪਾਏ। ਘਟ ਘਟ ਪੂਰ ਰਹਿਓ ਸਭ ਠਾਏ। ਨਾਨਕ ਸਰਣ ਦੀਨ ਦੁਖ ਭੰਜਨ। ਹਉ ਰੇਣ ਤੇਰੇ ਜੋ ਦਾਸਾ ਹੈ। ਜਦ ਇਹ ਤੁਕ ਸਰਨ ਕੇ ਦਾਤੇ ਬਚਨ ਕੇ ਸੂਰੇ, ਤਦ ਸੰਤ ਜੀ ਮਹਾਰਾਜ ਦੀ ਸਾਰੀ ਮਿਹਰ ਅਤੇ ਕਿਰਪਾ ਦੀ ਯਾਦ ਆ ਗਈ। ਵੈਰਾਗ ਨਾ ਠੱਲਿਆ ਗਿਆ। ਬੜੀ ਮੁਸ਼ਕਲ ਆਪਣੇ ਆਪ ਨੂੰ ਰੋਕ ਸ਼ਬਦ ਦਾ ਪਾਠ ਪੂਰਾ ਕੀਤਾ। ਹੁਣ ਸਾਡਾ ਇਹ ਗੁਰਮਤਾ ਹੋਇਆ ਕਿ ਸਰਦਾਰ ਧਰਮ ਸਿੰਘ ਅਤੇ ਰਾਏ ਬਹਾਦਰ ਨਰੈਣ ਸਿੰਘ ਵੇਟਿੰਗ ਰੂਮ ਵਿੱਚ ਬੈਠਣ ਤੇ ਦਾਸ ਹਸਪਤਾਲ ਵਿੱਚ ਜਾ ਕੇ ਸੰਤ ਜੀ ਮਹਾਰਾਜ ਦੀ ਖਬਰ ਲਿਆਵੇ। ਜਦ ਦਾਸ ਉੱਥੇ ਪੁੱਜਾ ਤਦ ਇਹ ਪਤਾ ਲੱਗਾ ਕਿ ਕਰਮਚਾਰੀ ਦੁਨੀਆ ਦੀਆਂ ਜੰਜੀਰਾਂ ਵਿੱਚ ਬੱਧੇ ਹੋਏ ਇਹ ਸਲਾਹ ਕਰ ਰਹੇ ਹਨ ਕਿ ਸੰਤ ਜੀ ਮਹਾਰਾਜ ਦੇ ਹੁਕਮ ਤੋਂ ਵਿਰੁੱਧ ਨੱਕ ਦੁਆਰਾ ਖੁਰਾਕ ਪਹੁੰਚਾਈ ਜਾਵੇ। ਇਹ ਗੱਲ ਸੁਣ ਕੇ ਦਾਸ ਨੂੰ ਬੜਾ ਰੋਹ ਚੜ੍ਹਿਆ ਤੇ ਬੜੇ ਜੋਸ਼ ਨਾਲ ਆਖਿਆ, ਖਬਰਦਾਰ, ਮਹਾਂਪੁਰਖਾਂ ਦੇ ਸਵਾਸਾਂ ਵਿੱਚ ਦਖਲ ਨਹੀਂ ਦੇਣਾ। ਡਾਕਟਰ ਬਖਸ਼ੀ ਰਾਮ ਦਾਸ ਦੇ ਛੋਟੇ ਭਾਈ ਡਾਕਟਰ ਨਰੈਣ ਸਿੰਘ ਦਾ ਜਮਾਤੀ ਸੀ ਅਤੇ ਉਂਝ ਵੀ ਸੱਜਣ ਪੁਰਸ਼ ਸੀ। ਉਸ ਨੇ ਆਪਣੇ ਸਾਥੀ ਡਾਕਟਰ ਨੂੰ ਸਮਝਾ ਦਿੱਤਾ ਕਿ ਸੰਤ ਠੀਕ ਕਹਿ ਰਹੇ ਹਨ। ਸਾਡੀ ਨਿਗਾਹ ਸਰੀਰ ਤੱਕ ਹੀ ਹੈ, ਅੰਦਰਲੀ ਕਲਾ ਦੇ ਅਸੀਂ ਜਾਣੂ ਨਹੀਂ। ਸਾਰੀ ਖਬਰ ਲੈ ਦਾਸ ਸਟੇਸ਼ਨ ਮੁੜ ਆਇਆ। ਇੱਥੇ ਅਸੀਂ ਤਿੰਨੇ ਸਰਦਾਰ ਗੋਬਿੰਦਰ ਸਿੰਘ ਦੇ ਮਕਾਨ ਤੇ ਪੁੱਜੇ। ਕਿਸੇ ਨੂੰ ਰੋਕਣ ਦੀ ਜੁਰਤ ਨਾ ਹੋਈ ਅਤੇ ਸੰਤ ਜੀ ਮਹਾਰਾਜ ਦੇ ਖੁੱਲੇ ਦਰਸ਼ਨ ਕੀਤੇ। ਇਸ ਸਮੇਂ ਇਹ ਮਹਾਂਪੁਰਸ਼ ਜਿਨ੍ਹਾਂ ਨੇ ਮੁਕਤ ਦਸ਼ਾ ਵਿੱਚ ਲੱਖਾਂ ਜੀਵਾਂ ਦਾ ਉਧਾਰ ਕੀਤਾ ਸੀ, ਗੁਰੂ ਕਲਗੀਆਂ ਵਾਲੇ ਦੀ ਗੋਦ ਵਿੱਚ ਬੈਠ ਤੁਰੀਆਤੀਤ ਅਵਸਥਾ ਵਿੱਚ ਖੇਡ ਰਹੇ ਸਨ। ਜਦ ਇਹਨਾਂ ਨੇ ਦੇਖਿਆ ਕਿ ਪ੍ਰੇਮੀ ਹੁਕਮ ਨਹੀਂ ਮੰਨ ਸਕਦੇ ਅਤੇ ਆਪਣੇ ਅਗਿਆਨ ਵਿੱਚ ਦੇਹ ਦੇ ਭੁਲੇਖੇ ਵਿੱਚ ਫਸੇ ਹੋਏ ਅਕਾਰਥ ਕਸ਼ਟ ਦੇ ਕੇ ਆਪਣੇ ਪੈਰ ਤੇ ਆਪ ਕੁਹਾੜਾ ਮਾਰ ਰਹੇ ਹਨ, ਤਾਂ ਸੰਤ ਜੀ ਮਹਾਰਾਜ ਨੇ ਆਪਣੇ ਆਪ ਨੂੰ ਦੁਨੀਆ ਤੋਂ ਉਪਰਾਮ ਕਰ ਲਿਆ। ਅੰਤਰਾਤਮੇ ਖੁਦ ਮਸਤ ਹੋ ਬੈਠੇ। ਸੰਤ ਜੀ ਮਹਾਰਾਜ ਨੇ ਫਰਮਾਇਆ ਸੀ, ਭਾਈ ਅਸੀਂ ਅਰੋਗ ਹਾਂ, ਸਾਨੂੰ ਆਪਰੇਸ਼ਨ ਦੀ ਕੋਈ ਲੋੜ ਨਹੀਂ। ਪਰ ਪ੍ਰੇਮੀਆਂ ਨੇ ਹੁਕਮ ਤੋਂ ਉਲਟ ਕਸ਼ਟ ਦਿੱਤਾ। ਸਰਦਾਰ ਬਹਾਦਰ ਧਰਮ ਸਿੰਘ ਅਤੇ ਰਾਏ ਬਹਾਦਰ ਨਰੈਣ ਸਿੰਘ ਆਰਾਮ ਲਈ ਵੇਟਿੰਗ ਰੂਮ ਵਿੱਚ ਚਲੇ ਗਏ। ਦਾਸ ਸਾਰਾ ਦਿਨ ਸੇਵਾ ਵਿੱਚ ਰਿਹਾ। ਰਾਤ ਦੇ ਐਨ 11 ਵਜੇ ਡਾਕਟਰ ਦੀਵਾਨ ਸਿੰਘ ਪੁੱਜ ਗਏ। ਸੰਤ ਜੀ ਮਹਾਰਾਜ ਦੇ ਪਲੰਗ ਦੇ ਪਾਵੇ ਦੇ ਪਾਸ ਬੈਠਾ ਸੀ। ਜਦ ਡਾਕਟਰ ਨਮਸਕਾਰ ਕਰ ਬੈਠ ਗਏ ਤਦ ਦਾਸ ਨੇ ਡਾਕਟਰ ਸਾਹਿਬ ਨੂੰ ਬੇਨਤੀ ਕੀਤੀ ਕਿ ਸੰਤ ਜੀ ਮਹਾਰਾਜ ਦੀ ਨਬਜ਼ ਦੇਖਣ। ਬੜੇ ਗਹੁ ਅਤੇ ਪਿਆਰ ਨਾਲ ਡਾਕਟਰ ਨੇ ਸੰਤ ਜੀ ਮਹਾਰਾਜ ਦਾ ਹੱਥ ਫੜਿਆ ਤੇ 2 ਮਿੰਟ ਪਿੱਛੋਂ ਬੋਲੇ ਕਿ ਨਬਜ਼ ਤਾਂ ਬੜੀ ਕਮਜ਼ੋਰ ਹੈ, ਭਾਵੇਂ ਅੱਜ ਰਾਤ ਨੂੰ ਹੀ ਸਰੀਰ ਛੁੱਟ ਜਾਏ। ਪਰ ਇੱਕ ਗੱਲ ਵੇਖ ਕੇ ਮੈਂ ਬੜਾ ਹੈਰਾਨ ਹਾਂ, ਮੈਂ ਸਾਰੀ ਉਮਰ ਡਾਕਟਰੀ ਕੀਤੀ ਹੈ, ਕੋਈ ਬੰਦਾ ਐਸਾ ਨਹੀਂ ਦੇਖਿਆ ਕਿ ਜਿਸ ਦੀ ਨਬਜ਼ ਇੰਨੀ ਕਮਜ਼ੋਰ ਹੋਵੇ ਤੇ ਸਵਾਸ ਪੂਰੇ ਜ਼ੋਰ ਨਾਲ ਜਿਉਂ ਦੇ ਤਿਉਂ ਚੱਲ ਰਹੇ ਹੋਣ। ਸਵਾਸਾਂ ਤੋਂ ਇਹ ਪ੍ਰਤੀਤ ਹੁੰਦਾ ਹੈ ਕਿ ਸੰਤ ਜੀ ਮਹਾਰਾਜ ਚਾਹੁਣ ਤਾਂ ਇਸ ਵਕਤ 100 ਮੀਲ ਤੁਰ ਲੈਣ। ਰਾਤ ਦੇ 12 ਵਜੇ ਸੰਤ ਭਾਈ ਬਿਸ਼ਨ ਸਿੰਘ ਨੇ ਦਾਸ ਨੂੰ ਆਖਿਆ ਕਿ ਤੁਸੀਂ ਡਾਕਟਰ ਦੀਵਾਨ ਸਿੰਘ ਨੂੰ ਨਾਲ ਲੈ ਜਾਓ ਅਤੇ ਆਰਾਮ ਕਰੋ। ਦਾਸ ਡਾਕਟਰ ਦੀਵਾਨ ਸਿੰਘ ਨੂੰ ਕਪਤਾਨ ਸਰਦਾਰ ਸ਼ੇਰ ਸਿੰਘ ਦੇ ਘਰ ਲੈ ਆਇਆ। ਅਜੇ ਅੱਧਾ ਕੁ ਘੰਟਾ ਹੀ ਅੱਖ ਲੱਗੀ ਹੋਵੇਗੀ ਕਿ ਪ੍ਰੇਮੀ ਨੇ ਬੂਹਾ ਖੜਕਾਇਆ ਤੇ ਆਖਿਆ ਕਿ ਸੰਤ ਜੀ ਮਹਾਰਾਜ 1:30 ਵਜੇ ਜੋਤੀ ਜੋਤ ਸਮਾ ਗਏ ਹਨ। ਸਰੀਰ ਅਸੀਂ ਗੁਰਦੁਆਰੇ ਸਾਹਿਬ ਮਸਤੂਆਣੇ ਲੈ ਚੱਲੇ ਹਾਂ, ਤੁਸੀਂ ਵੀ ਉੱਥੇ ਪਹੁੰਚੋ। ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਕਾਂਡ 53 ਮਹੱਲਾ ਦੂਜਾ। ਜਿਸ ਪਿਆਰੇ ਸਿਉ ਨੇਹੋ, ਤਿਸ ਆਗੈ ਮਰ ਚੱਲੀਐ। ਤ੍ਰਿਗ ਜੀਵਨ ਸੰਸਾਰ, ਤਾਕੈ ਪਾਛੈ ਜੀਵਨਾ। ਸੰਤ ਜੀ ਮਹਾਰਾਜ ਦਾ ਸਰੀਰ 2:30 ਵਜੇ ਗੁਰਸਾਗਰ ਸਾਹਿਬ ਮਸਤੂਆਣੇ ਪੁੱਜ ਗਿਆ।
ਅਤੇ ਪਿੱਛੇ ਪਿੱਛੇ ਸਿੱਖ ਸੰਗਤ ਮਾਈ ਭਾਈ ਜਾ ਪੁੱਜੇ। ਡਾਕਟਰ ਦੀਵਾਨ ਸਿੰਘ ਅਤੇ ਦਾਸ ਵੀ ਇਸ਼ਨਾਨ ਪਾਣੀ ਕਰ ਅੰਮ੍ਰਿਤ ਵੇਲੇ 5 ਵਜੇ ਅੱਪੜ ਗਏ। ਸੰਤ ਜੀ ਮਹਾਰਾਜ ਦਾ ਸਰੀਰ ਸੰਤ ਜੀ ਮਹਾਰਾਜ ਦੀ ਕੋਠੀ ਦੇ ਵਿਚਕਾਰਲੇ ਕਮਰੇ ਵਿੱਚ, ਜਿੱਥੇ ਸੰਤ ਜੀ ਮਹਾਰਾਜ ਬਿਰਾਜਦੇ ਸਨ, ਰੱਖਿਆ ਗਿਆ। ਦੂਰ ਨੇੜੇ ਸਮੂਹ ਸੰਗਤਾਂ ਨੂੰ ਸੁਨੇਹੇ ਪਹੁੰਚਾਏ ਗਏ। ਕਰੀਬਨ 1 ਵਜੇ 1000 ਕੋ ਮਾਈ ਭਾਈ ਇਕੱਤਰ ਹੋ ਗਏ। ਸੰਤ ਭਾਈ ਗੁਲਾਬ ਸਿੰਘ ਅਤੇ ਭਾਈ ਮਣੀ ਸਿੰਘ ਵੀ ਸਮੇਂ ਸਿਰ ਪਹੁੰਚ ਗਏ। 2 ਵਜੇ ਇਸ਼ਨਾਨ ਕਰਾ ਸੰਤ ਜੀ ਮਹਾਰਾਜ ਦਾ ਸਰੀਰ ਕੋਠੀ ਦੇ ਬਰਾਂਡੇ ਵਿੱਚ ਇੱਕ ਤਖਤ ਪੋਸ਼ ਉੱਤੇ ਬਿਰਾਜਮਾਨ ਕੀਤਾ ਗਿਆ ਅਤੇ ਕੀਰਤਨ ਸ਼ੁਰੂ ਹੋ ਗਿਆ। ਭਾਈ ਗੁਰਬਖਸ਼ ਸਿੰਘ ਮਸਤਾਨੇ ਦੀ ਵੀ ਬੰਦ ਖਲਾਸੀ ਹੋ ਗਈ। ਸਾਰੀ ਸੰਗਤ ਅਤੇ ਸੰਤਾਂ ਮਹੰਤਾਂ ਵਿੱਚੋਂ ਲੰਘਦੇ ਹੋਏ ਇਹ ਸਿੱਧੇ ਬਰਾਂਡੇ ਦੀ ਖੱਬੀ ਗੁੱਠ ਵਿੱਚ ਦਾਸ ਪਾਸ ਪਹੁੰਚੇ। ਦਾਸ ਆਪਣੇ ਧਿਆਨ ਵਿੱਚ ਬੈਠਾ ਸੀ। ਅਚਨਚੇਤ ਇਹਨਾਂ ਨੇ ਮੱਥਾ ਟੇਕ ਹੱਥ ਜੋੜ ਬੇਨਤੀ ਕੀਤੀ ਕਿ ਸੰਤ ਜੀ ਮਹਾਰਾਜ ਨੇ ਤੁਹਾਨੂੰ ਆਜ਼ਾਦ ਕੀਤਾ ਹੈ, ਤੁਸੀਂ ਕਿਰਪਾ ਕਰਕੇ ਮੈਨੂੰ ਆਜ਼ਾਦ ਕਰੋ। ਮੈਂ ਸੰਗਾ ਕਰਕੇ ਗੁਰਮੰਤਰ ਵੀ ਮਹਾਰਾਜ ਪਾਸੋਂ ਨਹੀਂ ਪੁੱਛ ਸਕਿਆ। ਦਾਸ ਨੇ ਆਖਿਆ, ਭਾਈ ਗੁਰਬਖਸ਼ ਸਿੰਘ, ਫਿਕਰ ਨਾ ਕਰੋ, ਸੰਤ ਜੀ ਮਹਾਰਾਜ ਦਾ ਬਖਸ਼ਿਆ ਹੋਇਆ ਉਪਦੇਸ਼ ਦਾਸ ਦੇ ਹਿਰਦੇ ਵਿੱਚ ਹੈ। ਤੁਸੀਂ ਜਥੇ ਵਿੱਚ ਸਾਡੇ ਨਾਲ ਚੱਲਣਾ, ਸਭ ਕੁਝ ਠੀਕ ਹੋ ਜਾਵੇਗਾ। ਹੁਣ ਸੰਗਰੂਰ ਤੋਂ ਫੋਟੋਗ੍ਰਾਫਰ ਪੁੱਜ ਗਿਆ ਤੇ ਇਸ ਨੇ ਸੰਤ ਜੀ ਮਹਾਰਾਜ ਦੇ ਸਾਰੀ ਸੰਗਤ ਦੀ ਤਸਵੀਰ ਲਾਹੀ। ਫਿਰ ਸਾਰਾ ਸਮਾਗਮ ਖੜਾ ਹੋ ਇੱਕ ਰਸ ਅਰਦਾਸ ਵਿੱਚ ਜੁੜ ਗਿਆ। ਅਰਦਾਸੇ ਦੇ ਮਗਰੋਂ ਸ਼ਬਦ ਕੀਰਤਨ ਦੀ ਕਣਕੋਰ ਵਿੱਚ ਸੰਤ ਜੀ ਮਹਾਰਾਜ ਦਾ ਸਰੀਰ ਝੇੜੇ ਵਿੱਚ ਮਸਤੂਆਣਾ ਟੋਭੇ ਚੜ੍ਹਦੀ ਬਾਹੀ ਖੂਹੀ ਦੇ ਪਾਸ ਲਿਆਂਦਾ ਗਿਆ ਅਤੇ ਇੱਥੇ ਪੂਰੀ ਮਰਿਆਦਾ ਅਨੁਸਾਰ ਸੰਸਕਾਰ ਕੀਤਾ। 4 ਵਜੇ ਮਲਕ ਮੋਹਨ ਸਿੰਘ ਰਾਵਲਪਿੰਡੀ ਵਾਲੇ ਆਪਣੀ ਸੁਪਤਨੀ ਸਮੇਤ ਪੁੱਜੇ ਅਤੇ ਬੜੇ ਵੈਰਾਗ, ਸ਼ਰਧਾ ਤੇ ਪ੍ਰੇਮ ਵਿੱਚ ਇੱਕ ਦੁਸ਼ਾਲਾ ਤੇ ਹੋਰ ਸਮੱਗਰੀ ਜੋ ਨਾਲ ਲਿਆਏ ਸਨ ਅੰਗੀਠੇ ਦੀ ਭੇਟ ਕੀਤੀ। ਸੰਸਕਾਰ ਦੇ ਮਗਰੋਂ ਸਾਰੀ ਸੰਗਤ ਕੀਰਤਨ ਸੋਹਿਲੇ ਦਾ ਪਾਠ ਅਤੇ ਅਰਦਾਸਾ ਕਰ ਹਰਿਮੰਦਰ ਸਾਹਿਬ ਪੁੱਜੀ। ਇੱਥੇ ਅਖੰਡ ਪਾਠ ਰੱਖਿਆ ਗਿਆ। ਪ੍ਰਬੰਧਕਾਂ ਨੇ ਵਿਚਾਰ ਕਰਕੇ ਦੁਸਹਿਰੇ ਦੀ ਤਰੀਕ ਨਿਯਤ ਕੀਤੀ ਅਤੇ ਸਮੂਹ ਸੰਗਤ ਨੂੰ ਜ਼ਬਾਨੀ, ਡਾਕ ਅਤੇ ਅਖਬਾਰ ਦੁਆਰਾ ਸੁਨੇਹੇ ਘੱਲ ਦਿੱਤੇ। ਇਸ ਦਿਨ ਅਤੁੱਟ ਲੰਗਰ ਕਰਨ ਦਾ ਗੁਰਮਤਾ ਸੰਤ ਭਾਈ ਗੁਲਾਬ ਸਿੰਘ ਨੇ ਕਰ ਲਿਆ। ਕੜਾਹ ਪ੍ਰਸ਼ਾਦ ਵਰਤਨ ਦੇ ਮਗਰੋਂ ਕੁਝ ਸੰਗਤ ਹਰਿਮੰਦਰ ਸਾਹਿਬ ਵਿੱਚ ਬੈਠੀ ਰਹੀ ਅਤੇ ਬਾਕੀ ਆਪਣੇ ਨਗਰਾਂ ਤੇ ਆਸਨਾਂ ਤੇ ਚਲੀ ਗਈ। ਅਖੰਡ ਪਾਠ ਦੇ ਭੋਗ ਦੇ ਮਗਰੋਂ ਦਾਸ ਭਾਈ ਮਾਨਕ ਸਿੰਘ, ਮਲਕ ਸਿੰਘ ਅਤੇ ਭਾਈ ਗੁਰਬਖਸ਼ ਸਿੰਘ ਸਮੇਤ ਸ੍ਰੀ ਅੰਮ੍ਰਿਤਸਰ ਸਾਹਿਬ ਗਏ। ਉਥੇ ਜਦ ਹਰਿਮੰਦਰ ਸਾਹਿਬ ਵਿੱਚੋਂ ਕੀਰਤਨ ਸਰਵਣ ਕਰਕੇ ਉੱਠੇ ਤਦ ਪ੍ਰਕਰਮਾਂ ਵਿੱਚ ਉਹੀ ਗੁਰਮੁਖ ਸੱਜਣ ਮਿਲਿਆ ਜਿਸ ਨੇ ਪਿਛਲੀ ਵਾਰੀ ਸੰਤ ਜੀ ਦੀ ਸਤਿਗੁਰੂ ਨਾਨਕ ਦੇਵ ਜੀ ਦੀ ਗੋਦ ਵਿੱਚ ਜਾਣ ਦੀ ਤਿਆਰੀ ਹੈ ਆਖਿਆ ਸੀ। ਐਤਕੀ ਹੱਸ ਕੇ ਦਾਸ ਨੂੰ ਫਤਿਹ ਬੁਲਾਈ ਅਤੇ ਆਖਿਆ, ਅਕਿਰਤ ਘਣ ਨਹੀਂ ਹੋਣਾ। ਸੰਤ ਜੀ ਮਹਾਰਾਜ ਨੇ ਤੁਹਾਡੇ ਤੇ ਮਿਹਰ ਕੀਤੀ ਹੈ, ਉਹਨਾਂ ਦੀ ਢੋਲਕੀ ਖੜਕਦੀ ਰਹੇ। ਦਾਸ ਨੇ ਹੱਥ ਜੋੜ ਕੇ ਉੱਤਰ ਦਿੱਤਾ, ਸਤ ਬਚਨ। ਦੁਸਹਿਰੇ ਤੋਂ 1 ਦਿਨ ਪਹਿਲਾਂ ਗੁਰਸਾਗਰ ਸਾਹਿਬ ਮਸਤੂਆਣੇ ਵੱਲ ਮੁੜ ਪਏ। ਕੁਦਰਤੀ ਗੱਡੀ ਦੇ ਜਿਸ ਡੱਬੇ ਵਿੱਚ ਅਸੀਂ ਬੈਠੇ ਸੀ ਉਸੇ ਵਿੱਚ ਮਾਸਟਰ ਤਾਰਾ ਸਿੰਘ ਤੇ ਪ੍ਰੋਫੈਸਰ ਗੰਗਾ ਸਿੰਘ ਵੀ ਬੈਠੇ ਸਨ। ਇਹ ਵੀ ਸੰਤ ਜੀ ਮਹਾਰਾਜ ਦੇ ਪ੍ਰੇਮ ਦੇ ਬੱਧੇ ਹੋਏ ਦੁਸਹਿਰੇ ਲਈ ਜਾ ਰਹੇ ਸਨ। ਰਸਤੇ ਵਿੱਚ ਰੱਬ ਦੀ ਹੋਂਦ ਤੇ ਚਰਚਾ ਛਿੜ ਪਈ। ਇਸ ਵਿਚਾਰ ਵਿੱਚ ਇੱਕ ਮੌਕੇ ਮਾਸਟਰ ਤਾਰਾ ਸਿੰਘ ਵੀ ਸੁਤੇ ਸਹਿਜ ਬੋਲ ਉੱਠੇ ਕਿ ਇੱਕ ਵੀ ਨਹੀਂ ਕਹਿਣਾ ਬਣਦਾ, ਦੂਜਾ ਹੋਵੇ ਤਾਂ ਇੱਕ ਕਹੀਏ। ਇਹ ਗੱਲ ਸੁਣ ਦਾਸ ਬੜਾ ਆਨੰਦ ਹੋਇਆ ਤੇ ਚਿੱਤ ਵਿੱਚ ਫੁਰਿਆ ਕਿ ਮਾਸਟਰ ਜੀ ਵਿੱਚ ਇਹ ਵਿਚਾਰ ਉਹਨਾਂ ਦੇ ਸੰਤੋਖ ਦਾ ਸਦਕਾ ਹੈ। ਫਿਰ ਮਾਸਟਰ ਜੀ ਨੂੰ ਦਾਸ ਨੇ ਪੁੱਛਿਆ ਕਿ ਤੁਸੀਂ ਨਿਤਨੇਮ ਰੋਜ਼ ਕਰਦੇ ਹੋ? ਉਹਨਾਂ ਨੇ ਜਵਾਬ ਦਿੱਤਾ ਕਿ ਜਪਜੀ ਸਾਹਿਬ ਤਾਂ ਹੋ ਜਾਂਦਾ ਹੈ, ਪਰ ਜਾਪ ਸਾਹਿਬ ਕਈ ਵਾਰੀ ਰਹਿ ਜਾਂਦਾ ਹੈ। ਦਾਸ ਨੇ ਬੇਨਤੀ ਕੀਤੀ ਕਿ ਜਾਪ ਸਾਹਿਬ ਦਾ ਪਾਠ ਰੋਜ਼ ਕਰਿਆ ਕਰੋ। ਸਤਿਗੁਰੂ ਕਲਗੀਆਂ ਵਾਲੇ ਦਾ ਹੁਕਮ ਹੈ, ਜਪ ਜਾਪ ਨਿਤਨੇਮ ਬਾਣੀਆਂ ਕੀਤੇ ਬਿਨਾ ਸਿੱਖ ਪ੍ਰਸ਼ਾਦ ਨਾ ਛਕੇ। ਆਪਣੇ ਸੁਭਾਅ ਅਨੁਸਾਰ ਮਾਸਟਰ ਜੀ ਝੱਟ ਬੋਲ ਉੱਠੇ ਕਿ ਹਰ ਰੋਜ਼ ਜਾਪ ਸਾਹਿਬ ਦਾ ਪਾਠ ਕਰਨ ਦਾ ਮੈਂ ਬਚਨ ਨਹੀਂ ਕਰਦਾ,
ਪਰ ਜਿਸ ਦਿਨ ਪਾਠ ਨਾ ਹੋਇਆ ਪ੍ਰਸ਼ਾਦ ਨਹੀਂ ਛਕਾਂਗਾ। ਸ਼ਾਮ ਦੇ 3:30 ਵਜੇ ਗੱਡੀ ਸੰਗਰੂਰ ਪੁੱਜੀ। ਮਸਤੂਆਣੇ ਜਾਣ ਵਾਲੀਆਂ ਹੋਰ ਸੰਗਤਾਂ ਵੀ ਉਤਰੀਆਂ। ਅਸੀਂ ਸਾਰੇ ਇਕੱਠੇ ਗੁਰਸਾਗਰ ਸਾਹਿਬ ਦੇ ਰਾਹ ਪੈ ਗਏ। ਜਦ ਮਾਸਟਰ ਤਾਰਾ ਸਿੰਘ ਜੀ ਸਾਥੀਆਂ ਸਣੇ ਗੁਰਸਾਗਰ ਸਾਹਿਬ ਪੁੱਜੇ, ਤਦ ਇਹ ਹਰਿਮੰਦਰ ਵਿੱਚ ਨਮਸਕਾਰ ਕਰਨ ਦੇ ਮਗਰੋਂ ਅਕਾਲ ਕਾਲਜ ਦੀ ਇਮਾਰਤ ਵੱਲ ਗਏ। ਕਾਲਜ, ਬੋਰਡਿੰਗ ਹਾਊਸ, ਗੁਰੂ ਕਾ ਲੰਗਰ ਅਤੇ ਸਕੂਲ ਦੀ ਆਲੀਸ਼ਾਨ ਇਮਾਰਤ ਵੱਲ ਜਦ ਇਹਨਾਂ ਦੀ ਨਿਗਾਹ ਪਈ ਤਾਂ ਬੋਲ ਉੱਠੇ। ਸਾਨੂੰ ਪਤਾ ਨਹੀਂ ਸੀ ਕਿ ਇਹ ਅਸਥਾਨ ਇੰਨਾ ਵੱਡਾ ਕੇਂਦਰ ਹੈ। ਅਸਾਂ ਭੁੱਲ ਕੀਤੀ ਕਿ ਸੰਤ ਜੀ ਮਹਾਰਾਜ ਦੇ ਬਾਲੇਵਾਲ ਤੋਂ ਸੁਨੇਹਾ ਭੇਜਣ ਪਰ ਵੀ ਅਸੀਂ ਇਸ ਨੂੰ ਨਾ ਸੰਭਾਲਿਆ। ਰਾਤ ਦੇ ਕੀਰਤਨ ਦੇ ਮਗਰੋਂ ਸਭ ਨੇ ਆਪਣੇ ਆਪਣੇ ਆਸਣ ਤੇ ਆਰਾਮ ਕੀਤਾ। ਦੂਜੇ ਦਿਨ ਅੰਮ੍ਰਿਤ ਵੇਲੇ ਦੁਸਹਿਰੇ ਦਾ ਦਿਨ ਸੀ। ਸਭ ਨੇ ਪ੍ਰੇਮ ਅਤੇ ਵਿਰਾਗ ਦੇ ਰੰਗ ਵਿੱਚ ਰੱਤੇ ਹੋਏ ਇਸ਼ਨਾਨ ਕੀਤਾ। ਨਿਤਨੇਮ ਦੇ ਪਾਠ ਮਗਰੋਂ ਦੀਵਾਨ ਵਿੱਚ ਹਾਜ਼ਰ ਹੋ ਗਏ। ਇੱਧਰ ਅਖੰਡ ਕੀਰਤਨ ਜਾਰੀ ਸੀ ਅਤੇ ਉੱਧਰ ਲੰਗਰ ਵਿੱਚ ਜਿਸ ਦੀ ਸੇਵਾ ਮਹਾਰਾਜਾ ਰਿਪੁਦਮਨ ਸਿੰਘ, ਗੁਰਚਰਨ ਸਿੰਘ, ਮਾਲਵਿੰਦਰ ਬਹਾਦਰ ਨੇ ਕੀਤੀ ਸੀ। ਅਟੁੱਟ ਲੰਗਰ ਦੀ ਤਿਆਰੀ ਰਾਤ ਦੇ 4 ਵਜੇ ਤੋਂ ਹੀ ਆਰੰਭ ਹੋ ਗਈ ਸੀ। ਬੇਅੰਤ ਕੜਾਹ ਪ੍ਰਸ਼ਾਦ ਦੇ ਕੜਾਹੇ ਅਤੇ ਹੋਰ ਦਾਲ ਭਾਜੀ ਸੁੰਦਰ ਪ੍ਰਸ਼ਾਦੇ ਤਿਆਰ ਕੀਤੇ ਗਏ। 12 ਵਜੇ ਦੇ ਮਗਰੋਂ ਦੁਸ਼ਹਿਰੇ ਦੇ ਅਖੰਡ ਪਾਠ ਦਾ ਭੋਗ ਪਿਆ। ਪ੍ਰੇਮੀਆਂ ਨੇ ਆਪਣੀ ਸ਼ਰਧਾ ਅਨੁਸਾਰ ਭੇਟਾ ਕੀਤੀ। ਇਹ ਕਈ ਹਜ਼ਾਰ ਦੀ ਗਿਣਤੀ ਵਿੱਚ ਸੀ, ਜੋ ਕਿ ਉਸ ਵੇਲੇ ਅਕਾਲ ਕਾਲਜ ਕਮੇਟੀ ਦੇ ਹਵਾਲੇ ਕੀਤੀ ਗਈ। ਅਰਦਾਸ ਮਗਰੋਂ ਲੰਗਰ ਲਈ ਪੰਗਤਾਂ ਸਜ ਗਈਆਂ। 50 ਕੁ ਵਿਗੇ 200 ਕਨਾਲ ਵਿਹੜੇ ਵਿੱਚ ਰੰਗ ਬਰੰਗੇ ਦਸਤਾਰੇ ਸਜਾਈ ਮਾਲਵੇ ਦੇ ਬਲੀ ਸਿੰਘ ਸਫਾਂ ਤੇ ਸਜ ਗਏ। ਲੰਗਰ ਵਰਤਣਾ ਸ਼ੁਰੂ ਹੋ ਗਿਆ। ਇਹ ਦਰਸ਼ਨ ਜਿਨ੍ਹਾਂ ਕੀਤੇ ਹਨ, ਇਸ ਦੀ ਮਹਿਮਾ ਉਹੀ ਜਾਣਦਾ ਹੈ। ਸੱਚਮੁੱਚ ਸੰਗਤ ਵਿੱਚ ਕਲਗੀਆਂ ਵਾਲੇ ਦਾ ਜ਼ਹੂਰ ਸੀ। ਇਹ ਅਦੁੱਤੀ ਦ੍ਰਿਸ਼ ਕਦੀ ਭਾਗਾਂ ਨਾਲ ਹੀ ਕਿਸੇ ਮਹਾਂਪੁਰਸ਼ ਦੀ ਬਰਕਤ ਦਾ ਸਦਕਾ ਹੀ ਭੂਮੀ ਤੇ ਪ੍ਰਗਟ ਹੁੰਦਾ ਹੈ। ਰਾਤ ਦੇ 10 ਵਜੇ ਤੀਕ ਲੰਗਰ ਵਰਤਦਾ ਰਿਹਾ। ਕਿਸੇ ਗੱਲ ਦੀ ਤੋਟ ਨਾ ਆਈ। ਲੰਗਰ ਵਰਤ ਚੁੱਕਣ ਤੋਂ ਮਗਰੋਂ ਵੀ ਖੁੱਲਾ ਕੜਾਹ ਪ੍ਰਸ਼ਾਦ ਲੰਗਰ ਵਿੱਚ ਬਚਿਆ ਰਿਹਾ, ਜਿਹੜਾ ਕਿ ਦੂਜੇ ਦਿਨ ਸੰਗਤਾਂ ਨੇ ਛਕਿਆ। ਸੰਤ ਜੀ ਮਹਾਰਾਜ ਦੇ ਅੰਗੀਠੀ ਤੇ ਉਸੇ ਵੇਲੇ ਇੱਕ ਛੋਟਾ ਜਿਹਾ ਕਮਰਾ ਬਣ ਗਿਆ ਅਤੇ ਇਸ ਤੇ ਵੀ ਟੀਨ ਦੀ ਛੱਤ ਪਾਈ ਗਈ। ਭਾਈ ਨਰੈਣ ਸਿੰਘ ਜੀ ਨੇ ਬੜੇ ਵਿਰਾਗ ਵਿੱਚ ਆਪਣੇ ਆਪ ਨੂੰ ਪਾਠੀ ਦੀ ਸੇਵਾ ਵਿੱਚ ਅਰਪਣ ਕੀਤਾ। ਜਨਮ ਮਰਨ ਦੋਹੂ ਮਹਿ ਨਾਹੀ, ਜਨ ਪਰ ਉਪਕਾਰੀ ਆਏ। ਜਦ ਭਾਈ ਰਣਧੀਰ ਸਿੰਘ ਜੀ ਕੈਦ ਤੋਂ ਛੁੱਟ ਕੇ ਆਏ, ਤਦ ਭਾਈ ਤੇਜਾ ਸਿੰਘ ਉਹਨਾਂ ਪਾਸ ਨਾਰੰਗਵਾਲ ਮੇਲੇ ਲਈ ਗਏ। ਭਾਈ ਸਾਹਿਬ ਨੇ ਉਹਨਾਂ ਨੂੰ ਕੌਤਕ ਸੁਣਾਇਆ। ਜਦ ਮੈਂ ਜੇਲ੍ਹ ਖਾਨੇ ਦੀ ਕਾਲ ਕੋਠੜੀ ਵਿੱਚ ਬੰਦ ਸਾਂ, ਤਾਂ ਇੱਕ ਦਿਨ ਅੰਮ੍ਰਿਤ ਵੇਲੇ ਕੀ ਵੇਖਦਾ ਹਾਂ ਕਿ ਸੰਤ ਜੀ ਮਹਾਰਾਜ ਚੌਂਕੜੀ ਸਜਾਈ ਸ਼ੇਸ਼ਨਾਗ ਦੀ ਸੇਜ ਤੇ ਬੈਠੇ ਹੋਏ ਹਨ। ਕੁਝ ਦਿਨਾਂ ਮਗਰੋਂ ਮੈਨੂੰ ਮਾਲਵੇ ਤੋਂ ਪ੍ਰੇਮੀ ਮਿਲਣ ਆਏ। ਉਹਨਾਂ ਨੇ ਦੱਸਿਆ ਕਿ ਸੰਤ ਜੀ ਮਹਾਰਾਜ ਦੇ ਚਲਾਣੇ ਅਤੇ ਮੇਰੇ ਦ੍ਰਿਸ਼ਟਾਂਤ ਦੇਖਣ ਦਾ ਸਮਾਂ ਇੱਕੋ ਹੀ ਰਾਤ 19 ਮਾਘ 1984 ਬਿਕਰਮੀ 1 ਫਰਵਰੀ ਸਨ 1927 ਵੇਲਾ ਸੀ। ਜਿਸ ਰਾਤ ਸੰਤ ਜੀ ਮਹਾਰਾਜ ਸਮਾਏ, ਉਸੇ ਅੰਮ੍ਰਿਤ ਵੇਲੇ ਸ਼ਾਹ ਦੀ ਢੇਰੀ ਵਾਲੀ ਮਾਈ ਨੂੰ ਦਰਸ਼ਨ ਹੋਏ। ਦੂਜੇ ਦਿਨ ਮਾਈ ਵੀ ਸੰਤ ਜੀ ਮਹਾਰਾਜ ਦੇ ਚਰਨਾਂ ਵਿੱਚ ਲੈ ਹੋ ਗਈ। ਇੱਕ ਦਿਨ ਭਾਈ ਹਰਨਾਮ ਸਿੰਘ ਜੀ ਗ੍ਰੰਥੀ ਬੜੇ ਵਿਰਾਗ ਵਿੱਚ ਆ ਗਏ। ਅਰਜ਼ ਕੀਤੀ, ਸੱਚੇ ਪਾਤਸ਼ਾਹ, ਹਜੂਰ ਨੇ ਬੜਾ ਹੀ ਡਾਢਾ ਭਾਣਾ ਵਰਤਾਇਆ। ਉਸ ਵੇਲੇ ਸੰਤ ਜੀ ਮਹਾਰਾਜ ਤਿਆਰ ਬਰ ਤਿਆਰ ਸਾਹਮਣੇ ਨਜ਼ਰ ਆਏ। ਭਾਈ ਹਰਨਾਮ ਸਿੰਘ ਜੀ ਨੂੰ ਦਿਲਾਸਾ ਦੇ ਕੇ ਆਖਿਆ, ਭਾਈ, ਸਤਿਗੁਰੂ ਸੱਚੇ ਪਾਤਸ਼ਾਹ ਦੇ ਘਰ ਦੀ ਮਰਿਆਦਾ ਅਨੁਸਾਰ ਸਾਨੂੰ ਇਹ ਖੇਲ ਵਰਤਾਣੀ ਪਈ। ਧਰਮ ਦੀ ਹਾਨੀ ਦੇਖ ਕੇ ਅਕਾਲ ਪੁਰਖ ਦੇ ਹੁਕਮ ਵਿੱਚ ਗੁਪਤ ਬਲੀਦਾਨ ਕਰਨਾ ਪਿਆ। ਅਸੀਂ ਸੇਵਕਾਂ ਦੇ ਸਦਾ ਹੀ ਅੰਗ ਸੰਗ ਹਾਂ। ਇੱਕ ਦਿਨ ਅੰਮ੍ਰਿਤਸਰ ਸਾਹਿਬ ਭਾਈ ਦੀਦਾਰ ਸਿੰਘ ਟੂਟੀਆਂ ਵਾਲੇ ਬੁੰਗੇ ਵਿੱਚ ਫੁੱਟ ਫੁੱਟ ਕੇ ਰੋਣ ਲੱਗ ਪਏ ਅਤੇ ਬੜੇ ਵਿਰਾਗ ਵਿੱਚ ਸੰਤ ਜੀ ਮਹਾਰਾਜ ਅੱਗੇ ਬੇਨਤੀ ਕੀਤੀ, ਮਹਾਰਾਜ ਜੀ,